नमस्कार आदाब सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम हमदर्द न्यूज़ एंड व्यूज़ खबरों का पोस्टमार्टम विच। मैं हाँ तरनजीत कौर घुम्मण हाज़र हाँ जी लैके तुहाडा अपना प्रोग्राम जिहदे विच गलबात करांगे। अज कुछ खास खबरों के बारे में डिस्कशन करांगे। कोविड की जो इस वक्त सिचुएशन हैगी वख-वख मुल्कों के विच, भारत के विच ते इस तो इलावा कैनेडा विच इस वक्त की नवां वापर रहा है, इहदे बारे गलबात करांगे। कोई खबर अजिही तुहाडे कोल है जो तुसीं साडे नाल सांझी करना चाहुंदे हो या कोई अजिही जानकारी तुसीं साडे दर्शकों नाल सांझी करना चाहुंदे हो, सानूं अज दे लाइव प्रोग्राम विच कॉल कर सकदे हो। ਜਿਹੜੀਆਂ प्रमुख खबरों ਤੇ ਅੱਜ ਅਸੀਂ ਗੱਲਬਾਤ ਕਰਨੀ ਉਹਨਾਂ ਵਿੱਚੋਂ प्रमुख खबरों की गल करिए तो कैनेडा आउण लई आइलैट्स ਵਿਆਹਾਂ ਦਾ ਵਧਿਆ रुझान ਤੇ एयरपोर्ट पहुंचते ही रिश्ते हो रहे ने तार-तार। ਅਜਿਹੀਆਂ एग्जाम्पल्स देखने ਨੂੰ ਮਿਲੀਆਂ ਨੇ हाल ही ਵਿੱਚ सोशल मीडिया ਉੱਤੇ ਵੀ ਅਜਿਹਾ ਹੀ ਮੁੱਦਾ ਛਾਇਆ ਹੈ। ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਤੁਹਾਡੇ ਵੀ ਵਿਚਾਰ ਜਾਣਾਂਗੇ। ਇਸ ਤੋਂ ਇਲਾਵਾ ਬ੍ਰੈਂਪਟਨ ਦੇ ਵਿੱਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਟੋ ਇੰਸ਼ੋਰੈਂਸ ਦੇ ਰੇਟ ਘੱਟ ਹੋ ਜਾਣ ਤਾਂ ਬ੍ਰੈਂਪਟਨ ਸਿਟੀ ਆਫ ਬ੍ਰੈਂਪਟਨ ਵੱਲੋਂ ਇੱਕ ਪਟੀਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਉੱਥੇ ਤੁਸੀਂ ਸਾਈਨ ਕਰਨੇ ਆ। इस तो बाद की पूरा प्रोसैस होएगा उहदे बारे भी असीं गलबात करांगे कि इसका कोई असर देखने नूं मिलेगा या नहीं मिलेगा, इहदे बारे भी असीं गलबात करांगे। इस तो इलावा भारत विच कोरोना नाल लोकां दा बुरा हाल है तो विदेशी मीडिया इस वक्त प्रधानमंत्री नरेंद्र मोदी ते उन्हां दी सरकार ते जम के निशाने साध रहा है। सो चाहे अपना मीडिया फिलहाल उत्थे इन्हां चीज़ां नूं कवर करन दी कोशिश कर रहा, पर विदेशी मीडिया इस वक्त सरकार ने जो नाकामी दिखाई है कोविड नूं कंट्रोल करन लई ਉਹਨੂੰ ਜੰਮ ਕੇ ਲਤਾੜ ਰਿਹਾ ਹੈ। ਤਾਂ ਉੱਥੇ ਹੀ ਦੂਜੇ ਪਾਸੇ ਜਿਹੜਾ ਭਾਰਤ ਸਰਕਾਰ ਹੈ, ਭਾਰਤ ਦਾ ਮੀਡੀਆ ਆ, ਆਸਟ੍ਰੇਲੀਅਨ ਮੀਡੀਆ ਵਿੱਚ ਜੋ ਰਿਪੋਰਟਸ ਦਿਖਾਈਆਂ ਜਾ ਰਹੀਆਂ ਨੇ ਉਹਨੂੰ ਲੈ ਕੇ ਆਸਟ੍ਰੇਲੀਅਨ ਮੀਡੀਆ ਉੱਤੇ ਜੰਮ ਕੇ ਵਰਸ ਰਿਹਾ ਹੈ। ਸੋ ਇਸ ਵਕਤ ਮੀਡੀਆ ਦੀ ਆਪਸ ਦੇ ਵਿੱਚ ਵਾਰ ਚੱਲਦੀ ਪਈ ਹੈ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਨਾਲ ਹੀ ਭਾਰਤ ਤੋਂ ਆਖਰੀ ਫਲਾਈਟ ਤੇ ਰਾਹੀਂ ਕੈਨੇਡਾ ਪੁੱਜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਹੋਟਲ ਵਿੱਚ ਕੁਆਰੰਟਾਈਨ ਦੌਰਾਨ ਉਸ ਨਾਲ ਕੀ ਹੋਇਆ ਉਹਦੇ ਬਾਰੇ ਆਪਣੀ ਹੱਡ ਬੀਤੀ ਸੁਣਾਈ ਹੈ। ਕਰੋਨਾ ਦਾ ਪੋਜ਼ਿਟਿਵ ਪਾਇਆ ਗਿਆ, ਕੀ ਮਦਦ ਮਿਲੀ ਜਾਂ ਨਹੀਂ ਮਿਲੀ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਅੱਜ प्रोग्राम ਵਿੱਚ ਜੀ। ਤੁਸੀਂ ਮੇਰਾ ਸਾਥ ਦੇਵੋਗੇ, ਮਰਗਿੰਦ ਅੱਜ ਕੁਝ ਰਜੇਵਿਆਂ ਦੇ ਚਲਦਿਆਂ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਨਹੀਂ ਭਰ ਸਕਣਗੇ। ਸੋ ਕਿਸੇ ਵੀ ਖਬਰ ਉੱਤੇ ਤੁਸੀਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ 에ਅਰਲਾਈਨਸ ਦੇ ਨਾਲ। ਸਾਰਿਆਂ ਨੂੰ ਪਤਾ ਹੈ ਕਿ ਲਗਭਗ ਸਾਲ ਡੇਢ ਸਾਲ ਹੋ ਚੁੱਕਿਆ ਹੈ 에ਅਰਲਾਈਨਸ ਬੰਦ ਨੇ। ਅਜਿਹੇ ਵਿੱਚ ਬਹੁਤ ਸਾਰੇ ਯਾਤਰੀਆਂ ਨੇ ਆਪਣੀਆਂ ਟਿਕਟਸ ਬੁੱਕ ਕਰਵਾਈਆਂ ਹੋਈਆਂ ਸੀ ਪਰ ਟਰੈਵਲ ਨਹੀਂ ਕਰ ਸਕੇ, ਜਿਸ ਤੋਂ ਬਾਅਦ ਕਈ 에ਅਰਲਾਈਨਸ ਨੇ ਰਿਫੰਡਿੰਗ ਦੀ ਗੱਲ ਆਖੀ ਸੀ, ਜਿਨ੍ਹਾਂ ਵਿੱਚ 에ਅਰ ਕੈਨੇਡਾ ਵੀ ਸ਼ਾਮਿਲ ਹੈ ਕਿ ਜਿਨ੍ਹਾਂ ਨੇ 에ਅਰ ਕੈਨੇਡਾ ਦੀਆਂ ਫਲਾਈਟਸ ਦੇ ਵਿੱਚ ਆਪਣੀਆਂ ਫਲਾਈਟਸ ਬੁੱਕ ਕਰਵਾਈਆਂ ਨੇ। ਸੋ ਜੇਕਰ ਉਹਨਾਂ ਨੇ ਟਰੈਵਲ ਨਹੀਂ ਕੀਤਾ ਤਾਂ ਉਹ ਰਿਫੰਡਿੰਗ ਜਿਹੜੀ ਕਰਵਾ ਸਕਦੇ ਆ, ਆਪਣੇ ਪੈਸੇ ਵਾਪਸ ਲੈ ਸਕਦੇ ਆ। ਇਸ ਤੋਂ ਇਲਾਵਾ ਇਸ ਕੜੀ ਵਿੱਚ ਇੱਕ ਹੋਰ ਨਾਮ ਜੁੜ ਚੁੱਕਿਆ ਟ੍ਰਾਂਸਿਟ ਦਾ। ਸੋ ਜੇਕਰ ਤੁਸੀਂ ਟ੍ਰਾਂਸਿਟ 에ਅਰਲਾਈਨਸ ਦੇ ਜ਼ਰੀਏ ਵੀ ਆਪਣੀ ਬੁਕਿੰਗ ਕਰਵਾਈ ਹੈ ਤਾਂ ਤੁਸੀਂ ਹੁਣ ਆਪਣਾ ਕਲੇਮ ਕਰ ਸਕਦੇ ਹੋ, ਰਿਫੰਡ ਕਲੇਮ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀਆਂ ਟਿਕਟਸ ਬੁੱਕ ਕਰਵਾਈਆਂ ਸੀ ਫਰਵਰੀ 1 ਤੋਂ 2020 ਦੇ ਵਿੱਚ ਤਾਂ ਤੁਸੀਂ ਆਪਣਾ ਰਿਫੰਡ ਤੁਸੀਂ ਕਲੇਮ ਕਰ ਸਕਦੇ ਹੋ। 1 ਫਰਵਰੀ 2020 ਤੋਂ ਲੈ ਕੇ 29 ਅਪ੍ਰੈਲ 2021 ਦੇ ਵਿੱਚ ਜਿਨ੍ਹਾਂ ਨੇ ਵੀ ਟਿਕਟਸ ਬੁੱਕ ਕਰਵਾਈਆਂ ਸੀ ਟ੍ਰਾਂਸਿਟ 에ਅਰਲਾਈਨਸ ਦੇ ਜ਼ਰੀਏ ਉਹ ਆਪਣਾ ਰਿਫੰਡ ਜਿਹੜਾ ਉਹ ਵਸੂਲ ਸਕਦੇ ਨੇ। ਇਹਦੇ ਲਈ ਤੁਸੀਂ 26 ਅਗਸਤ ਤੱਕ ਅਪਲਾਈ ਕਰ ਸਕਦੇ ਹੋ। 26 ਅਗਸਤ ਤੋਂ ਬਾਅਦ ਜੇਕਰ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਰਿਫੰਡ ਨਹੀਂ ਹੋਏਗਾ, ਪਰ ਜਿਹੜਾ ਤੁਹਾਡਾ ਟਰੈਵਲ ਦਾ ਜਿਹੜਾ ਵੀ ਤੁਹਾਡੀ ਹੋਏਗੀ ਡਾਕੂਮੈਂਟਸ ਵਗੈਰਾ ਹੋਣਗੇ ਉਹ ਤੁਹਾਡੇ ਕੋਲ ਉੱਥੇ ਹੋਣਗੇ। ਸੋ ਇਹਦੇ ਜ਼ਰੀਏ ਤੁਸੀਂ ਆਪਣੀ ਫਲਾਈਟਸ ਦੁਬਾਰਾ ਬੁਕਿੰਗ ਕਰਵਾ ਸਕਦੇ ਹੋ, ਪਰ ਫਿਰ ਤੁਹਾਨੂੰ ਰਿਫੰਡ ਨਹੀਂ ਮਿਲੇਗਾ। ਸੋ ਜੇਕਰ ਤੁਸੀਂ ਟ੍ਰਾਂਸਿਟ ਦੇ ਵਿੱਚ ਆਪਣੀ ਅਪਲਾਈ ਕੀਤੀ ਹੋਈ ਸੀ, ਟਿਕਟ ਲਈ ਹੋਈ ਸੀ 1 ਫਰਵਰੀ 2020 ਤੋਂ ਲੈ ਕੇ 29 ਅਪ੍ਰੈਲ 2021 ਦੇ ਵਿੱਚ 26 ਅਗਸਤ ਰਾਤ 11:59 ਤੋਂ ਪਹਿਲਾਂ ਤੁਸੀਂ ਆਪਣਾ ਰਿਫੰਡ ਜਿਹੜਾ ਆ ਉਹ ਕਲੇਮ ਕਰ ਸਕਦੇ ਹੋ। ਜੇਕਰ ਤੁਸੀਂ ਡਾਇਰੈਕਟਲੀ ਕੀਤਾ ਸੀ ਤਾਂ ਤੁਸੀਂ ਟ੍ਰਾਂਸਿਟ ਦੀ ਵੈਬਸਾਈਟ ਤੇ ਜਾ ਕੇ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਕਿਸੇ ਏਜੰਟ ਦੇ ਥਰੂ ਟਿਕਟ ਬੁੱਕ ਕਰਵਾਈ ਸੀ ਤੁਸੀਂ ਉਹਨਾਂ ਦੇ ਜ਼ਰੀਏ ਕਰ ਸਕਦੇ ਹੋ। ਖਾਸ ਤੌਰ ਤੇ ਇਹ ਖਿਆਲ ਜ਼ਰੂਰ ਰੱਖਿਓ ਕਿ ਜਦੋਂ ਵੀ ਤੁਸੀਂ ਸਬਮਿਟ ਕਰਵਾਉਣੀ ਹੈ ਆਪਣੀ ਰਿਫੰਡ ਦੀ ਐਪਲੀਕੇਸ਼ਨ ਜਾਂ ਤੁਸੀਂ ਕਲੇਮ ਕਰਨਾ, ਇਹ ਜ਼ਰੂਰ ਦੇਖ ਲਿਓ ਕਿ ਤੁਹਾਡੀ ਸਬਮਿਸ਼ਨ ਅਪਰੂਵ ਹੋ ਜੇ। ਜੇ ਸਬਮਿਸ਼ਨ ਤੁਹਾਡੀ ਅਪਰੂਵ ਨਹੀਂ ਹੁੰਦੀ ਤਾਂ ਤੁਹਾਨੂੰ ਜਿਹੜਾ ਉਹ ਕਲੇਮ ਨਹੀਂ ਮਿਲੇਗਾ। ਸੋ ਇਸ ਲਈ ਖਾਸ ਤੌਰ ਤੇ ਧਿਆਨ ਰੱਖਿਓ ਜਿਨ੍ਹਾਂ ਨੇ ਵੀ ਫਲਾਈਟਸ ਦਾ ਆਪਣਾ ਰਿਫੰਡ ਲੈਣਾ ਹੈ ਕਿ ਤੁਹਾਨੂੰ ਸਬਮਿਸ਼ਨ ਜਿਹੜੀ ਹੈ ਤੁਹਾਡੀ ਅਪਰੂਵ ਹੋ ਜਾਵੇ। ਸੋ ਇਸ ਤੋਂ ਬਾਅਦ ਅਗਲੀ ਖਬਰ ਵੱਲ ਅੱਗੇ ਵਧਦੇ ਹਾਂ ਜੀ। ਸਭ ਤੋਂ ਵੱਡੀ ਖਬਰ ਇਸ ਵਕਤ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਵਿੱਚ ਪਿਛਲੇ 1 ਸਾਲ ਤੋਂ ਲਾਕਡਾਊਨ ਲੱਗਿਆ ਹੋਇਆ, ਕਦੋਂ ਤੱਕ ਜ਼ਿੰਦਗੀ ਜਿਹੜੀ ਆ ਆਮ ਹੋ ਸਕਦੀ ਹੈ। ਸੋ ਇੱਥੇ ਨਿਊਯਾਰਕ ਵਾਸੀਆਂ ਦੇ ਲਈ ਖੁਸ਼ਖਬਰੀ ਹੈ ਕਿ ਉੱਥੋਂ ਦੇ ਮੇਅਰ ਦਾ ਕਹਿਣਾ ਹੈ ਕਿ ਜੁਲਾਈ 1 ਨੂੰ ਮੁਕੰਮਲ ਤੌਰ ਤੇ ਇੱਥੇ ਲਾਕਡਾਊਨ ਹਟਾਇਆ ਜਾ ਸਕਦਾ ਹੈ। ਸੋ ਜਿਹੜੇ ਵੀ ਅਮਰੀਕਾ ਦੇ ਵਿੱਚ ਲੋਕ ਵਸਦੇ ਨੇ ਸਭ ਨੂੰ ਪਤਾ ਹੈ ਕਿ ਵੈਕਸੀਨ ਉੱਥੇ ਵੱਡੇ ਪੱਧਰ ਤੇ ਇੱਕ ਤਰ੍ਹਾਂ ਨਾਲ ਅਸੀਂ ਕਹ ਲਈਏ ਜੰਗੀ ਪੱਧਰ ਤੇ ਉੱਥੇ ਕੰਮਕਾਰ ਚੱਲ ਰਿਹਾ ਵੈਕਸੀਨੇਸ਼ਨ ਨੂੰ ਲੈ ਕੇ। ਕੱਲੇ ਨਿਊਯਾਰਕ ਦੀ ਗੱਲ ਕੀਤੀ ਜਾਵੇ ਤਾਂ 8.3 ਮਿਲੀਅਨ ਦੀ ਘੱਟੋ ਘੱਟ ਆਬਾਦੀ ਹੈ, ਜਿਹਦੇ ਵਿੱਚ ਹੁਣ ਤੱਕ 6.3 ਮਿਲੀਅਨ ਲੋਕਾਂ ਨੂੰ ਕਰੋਨਾ ਵਾਇਰਸ ਦੀਆਂ ਡੋਜ਼ਸ ਜਿਹੜੀਆਂ ਨੇ ਉਹ ਮਿਲ ਚੁੱਕੀਆਂ ਨੇ। ਇੱਕ ਅਚੀਵਮੈਂਟ ਆ। ਜੇਕਰ ਅਸੀਂ ਰਿਪੋਰਟਸ ਦੀ ਗੱਲ ਕਰੀਏ, ਹਾਲ ਹੀ ਦੇ ਵਿੱਚ ਰਿਪੋਰਟ ਕਾਰਡਸ ਜਿਹੜੇ ਆ ਸਾਹਮਣੇ ਆਏ ਨੇ ਮਿਸਟਰ ਬਾਈਡਨ ਤੇ ਪ੍ਰਸ਼ਾਸਨ ਦੇ। ਪਹਿਲੇ 100 ਦਿਨਾਂ ਵਿੱਚ ਉਹਨਾਂ ਨੇ ਜੋ ਕੰਮ ਕਰਕੇ ਦਿਖਾਇਆ ਆ ਸਾਰੇ ਉਸ ਦੀ ਕਾਫੀ ਜ਼ਿਆਦਾ ਤਾਰੀਫ ਕਰ ਰਹੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਦੌਰਾਨ ਮਿਸਟਰ ਟਰੰਪ
ਕਰੋਨਾ ਵਾਇਰਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਲੈਕਸ਼ਨਸ ਦੌਰਾਨ ਆਪਣੀਆਂ ਰੈਲੀਆਂ ਕਰਦੇ ਹੋਏ ਨਜ਼ਰ ਆਏ ਸੀ। ਅਜਿਹੇ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮਿਸਟਰ ਬਾਈਡਨ ਨੇ ਜਿਸ ਤਰੀਕੇ ਨਾਲ, ਚਾਹੇ ਇਮੀਗ੍ਰੇਸ਼ਨ ਦਾ ਮੈਟਰ ਹੋਵੇ, ਚਾਹੇ ਇਹ ਕਰੋਨਾ ਵਾਇਰਸ ਦਾ ਮੈਟਰ ਹੋਵੇ, ਜੰਗੀ ਪੱਧਰ ਨਾਲ ਜਿਸ ਤੋਂ ਬਾਅਦ ਇੱਕ ਹਸਤਾਖਰ ਕੀਤੇ ਨੇ, ਨਵੇਂ ਰੂਲਸ ਲੈ ਕੇ ਆਏ ਨੇ ਤੇ ਉਹਨਾਂ ਨੇ ਕਰੋਨਾ ਵਾਇਰਸ ਦੀ ਸਥਿਤੀ ਨੂੰ, ਜਿਹੜੀ ਬੇਕਾਬੂ ਹੁੰਦੀ ਸਥਿਤੀ ਨੂੰ ਸੰਭਾਲਿਆ। ਵਾਕਈ ਇਹ ਕਾਬਿਲੇ ਤਾਰੀਫ ਹੈ। ਸੋ ਤੁਸੀਂ ਵੀ ਨਾਲ ਦੀ ਨਾਲ ਸਾਨੂੰ ਜੁੜ ਸਕਦੇ ਹੋ, ਪ੍ਰੋਗਰਾਮ ਨੂੰ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਖਬਰ ਅਗਲੀ ਹੈ ਜੀ ਕੈਨੇਡਾ ਦੇ 에ਅਰਲਾਈਨਸ ਦੀ। ਕੈਨੇਡਾ ਦੇ 에ਅਰਪੋਰਟਸ ਦੇ ਉੱਤੇ ਪਿਛਲੀ 22 ਫਰਵਰੀ ਤੋਂ ਲੈ ਕੇ ਅਪ੍ਰੈਲ 22 ਤੱਕ ਜਿੰਨੀਆਂ ਵੀ ਫਲਾਈਟਸ ਆਈਆਂ ਨੇ, ਉਹਦੇ ਵਿੱਚ 22,000 ਤੋਂ ਜ਼ਿਆਦਾ ਲੋਕ ਕਰੋਨਾ ਵਾਇਰਸ ਨਾਲ ਪੀੜਿਤ ਨਜ਼ਰ ਆਏ ਨੇ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ ਆ। ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 500 ਤੋਂ ਵੱਧ ਪੇਸ਼ੈਂਟਸ ਤਾਂ ਅਜਿਹੇ ਸੀ ਜਿਹੜੇ ਕਿ ਕਰੋਨਾ ਵਾਇਰਸ ਦੇ ਅਲੱਗ-ਅਲੱਗ ਵੇਰੀਐਂਟਸ ਤੋਂ ਪ੍ਰਭਾਵਿਤ ਸੀ। ਸਰਕਾਰਾਂ ਇੱਕ ਪਾਸੇ ਕਹਿ ਰਹੀਆਂ ਨੇ ਕਿ ਅਸੀਂ ਟੈਸਟ ਤੋਂ ਬਿਨਾਂ ਕਿਸੇ ਨੂੰ ਐਂਟਰ ਨਹੀਂ ਕਰਨ ਦੇ ਰਹੇ, ਤਾਂ ਦੂਜੇ ਪਾਸੇ 에ਅਰਪੋਰਟਸ ਦੇ ਉੱਤੇ ਜਿਹੜੇ ਪੋਜ਼ਿਟਿਵ ਪੇਸ਼ੈਂਟਸ ਪਾਏ ਜਾ ਰਹੇ ਨੇ, ਉਹਨਾਂ ਦਾ ਕੀ ਕੀਤਾ ਜਾਵੇ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਟੈਸਟਿੰਗ ਜ਼ੋਰ ਸ਼ੋਰ ਨਾਲ ਜਾਰੀ ਹੈ, ਕੁਆਰੰਟੀਨ ਕਰਨਾ ਜ਼ਰੂਰੀ ਹੈ, ਪਰ ਜਿਹੜੇ ਸੜਕੀ ਮਾਰਗ ਦੇ ਰਾਹੀਂ ਆ ਰਹੇ ਨੇ, ਬਾਰਡਰ ਟੱਪ ਕੇ ਆ ਰਹੇ ਨੇ, ਯੂਐਸ ਦਾ ਬਾਰਡਰ ਟੱਪ ਕੇ ਆ ਰਹੇ ਨੇ, ਕਾਰਾਂ ਦੇ ਰਾਹੀਂ ਆ ਰਹੇ ਨੇ, ਖਾਸ ਤੌਰ ਤੇ ਇੱਕ ਲੂਪ ਹੋਲ ਰੱਖਿਆ ਹੋਇਆ ਕਿ ਜੇਕਰ ਤੁਸੀਂ ਕੁਆਰੰਟੀਨ ਨਹੀਂ ਕਰਨਾ ਤਾਂ ਤੁਹਾਨੂੰ ਇੱਕ ਫਾਈਨ ਲੱਗੇਗਾ। ਉਹ ਫਾਈਨ ਦੇ ਕੇ ਤੁਸੀਂ ਜਾ ਸਕਦੇ ਹੋ, ਆਪਣੇ ਘਰਾਂ ਦੇ ਵਿੱਚ ਕੁਆਰੰਟੀਨ ਕਰ ਸਕਦੇ ਹੋ। ਪਰ ਕੀ ਇਹ ਰਿਸਪੌਂਸਿਬਿਲਿਟੀ ਬਣਦੀ ਹੈ? ਕਿਹਦੀ ਰਿਸਪੌਂਸਿਬਿਲਿਟੀ ਬਣਦੀ ਹੈ? ਜਿਹੜੇ ਲੋਕੀ ਕੁਆਰੰਟਾਈਨ ਕਰਨ ਲਈ ਜਿਹੜੇ ਆ ਹਾਮੀ ਨਹੀਂ ਭਰ ਰਹੇ ਹੈਗੇ ਇਸ ਵਕਤ ਹੋਟਲਸ ਦੇ ਵਿੱਚ, ਉਹ ਘਰਾਂ ਵਿੱਚ ਜਾ ਕੇ ਕਿੱਥੋਂ ਕੁਆਰੰਟੀਨ ਕਰ ਲੈਣਗੇ। 에ਅਰਪੋਰਟ ਦੀ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਕਿ ਜਦੋਂ ਤੋਂ ਫਲਾਈਟਸ ਬੰਦ ਹੋਈਆਂ ਸੀ, ਉਸ ਵਕਤ ਭਾਰਤ ਤੋਂ ਆਖਰੀ ਫਲਾਈਟ ਦੇ ਰਾਹੀਂ ਇੱਕ ਸ਼ਖਸ, ਅੰਤਰਰਾਸ਼ਟਰੀ ਵਿਦਿਆਰਥੀ, ਭਾਰਤ ਤੋਂ ਕੈਨੇਡਾ ਵਿੱਚ ਲੈਂਡ ਹੁੰਦਾ। ਉਸ ਤੋਂ ਬਾਅਦ 3 ਦਿਨ ਦਾ ਲਾਜ਼ਮੀ ਕੁਆਰੰਟੀਨ ਹੁੰਦਾ। ਕੁਆਰੰਟੀਨ ਦੌਰਾਨ ਉਹਨੂੰ ਪਤਾ ਲੱਗਦਾ ਹੈ ਕਿ ਉਹਦੀ ਜਿਹੜੀ ਰਿਪੋਰਟ ਹੈ ਨੈਗੇਟਿਵ ਦੀ ਜਗ੍ਹਾ ਪੋਜ਼ਿਟਿਵ ਆਈ ਹੈ। ਉਸ ਤੋਂ ਬਾਅਦ ਉਹਨੂੰ ਉੱਥੇ ਕੋਈ ਨਹੀਂ ਪੁੱਛਦਾ। ਬਾਰ-ਬਾਰ ਉਹ ਫੋਨ ਕਰਦਾ ਹੈ ਕਿ ਮੈਨੂੰ ਇਸ ਵਕਤ ਹਾਲਾਤ ਖਰਾਬ ਹੋ ਰਹੇ ਨੇ, ਮੇਰੀ ਸਿਹਤ ਵਿਗੜ ਰਹੀ ਹੈ, ਪਰ ਉਸਨੂੰ ਸਿਰਫ ਇਹ ਕਿਹਾ ਜਾਂਦਾ ਹੈ ਕਿ ਤੂੰ ਰੈੱਡ ਕਰਾਸ ਵਾਲਿਆਂ ਨੂੰ ਕਾਲ ਕਰ। ਰੈੱਡ ਕਰਾਸ ਤੇ ਤੁਸੀਂ ਕਾਲ ਕਰਕੇ ਜੇਕਰ ਤੁਹਾਨੂੰ ਕੋਈ ਮੈਡੀਸਨ ਚਾਹੀਦੀ ਹੈ ਤੁਸੀਂ ਉੱਥੇ ਬੁਲਾ ਸਕਦੇ ਹੋ। ਤੁਸੀਂ ਇਹ ਦੇਖੋ ਕਿ ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਕਿ ਜਿਹੜੇ ਵੀ ਉੱਥੇ ਜਦੋਂ ਅਸੀਂ ਇੱਥੋਂ ਇੰਡੀਆ ਨੂੰ ਟਰੈਵਲ ਕਰ ਰਹੇ ਸੀ, ਅਸੀਂ ਬਾਰ-ਬਾਰ ਇਸ ਗੱਲ ਨੂੰ ਕਹਿ ਰਹੇ ਸੀ ਕਿ ਉੱਥੇ ਕੋਈ ਇੰਤਜ਼ਾਮ ਨਹੀਂ ਕੀਤੇ ਜਾ ਰਹੇ, ਉੱਥੇ ਬੁਰਾ ਹਾਲ ਹੈ। ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਵੀ ਹਾਲਾਤ ਕੁਝ ਸੇਮ ਹੀ ਨੇ। ਕੈਨੇਡਾ ਵਿੱਚ ਵੀ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਹੈਗੇ। ਜਿਹੜੇ ਵੀ ਇੱਥੇ ਟੂਰਿਸਟ ਆ ਰਹੇ ਨੇ, ਸਟੂਡੈਂਟਸ ਆ ਰਹੇ ਨੇ ਜਾਂ ਟਰੈਵਲਰਸ ਆ ਰਹੇ ਨੇ, ਉਹਨਾਂ ਨੂੰ ਸਿਰਫ ਕੁਆਰੰਟੀਨ ਤੱਕ ਹੀ ਰੱਖਿਆ ਜਾ ਰਿਹਾ। ਉਸ ਤੋਂ ਬਾਅਦ ਉਹਨਾਂ ਦਾ ਕੀ ਕਰਨਾ, ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ। ਕੁਆਰੰਟੀਨ ਦੇ ਦੌਰਾਨ ਇਸ ਹਰਿਆਣਾ ਦੇ ਇੰਟਰਨੈਸ਼ਨਲ ਸਟੂਡੈਂਟ ਨੇ ਦੱਸਿਆ ਕਿ ਜਦੋਂ ਤੱਕ ਉਹ ਦਿੱਲੀ ਤੋਂ ਤੁਰਿਆ ਸੀ, ਉਹ ਬਿਲਕੁਲ ਠੀਕ ਸੀ। ਉਹਨੂੰ ਇਹ ਲੱਗਿਆ ਕਿ ਉਸਨੇ ਜਿਹੜੇ ਸਿੰਪਟਮਸ ਨੇ ਕਰੋਨਾ ਵਾਇਰਸ ਦੇ, ਇਹ ਕਿਤੋਂ ਨਾ ਕਿਤੋਂ ਦਿੱਲੀ 에ਅਰਪੋਰਟ ਤੋਂ ਕੈਚ ਕੀਤੇ ਨੇ। ਹਰਿਆਣਾ ਤੋਂ ਆਪਣੇ ਪਰਿਵਾਰ ਨਾਲ ਬਿਲਕੁਲ ਠੀਕ ਠਾਕ ਉਹ ਦਿੱਲੀ ਤੱਕ ਪਹੁੰਚਿਆ। 에ਅਰਪੋਰਟ ਤੇ ਸ਼ਾਇਦ ਉਸਨੂੰ ਇਸ ਫਲੂ ਨੇ ਆਪਣੀ ਜਕੜ ਦੇ ਵਿੱਚ ਲੈ ਲਿਆ, ਜਿਸ ਤੋਂ ਬਾਅਦ ਜਦੋਂ ਉਹ 15 ਘੰਟੇ ਦੀ ਫਲਾਈਟ ਵਿੱਚ ਬੈਠਿਆ, ਉਸ ਦੌਰਾਨ ਉਹਨੂੰ ਥੋੜੀ ਬਹੁਤ ਖੰਘ ਸ਼ੁਰੂ ਹੋਈ। ਖੰਘ ਤੋਂ ਬਾਅਦ ਉਹਨੂੰ ਜ਼ੁਕਾਮ ਹੋਣਾ ਸ਼ੁਰੂ ਹੋ ਗਿਆ, ਉਹਨੂੰ ਹਲਕਾ ਫੀਵਰ ਫੀਲ ਹੋਇਆ। ਤੁਸੀਂ ਇਹ ਦੇਖੋ ਕਿ ਉਸ ਦੇ ਨਾਲ 3 ਲੋਕ ਹੋਰ ਉਸੇ ਵਕਤ ਉਸੇ ਸੀਟਸ ਦੇ ਉੱਤੇ ਸਵਾਰ ਸੀ, ਜਿਨ੍ਹਾਂ ਦੇ ਵਿੱਚ ਵੀ ਇਹ ਸਿੰਪਟਮਸ ਪਾਏ ਜਾ ਸਕਦੇ ਸੀ। ਇਹਦੇ ਬਾਰੇ ਵਿੱਚ ਹਜੇ ਖੁਲਾਸਾ ਨਹੀਂ ਹੋਇਆ ਕਿ ਹੋਰ ਕਿੰਨਾ ਨੂੰ ਹੋਇਆ, ਪਰ ਇਹ ਸਟੂਡੈਂਟ ਨੇ ਆਪਣੀ ਆਪ ਬੀਤੀ ਦੱਸੀ ਹੈ। ਇਹਨੇ ਕਿਹਾ ਕਿ ਉਸ ਤੋਂ ਬਾਅਦ ਜਦੋਂ ਉਹ 에ਅਰਪੋਰਟ ਤੇ ਲੈਂਡ ਹੋਏ, ਉਹ ਉੱਥੇ ਉਤਰਿਆ ਤਾਂ ਉਸਦਾ ਕਰੋਨਾ ਵਾਇਰਸ ਦਾ ਟੈਸਟ ਹੋਇਆ ਤੇ ਉਹਨੂੰ ਲੱਗ ਰਿਹਾ ਸੀ ਸ਼ਾਇਦ ਕਿਤੇ ਨਾ ਕਿਤੇ ਕਰੋਨਾ ਵਾਇਰਸ ਨੇ ਉਸਨੂੰ ਆਪਣੀ ਪਕੜ ਵਿੱਚ ਲੈ ਲਿਆ। ਜਦੋਂ ਉਸਦਾ ਟੈਸਟ ਹੋਇਆ ਤਾਂ ਉਸ ਤੋਂ ਬਾਅਦ ਉਹਨੂੰ ਕੁਆਰੰਟੀਨ ਲਈ ਹੋਟਲ ਵਿੱਚ ਭੇਜ ਦਿੱਤਾ ਗਿਆ। ਟੈਸਟ ਦੌਰਾਨ ਉਸਨੂੰ 2 ਦਿਨ ਬਾਅਦ ਕਾਲ ਆਉਂਦੀ ਹੈ ਕਿ ਉਸਦਾ ਕਰੋਨਾ ਵਾਇਰਸ ਦਾ ਟੈਸਟ ਪੋਜ਼ਿਟਿਵ ਪਾਇਆ ਗਿਆ, ਜਿਸ ਲਈ ਉਸਨੂੰ ਕੁਆਰੰਟੀਨ ਹੀ ਕਰਨਾ ਪਏਗਾ ਹੋਟਲ ਦੇ ਵਿੱਚ। ਹੋਟਲ ਤੋਂ ਉਹ ਬਾਹਰ ਨਹੀਂ ਨਿਕਲ ਸਕਦਾ। ਉਹ ਹੋਟਲ ਦੇ ਵਿੱਚ ਬੈਠਾ ਰਿਹਾ, ਉਹ ਬਾਰ-ਬਾਰ ਕਾਲ ਕਰਦਾ ਰਿਹਾ ਹੋਟਲ ਵਾਲਿਆਂ ਨੂੰ ਕਿ ਮੇਰੇ ਹਾਲਾਤ ਵਿਗੜ ਰਹੇ ਨੇ, ਮੈਂ ਕੀ ਕਰਾਂ, ਮੈਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ, ਮੈਂ ਕੀ ਕਰਾਂ। ਹੋਟਲ ਵਾਲਿਆਂ ਨੇ ਕਿਹਾ ਕਿ ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ, ਤੁਸੀਂ ਰੈੱਡ ਕਰਾਸ ਵਾਲਿਆਂ ਨੂੰ ਕਾਲ ਕਰੋ। ਇੱਥੇ ਕੈਨੇਡਾ ਦੇ ਹੈਲਥ ਵਿਭਾਗ ਨੂੰ ਉਹਨੇ ਕਾਲ ਕੀਤੀ। ਹੈਲਥ ਵਿਭਾਗ ਵਾਲਿਆਂ ਨੇ ਵੀ ਕੋਈ ਬਹੁਤੀ ਉਹਨਾਂ ਨੂੰ ਬਾਂਹ ਨਹੀਂ ਫੜਾਈ। ਉਸ ਤੋਂ ਬਾਅਦ ਉਹਨੇ ਰੈੱਡ ਕਰਾਸ ਵਾਲਿਆਂ ਨੂੰ ਕਾਲ ਕੀਤੀ, ਨਾ ਤਾਂ ਉਹਨੂੰ ਕੋਈ ਮੈਡੀਸਨ ਪਹੁੰਚੀ ਨਾ ਕੁਝ। 4 ਦਿਨਾਂ ਬਾਅਦ ਕਹਿੰਦਾ ਹੋਟਲ ਦੇ ਵਿੱਚ ਹੀ ਕਮਰੇ ਵਿੱਚ ਮੈਂ ਰਹਿਣਾ ਸੀ, ਨਾ ਕੋਈ ਮੇਰਾ ਹਾਲ ਚਾਲ ਪੁੱਛ ਰਿਹਾ ਸੀ, ਨਾ ਕੋਈ ਮੈਨੂੰ ਕੁਝ ਦੱਸ ਰਿਹਾ ਸੀ। ਮੇਰੇ ਬਾਹਰ ਜਿਹੜਾ ਖਾਣਾ ਰੱਖ ਕੇ ਚਲੇ ਜਾ ਰਹੇ ਸੀ, ਮੈਂ ਇੰਨੀ ਕੁ ਜ਼ਿਆਦਾ ਵੀਕਨੈਸ ਫੀਲ ਕਰ ਰਿਹਾ ਸੀ ਕਿ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਉੱਠ ਕੇ ਆਪਣਾ ਖਾਣਾ ਕਿਵੇਂ ਬਾਹਰ ਲੈ ਕੇ ਜਾ ਸਕਦਾ। ਕਿਸੇ ਨੇ ਮੇਰੀ ਕੋਈ ਬਾਂਹ ਨਹੀਂ ਫੜੀ। 3 ਦਿਨ ਬਾਅਦ ਮੈਨੂੰ ਇੱਕ ਕਾਲ ਆਉਂਦੀ ਹੈ ਜਿਹਦੇ ਵਿੱਚ ਮੈਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡੀ ਰਿਪੋਰਟ ਜਿਹੜੀ ਪੋਜ਼ਿਟਿਵ ਪਾਈ ਗਈ ਆ, ਇਸ ਤੋਂ ਬਾਅਦ ਅਸੀਂ ਤੁਹਾਨੂੰ ਨੈਕਸਟ ਹੋਟਲ ਵਿੱਚ ਸ਼ਿਫਟ ਕਰਾਂਗੇ। ਸੋ ਉਹਨੇ ਕਿਹਾ ਕਿ ਜਦ ਨੂੰ 4-5 ਦਿਨ ਹੋ ਚੁੱਕੇ ਸੀ ਜਦੋਂ ਉਹਨੂੰ ਨੈਕਸਟ ਹੋਟਲ ਵਿੱਚ ਸ਼ਿਫਟ ਕਰਨ ਦੀ ਗੱਲ ਆਖੀ ਗਈ। ਉਸ ਦੌਰਾਨ ਹੌਲੀ-ਹੌਲੀ ਉਹਨੇ ਠੀਕ ਫੀਲ ਕਰਨਾ ਸ਼ੁਰੂ ਕੀਤਾ। ਪਰ ਇਸ ਦੌਰਾਨ ਇਹ ਹੈ ਕਿ ਜੇਕਰ ਕੋਈ ਬਾਹਰੋਂ ਆਉਂਦਾ ਆ ਤਾਂ ਉਹਦੀ ਜ਼ਿੰਮੇਵਾਰੀ ਕੌਣ ਲਏਗਾ? ਕੁਆਰੰਟੀਨ ਦੇ ਦੌਰਾਨ ਉਹਨਾਂ ਨੂੰ ਦਵਾਈਆਂ ਕੌਣ ਮੁਹੱਈਆ ਕਰਵਾਏਗਾ? ਅਸੀਂ ਕਹਿ ਰਹੇ ਹਾਂ ਕਿ ਸਰਕਾਰ ਇੱਥੇ ਜਾਂ ਤਾਂ ਕਿਸੇ ਨੂੰ ਬੁਲਾਏ ਨਾ, ਜਾਂ ਤਾਂ ਬਿਲਕੁਲ ਇੰਟਰਨੈਸ਼ਨਲ 에ਅਰਪੋਰਟਸ ਨੂੰ ਬੰਦ ਕਰ ਦਿੱਤਾ ਜਾਵੇ, ਕੋਈ ਬਾਹਰੋਂ ਨਾ ਆਵੇ। ਜਿਸ ਤਰੀਕੇ ਨਾਲ ਕੇਸਿਸ ਬਾਹਰੋਂ ਆ ਰਹੇ ਨੇ, ਉਹਨੇ 14 ਦਿਨ ਲਈ ਕੁਆਰੰਟੀਨ ਕੀਤਾ, ਉਸ ਦੌਰਾਨ ਉਹਦੀ ਦੇਖਭਾਲ ਦਾ ਜ਼ਿੰਮੇਵਾਰ ਕਿਸ ਦਾ ਹੋਏਗਾ? ਜੇਕਰ ਉਸਨੂੰ ਕੁਝ ਹੋ ਜਾਂਦਾ ਕੁਆਰੰਟੀਨ ਦੇ ਦੌਰਾਨ, ਇਹ ਕਿਸ ਦੀ ਜ਼ਿੰਮੇਵਾਰੀ ਹੁੰਦੀ?
ਕਿ ਇਹ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਕਿ ਅਜਿਹੇ ਹਾਲਾਤਾਂ ਵਿੱਚ ਬੱਚੇ ਨੂੰ ਭੇਜਿਆ, ਜਾਂ ਫਿਰ ਇਹ ਇੱਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਕਿ ਇੱਥੇ ਪੋਜ਼ਿਟਿਵ ਆਉਣ ਤੋਂ ਬਾਅਦ ਉਹਦਾ ਖਰਚਾ ਕੌਣ ਚੱਕੇਗਾ, ਉਹਨੂੰ ਵਾਪਸ, ਜੇਕਰ ਰੱਬ ਨਾ ਕਰੇ ਉਹਨੂੰ ਕੁਝ ਹੋ ਜਾਂਦਾ, ਉਹਨੂੰ ਵਾਪਸ ਕੌਣ ਭੇਜਦਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਕਿ ਇੱਥੇ ਸਰਕਾਰ ਦੀ ਵੀ ਨਾਕਾਮੀ ਸਾਬਿਤ ਹੋ ਰਹੀ ਹੈ। ਤੁਸੀਂ ਟਰੈਵਲਰਸ ਨੂੰ ਬੁਲਾ ਰਹੇ ਹੋ, ਇੱਕ ਪਾਸੇ ਤੁਸੀਂ ਆਪਣੀਆਂ 에ਅਰਲਾਈਨਸ ਨੂੰ ਜਿਉਂਦਾ ਰੱਖਣ ਲਈ, ਉਹਨਾਂ ਨੂੰ ਚੱਲਦਾ ਰੱਖਣ ਲਈ ਇਹ ਸਾਰਾ ਕੁਝ ਕਰ ਰਹੇ ਹੋ, 에ਅਰਲਾਈਨਸ ਨੂੰ ਬੰਦ ਨਹੀਂ ਕਰ ਰਹੇ ਹੈਗੇ, ਤੇ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਦਵਾਈ ਪ੍ਰਬੰਧ ਵੀ ਨਹੀਂ ਕੀਤਾ ਜਾ ਰਿਹਾ। ਸੋ ਇਸ ਦੇ ਉੱਤੇ ਤੁਸੀਂ ਕੋਈ ਵਿਚਾਰ ਦੇਣਾ ਚਾਹੁੰਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਅਗਲੀ ਖਬਰ ਹੈ ਆਟੋ ਇੰਸ਼ੋਰੈਂਸ ਨਾਲ ਸੰਬੰਧਿਤ। ਬਰੈਂਪਟਨ, ਓਨਟਾਰੀਓ ਵਿੱਚ ਸਭ ਤੋਂ ਜ਼ਿਆਦਾ ਜੇਕਰ ਕਿਤੇ ਆਟੋ ਇੰਸ਼ੋਰੈਂਸ ਪਾਈ ਜਾ ਰਹੀ ਹੈ ਉਹ ਹੈ ਬਰੈਂਪਟਨ ਦੇ ਵਿੱਚ। ਬਰੈਂਪਟਨ ਵਾਸੀ ਇਸ ਗੱਲ ਨੂੰ ਲੈ ਕੇ ਬਾਰ-ਬਾਰ ਇਲੈਕਸ਼ਨਸ ਵੇਲੇ ਵੀ ਅਪੀਲ ਕਰਦੇ ਨੇ। ਬਹੁਤੀ ਵਾਰੀ ਇਲੈਕਸ਼ਨਸ ਹੁੰਦੀਆਂ ਨੇ, ਇਲੈਕਸ਼ਨਸ ਦੌਰਾਨ ਆਟੋ ਇੰਸ਼ੋਰੈਂਸ ਦਾ ਮੁੱਦਾ ਜਿਹੜਾ ਚੱਕ ਤਾਂ ਲਿਆ ਜਾਂਦਾ, ਮੁੱਦਾ ਚੱਕਣ ਤੋਂ ਬਾਅਦ ਪਾ ਦਿੱਤਾ ਜਾਂਦਾ ਠੰਡੇ ਬਸਤੇ ਦੇ ਵਿੱਚ। ਇਸ ਵਕਤ ਜੇਕਰ ਇੱਕ ਅੰਕੜੇ ਦੇ ਉੱਤੇ ਨਜ਼ਰ ਮਾਰੀਏ ਤਾਂ ਪੂਰੀ ਪ੍ਰੋਵਿੰਸ ਦੇ ਮੁਕਾਬਲੇ ਬਰੈਂਪਟਨ ਵਾਸੀ 123% ਜ਼ਿਆਦਾ ਆਪਣਾ ਆਟੋ ਇੰਸ਼ੋਰੈਂਸ ਪੇ ਕਰ ਰਹੇ ਨੇ। ਅਜਿਹੇ ਵਿੱਚ ਹੁਣ ਸਿਟੀ ਆਫ ਬਰੈਂਪਟਨ ਨੇ ਬਰੈਂਪਟਨ ਫੇਅਰ ਸ਼ੇਅਰ ਦੇ ਨਾਮ ਦੇ ਅਧੀਨ ਇੱਕ ਪਟੀਸ਼ਨ ਦੀ ਸ਼ੁਰੂਆਤ ਕੀਤੀ ਹੈ। ਸੋ ਜੇਕਰ ਬਰੈਂਪਟਨ ਵਾਸੀ ਇਸ ਵਕਤ ਚਾਹੁੰਦੇ ਨੇ ਕਿ ਪਟੀਸ਼ਨ ਉੱਤੇ ਹਸਤਾਖਰ ਕੀਤੇ ਜਾਣ ਤਾਂ ਕਿ ਇਹ ਮੁੱਦਾ ਜਿਹੜਾ ਆ ਅੱਗੇ ਤੱਕ ਪਹੁੰਚ ਸਕੇ। ਸੋ ਤੁਸੀਂ ਸਿਟੀ ਆਫ ਬਰੈਂਪਟਨ ਦੇ ਪੇਜ ਦੇ ਉੱਤੇ ਜਾਓ, ਇਹ ਪਟੀਸ਼ਨ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਤੁਸੀਂ ਇਸ ਪਟੀਸ਼ਨ ਦੇ ਉੱਤੇ ਸਾਈਨ ਕਰਨੇ ਆ। ਜਿੰਨੇ ਸਾਈਨ ਜ਼ਿਆਦਾ ਹੋਣਗੇ ਉਨੀ ਹੀ ਇਹ ਆਵਾਜ਼ ਜਲਦੀ ਚੁੱਕੀ ਜਾਏਗੀ। ਇਹ ਪਟੀਸ਼ਨ ਸਾਈਨ ਹੋਣ ਤੋਂ ਬਾਅਦ ਐਮਪੀਪੀਸ ਤੱਕ ਜਾਏਗੀ, ਐਮਪੀਪੀਸ ਤੱਕ ਇਹ ਮੁੱਦਾ ਪਹੁੰਚੇਗਾ ਤੇ ਐਮਪੀਪੀਸ ਇਲੈਕਸ਼ਨਸ ਤੋਂ ਪਹਿਲਾਂ ਇਸ ਮੁੱਦੇ ਨੂੰ ਇੱਥੋਂ ਦੀ ਫੈਡਰਲ ਸਰਕਾਰ ਦੇ ਨਾਲ ਇੱਥੋਂ ਦੀ ਪ੍ਰੋਵਿੰਸ਼ੀਅਲ ਸਰਕਾਰ ਕੋਲ ਵੀ ਚੁੱਕਣਗੇ ਕਿ ਬਰੈਂਪਟਨ ਵਾਸੀ ਜਿਹੜੇ ਨੇ ਆਪਣਾ ਫੇਅਰ ਸ਼ੇਅਰ ਮੰਗ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਆਟੋ ਇੰਸ਼ੋਰੈਂਸ ਤੇ ਹਾਈ ਰੇਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ। ਪੋਸਟਲ ਕੋਡ ਦੇ ਆਧਾਰ ਤੇ ਜੋ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ। ਗੱਲਬਾਤ ਕਰਾਂਗੇ, ਇੱਕ ਦਰਸ਼ਕ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਰੈਂਪਟਨ ਦੀ ਬੋਲ ਰਿਹਾ ਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਆਟੋ ਇੰਸ਼ੋਰੈਂਸ ਬਾਰੇ ਗੱਲ ਕਰਨੀ ਸੀ। ਇਹ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਤੇ ਉਦੋਂ ਇਹ ਆਟੋ ਇੰਸ਼ੋਰੈਂਸ ਬਾਰੇ ਗੱਲਾਂ ਕਰਦੇ ਨੇ ਕਿ ਘਟਾਵਾਂਗੇ, ਆ ਕਰਾਂਗੇ, ਤੇ ਜਦੋਂ ਇਲੈਕਸ਼ਨ ਹੁਣ ਜਿੱਤ ਜਾਂਦੇ ਨੇ ਉਸ ਤੋਂ ਸਾਲ 2 ਸਾਲ ਬਾਅਦ ਫਿਰ ਚੁੱਪ ਕਰ ਜਾਂਦੇ ਨੇ। ਇਹ ਜਦੋਂ ਹੁਣ ਇਲੈਕਸ਼ਨ ਆਉਣ ਵਾਲੀਆਂ ਨੇ ਫਿਰ ਦੁਬਾਰਾ ਲੱਗ ਰਹੇ ਨੇ। ਇਲੈਕਸ਼ਨ ਦੀ ਤਾਂ ਤੁਸੀਂ ਗੱਲ ਕੀਤੀ ਹੈ ਕਿ ਇਲੈਕਸ਼ਨ ਦੌਰਾਨ ਹੋ ਜਾਂਦਾ, ਕਦੇ ਐਮਪੀਪੀਸ ਨਾਲ ਇਹ ਗੱਲ ਕੀਤੀ ਹੈ ਜਦੋਂ ਐਮਪੀਪੀਸ ਆਉਂਦੇ ਆ ਵੋਟਾਂ ਮੰਗਣ ਲਈ ਕਿ ਤੁਸੀਂ ਉਹਨਾਂ ਨਾਲ ਗੱਲ ਕੀਤੀ ਹੋਵੇ ਇੰਸ਼ੋਰੈਂਸ ਨੂੰ ਲੈ ਕੇ? ਜੀ ਸ਼ਾਇਦ ਸਾਡੇ ਕਾਲਰ ਨੇ ਕਾਲ ਡਿਸਕਨੈਕਟ ਕਰ ਦਿੱਤੀ ਹੈ। ਸੋ ਦਰਸ਼ਕਾਂ ਨੂੰ ਜਾਣਨਾ ਚਾਹਾਂਗੇ ਕਦੇ ਇਹ ਮੁੱਦਾ ਕਿ ਤੁਸੀਂ ਆਪਣੇ ਐਮਪੀਪੀਸ ਦੇ ਕੋਲ ਚੱਕਿਆ? ਅਸੀਂ ਜਿੰਨੀ ਵਾਰੀ ਪ੍ਰੋਗਰਾਮ ਕਰਦੇ ਹਾਂ ਕਾਲਸ ਆਉਂਦੀਆਂ ਨੇ ਹਮੇਸ਼ਾ ਕਿ ਬਰੈਂਪਟਨ ਦੇ ਵਿੱਚ ਬਹੁਤ ਜ਼ਿਆਦਾ ਇੰਸ਼ੋਰੈਂਸ ਹੋ ਰਹੀ ਆ, ਇੰਸ਼ੋਰੈਂਸ ਵਾਲੀਆਂ ਕੰਪਨੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਕੀਮਤਾਂ ਵਸੂਲ ਕਰ ਰਹੀਆਂ ਨੇ, ਹਰ ਵਾਰੀ ਇੰਸ਼ੋਰੈਂਸ ਵਧੀ ਜਾ ਰਹੀ ਆ। ਆਲਟਰਨੇਟ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਇੱਕ ਤੋਂ ਬਾਅਦ ਦੂਸਰੀ ਕੰਪਨੀ ਕੋਲ ਜਾਂਦੇ ਆ ਕਿ ਜਿੱਥੇ ਸਾਨੂੰ ਇੰਸ਼ੋਰੈਂਸ ਸਸਤੀ ਮਿਲਦੀ ਹੋਵੇ। ਇੱਕ ਟ੍ਰੈਂਡ ਹੋਰ ਬਣ ਚੁੱਕਿਆ, ਜੇਕਰ ਸਾਰੇ ਜਣੇ ਇਸ ਗੱਲ ਤੋਂ ਐਗਰੀ ਕਰਦੇ ਹੋਣ ਕਿ ਲੋਕੀ ਰਹਿੰਦੇ ਕਿਤੇ ਹੋਰ ਹੁੰਦੇ ਆ, ਪੋਸਟਲ ਕੋਡ ਆਪਣਾ ਕੋਈ ਹੋਰ ਦਿੱਤਾ ਹੁੰਦਾ ਜਿੱਥੇ ਕਿ ਉਹਨਾਂ ਨੂੰ ਥੋੜੀ ਸਸਤੀ ਇੰਸ਼ੋਰੈਂਸ ਮਿਲ ਸਕੇ। ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਇਹ ਕਰਨਾ ਸਹੀ ਹੈ? ਕਿਉਂਕਿ ਰੱਬ ਨਾ ਕਰੇ ਕੱਲ ਨੂੰ ਕੁਝ ਹੁੰਦਾ ਆ, ਇਹਦੇ ਬਾਰੇ ਵਿੱਚ ਪੂਰੀ ਪੜਤਾਲ ਕੀਤੀ ਜਾਂਦੀ ਹੈ ਤੇ ਇਹਦੇ ਉੱਤੇ ਐਕਸ਼ਨ ਵੀ ਲਿਆ ਜਾ ਸਕਦਾ ਆ। ਸੋ ਬਰੈਂਪਟਨ ਦੇ ਵਿੱਚ ਜਿਹੜੇ ਪੋਸਟਲ ਕੋਡ ਦੇ ਆਧਾਰ ਦੇ ਉੱਤੇ ਇੰਸ਼ੋਰੈਂਸ ਨਾ ਹੋਵੇ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿਸਟਮ ਸਹੀ ਹੋਏਗਾ ਕਿ ਨਹੀਂ? ਕਈ ਲੋਕ ਇਹ ਕਹਿੰਦੇ ਆ ਕਿ ਕਲੇਮਸ ਇਸ ਤਰੀਕੇ ਨਾਲ ਫਰਾਡ ਕਲੇਮ ਕੀਤੇ ਜਾ ਰਹੇ ਨੇ ਤਾਂ ਕਰਕੇ ਇੰਸ਼ੋਰੈਂਸ ਕੰਪਨੀਆਂ ਵੀ ਪਰੇਸ਼ਾਨ ਹੋ ਚੁੱਕੀਆਂ ਨੇ, ਇਸ ਲਈ ਇੰਸ਼ੋਰੈਂਸ ਦੇ ਰੇਟਸ ਇੰਨੇ ਜ਼ਿਆਦਾ ਹਾਈ ਕੀਤੇ ਜਾ ਰਹੇ ਨੇ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਬਰੈਂਪਟਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰ ਰੋਜ਼ ਐਕਸੀਡੈਂਟਸ ਹੋ ਰਹੇ ਨੇ, ਡਰਿੰਕ ਐਂਡ ਡਰਾਈਵ ਦੇ ਕੇਸਿਸ ਹੋ ਰਹੇ ਨੇ, ਇਸ ਕਰਕੇ ਇੰਸ਼ੋਰੈਂਸ ਕੰਪਨੀਆਂ ਇੰਨੇ ਜ਼ਿਆਦਾ ਹਾਈ ਜਿਹੜੀਆਂ ਕੇਸਿਸ ਇਹਨਾਂ ਨੇ ਕੀਤੇ ਹੋਏ ਆ ਇੰਸ਼ੋਰੈਂਸ ਦੇ ਰੇਟਸ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੱਲ ਕਹਿਣੀ ਚਾਹੁੰਦਾ ਜੀ, ਬਰੈਂਪਟਨ 'ਚ ਨਹੀਂ ਹਾਈ ਰੇਟ, ਸਰ ontario ਦੇ ਨਹੀਂ ਹਾਈ ਰੇਟ, ਇਹ ਸਾਰੇ ਕੈਨੇਡਾ ਤੇ ਬਰੈਂਪਟਨ ਦੇ ਵਿੱਚ ਹਾਈ ਰੇਟ ਨੇ ਜੀ। ਜੀ ਤੁਸੀਂ ਦੱਸ ਸਕਦੇ ਹੋ ਜੀ? ਬਾਕੀ ਗੱਲ ਜੀ ਗੱਲ ਕੰਪਲੀਟ ਕਰੋ ਜੀ ਤੁਸੀਂ। ਮਤਲਬ ਬਾਕੀ ਤੁਸੀਂ ਗੱਲ ਕੀਤੀ ਵੀ ਐਮਪੀਪੀ ਨੂੰ ਕਿਹਾ, ਹਾਂ ਅਸੀਂ ਕਿਹਾ ਜੀ, ਜਗਮੀਤ ਸਿੰਘ ਨੂੰ ਕਿਹਾ, ਉਹਦੇ ਬ੍ਰਦਰ ਨੂੰ ਕਿਹਾ, ਫੋਨ ਕਰਕੇ ਕਿਹਾ ਵੀ ਉਹ ਕਹਿੰਦੇ ਜਦੋਂ ਇਲੈਕਸ਼ਨ ਸੀਗੇ ਵੀ ਅਸੀਂ ਕਰਾਂਗੇ ਇਹਦੇ ਵਿੱਚ, ਪਰ ਪਤਾ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਆ ਜਾਂ ਨਹੀਂ ਕੀਤੀ, ਇਹ ਹੁਣ ਕੋਈ ਪਤਾ ਨਹੀਂ ਤੇ ਕੋਈ ਨਹੀਂ ਫਰਕ ਪੈਂਦਾ ਜੀ। ਜੀ ਤੁਹਾਨੂੰ ਲੱਗਦਾ ਕਿ ਪਟੀਸ਼ਨ ਦਾ ਕੋਈ ਅਸਰ ਹੋਏਗਾ? ਜੀ ਸ਼ਾਇਦ ਸਾਡੇ ਦਰਸ਼ਕ ਨੇ ਫੋਨ ਡਿਸਕਨੈਕਟ ਕਰ ਦਿੱਤਾ। ਪਟੀਸ਼ਨਸ ਕੀਤੀਆਂ ਜਾ ਰਹੀਆਂ ਨੇ। ਇਹਨਾਂ ਨੇ ਕਿਹਾ ਕਿ ਜਗਮੀਤ ਸਿੰਘ ਜੀ ਨੂੰ ਵੀ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਭਾਵੇਂ ਮੁੱਦਾ ਜ਼ਰੂਰ ਚੁੱਕਿਆ ਸੀ। ਜਗਮੀਤ ਸਿੰਘ ਹੋਣ ਜਾਂ ਉਹਨਾਂ ਦੇ ਬ੍ਰਦਰ ਗੁਰਰਤਨ ਸਿੰਘ ਹੋਣ, ਅਜਿਹੇ ਮੁੱਦੇ ਉਹਨਾਂ ਨੇ ਚੁੱਕੇ ਨੇ ਬਾਰ-ਬਾਰ ਇਲੈਕਸ਼ਨਸ ਦੇ ਦੌਰਾਨ, ਪ੍ਰੋਵਿੰਸ਼ੀਅਲ ਇਲੈਕਸ਼ਨਸ ਦੇ ਦੌਰਾਨ। ਪਰ ਇਸ ਵਕਤ ਸਰਕਾਰ ਕੰਜ਼ਰਵੇਟਿਵ ਪਾਰਟੀ ਦੀ ਹੈ। ਸੋ ਜੇਕਰ ਕੰਜ਼ਰਵੇਟਿਵ ਐਮਪੀ ਨਾਲ ਕਦੇ ਤੁਸੀਂ ਇਹ ਮੁੱਦਾ ਚੁੱਕਿਆ ਹੋਵੇ, ਇਹਦੇ ਬਾਰੇ ਵੀ ਸਾਨੂੰ ਗੱਲਬਾਤ ਜ਼ਰੂਰ ਕਰਿਓ। ਇਲੈਕਸ਼ਨਸ ਦੌਰਾਨ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਨੇ ਪਰ ਪੂਰੇ ਕਿੰਨੇ ਕੁ ਹੁੰਦੇ ਨੇ? ਇਹ ਸਾਰੇ ਮੁਲਕਾਂ ਦੀ ਤਰਾਸਦੀ ਹੈ ਕਿ ਰਾਜਨੀਤਿਕ ਸ਼ਖਸੀਅਤਾਂ ਇਲੈਕਸ਼ਨਸ ਦੌਰਾਨ ਵਾਅਦੇ ਤਾਂ ਬਹੁਤ ਵੱਡੇ ਕਰ ਲੈਂਦੀਆਂ ਨੇ
ਪਰ ਜਦੋਂ ਉਹਨੂੰ ਪੂਰਾ ਕਰਨ ਦੀ ਗੱਲ ਆਉਂਦੀ ਆ ਉਦੋਂ ਕਿੰਨੇ ਕੁ ਮੁਲਕਾਂ ਵਿੱਚ ਇਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਂਦਾ ਆ। ਸੋ ਇੰਸ਼ੋਰੈਂਸ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਸੀਗੇ, ਕੋਸ਼ਿਸ਼ ਕਰ ਰਹੇ ਆ ਕਿ ਜੇਕਰ ਤੁਸੀਂ ਪਟੀਸ਼ਨ ਦੇ ਉੱਤੇ ਸਾਈਨ ਕਰ ਰਹੇ ਹੋ ਤਾਂ MPPs ਤੱਕ ਇਹ ਮੁੱਦਾ ਜ਼ਰੂਰ ਪਹੁੰਚੇਗਾ। ਸੋ ਤੁਸੀਂ ਪਟੀਸ਼ਨ ਤੇ ਸਾਈਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿਟੀ ਆਫ ਬਰੈਂਪਟਨ ਦੇ ਪੇਜ ਤੇ ਜਾਓ, ਉੱਥੇ ਤੁਹਾਨੂੰ ਪੂਰੀ ਡਿਟੇਲ ਮਿਲੇਗੀ ਕਿਹੜੇ-ਕਿਹੜੇ ਮੁੱਦੇ ਇਸ ਵਕਤ ਸਿਟੀ ਆਫ ਬਰੈਂਪਟਨ ਵੱਲੋਂ ਚੱਕੇ ਜਾ ਰਹੇ ਨੇ। ਇਸ ਵਕਤ ਸਭ ਤੋਂ ਟੌਪ ਤੇ ਉੱਥੇ ਹੈਗਾ ਆ ਆਟੋ ਇੰਸ਼ੋਰੈਂਸ ਦਾ ਮੁੱਦਾ, ਦੂਸਰੇ ਨੰਬਰ ਦੇ ਉੱਤੇ ਹੈਗਾ ਹੈਲਥ ਦਾ ਮੁੱਦਾ, ਬਰੈਂਪਟਨ ਦੇ ਵਿੱਚ ਹਸਪੀਟਲ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਉਹ ਵਾਲਾ ਮੁੱਦਾ ਆ। ਸੋ ਇਸ ਵਕਤ ਆਟੋ ਨੂੰ ਲੈ ਕੇ, ਜੇਕਰ ਆਟੋ ਇੰਸ਼ੋਰੈਂਸ ਨੂੰ ਲੈ ਕੇ ਤੁਹਾਡਾ ਹੈ ਕੋਈ ਰੁਝਾਨ ਪਟੀਸ਼ਨ ਤੇ ਸਾਈਨ ਕਰਨ ਦਾ, ਤੁਸੀਂ ਇਸ ਪੇਜ ਦੇ ਉੱਤੇ ਵਿਜ਼ਿਟ ਕਰਕੇ ਸਾਈਨ ਕਰ ਸਕਦੇ ਹੋ। ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਬਰੈਂਪਟਨ ਤੋਂ ਹੀ ਬੋਲ ਰਹੇ ਹਾਂ ਜੀ। ਤੇ ਇੰਸ਼ੋਰੈਂਸ ਜੇ ਇਹ ਅਪ ਕਰਦੇ ਵੀ ਆ, ਜਿਹੜਾ ਐਕਸੀਡੈਂਟ ਆ ਜਿਹੜਾ ਕਲੇਮ ਲੈਂਦਾ ਉਹਦਾ ਇੰਸ਼ੋਰੈਂਸ ਇਹ ਅਪ ਕਰਨ। ਇਹ ਤਾਂ ਹੈ, ਪਰ ਉਹ ਕਹਿ ਰਹੇ ਨੇ ਕਿ ਜਿਹੜੇ ਇਸ ਵਕਤ ਜਿਵੇਂ ਤੁਸੀਂ ਕਿਹਾ ਕਿ ਜਿੰਨਾ ਦਾ ਹੋਵੇ, ਪਰ ਅੱਜ ਕੱਲ ਸਾਰਿਆਂ ਦਾ ਹੀ ਹੋ ਰਿਹਾ ਵਾ। ਕਿਸੇ ਦਾ ਬਿਲਕੁਲ ਕਲੀਨ ਰੈਕਡ ਹੋਵੇ, ਇੱਕ ਵੀ ਨਾ ਕਿਸੇ ਦਾ ਕੋਈ ਕੇਸ ਹੋਇਆ ਹੋਵੇ ਐਵੇਂ ਦਾ, ਸਾਰਿਆਂ ਦਾ ਹੀ ਹੋ ਰਿਹਾ ਵਾ। ਸੋ ਜੇਕਰ ਪਰੇਸ਼ਾਨ ਹੈਗੇ ਹੋ, ਪਟੀਸ਼ਨ ਤੇ ਸਾਈਨ ਜ਼ਰੂਰ ਕਰੋ। ਹਾਂਜੀ, ਨਹੀਂ ਜ਼ਰੂਰ ਕਰਾਂਗੇ। ਜਿਹੜਾ ਕੋਈ ਇਹਨੇ ਕੋਈ ਕਲੇਮ ਵੀ ਨਹੀਂ ਲਿਆ, ਲਾਇਸੈਂਸ ਵੀ ਇੰਨੇ ਕਲੀਅਰ ਆ, ਤੇ ਫਿਰ ਵੀ ਇੰਸ਼ੋਰੈਂਸ ਅਪ ਹੋਵੇ ਫਿਰ ਹਾਰਡ ਦੇਣ ਲਈ ਜਦੋਂ ਆਪਾਂ ਦਿੰਨੇ ਆ ਇੰਸ਼ੋਰੈਂਸ ਇੰਨੀ ਵੀ ਪੇਨ ਹੁੰਦੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਨ ਲਈ, ਥੈਂਕ ਯੂ ਸੋ ਮਚ। ਇੱਕ ਐਵਰੇਜ ਦੀ ਗੱਲ ਕੀਤੀ ਜਾਵੇ ਤਾਂ ਇੱਕ ਐਵਰੇਜ ਬਰੈਂਪਟੋਨੀਅਨ ਕਿੰਨੀ ਕੁ ਇੰਸ਼ੋਰੈਂਸ ਪੇ ਕਰ ਸਕਦਾ? ਤੁਸੀਂ ਇਹ ਦੇਖੋ ਕਿ ਇਸ ਵਕਤ ਜਿਹੜੇ ਨਵੇਂ ਆਏ ਸਟੂਡੈਂਟਸ ਹੋਣ ਜਾਂ ਵਿਜ਼ਟਰ ਵੀਜ਼ਾ ਵਾਲੇ ਹੋਣ, ਚਾਹੇ ਨਵੇਂ PR ਹੋਲਡਰਸ ਹੀ ਹੋਣ, ਜਿਹੜਾ ਵੀ ਇਸ ਵਕਤ ਜਿਹਦਾ ਪਿੱਛੇ ਕੋਈ ਰੈਕਟ ਨਹੀਂ ਹੈਗਾ, ਜੇਕਰ ਕਿਸੇ ਨੇ ਨਵਾਂ ਲਾਇਸੈਂਸ ਲੈਣਾ ਤਾਂ ਬਰੈਂਪਟਨ ਦੇ ਵਿੱਚ ਜਿਹੜੇ ਟੌਪ ਇਸ ਵਕਤ ਪੋਸਟਲ ਕੋਡਸ ਦੀ ਗੱਲ ਕੀਤੀ ਜਾਵੇ, ਇੰਸ਼ੋਰੈਂਸ ਰੇਟ ਸੁਣੋਗੇ ਤਾਂ ਉਹਨਾਂ ਦਾ 650 ਤੱਕ ਇੰਸ਼ੋਰੈਂਸ ਰੇਟ ਜਾ ਰਿਹਾ ਵਾ। ਸੋ ਤੁਸੀਂ ਇਹ ਦੇਖੋ ਕਿ 650 ਪਰ ਮੰਥ ਦੇ ਕੇ ਇੰਸ਼ੋਰੈਂਸ ਦਾ ਕਿਹੜਾ ਔਕਾਰ ਦੇ ਬਾਕੀ ਖਰਚੇ ਕੱਢਣਗੇ ਤੇ ਕਿਹੜੇ ਬਾਕੀ ਜਿਹੜੀ ਚੀਜ਼ਾਂ ਦੇ ਉੱਤੇ ਉਹ ਖਰਚ ਕਰ ਸਕਣਗੇ। ਸੋ ਇਸ ਵਕਤ ਇੰਸ਼ੋਰੈਂਸ ਦਾ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਹੋਇਆ। ਇੱਕ ਪਾਸੇ ਕਿਹਾ ਜਾ ਰਿਹਾ ਕਿ ਸਰਕਾਰ ਇਹਦੇ ਵਿੱਚ ਨਹੀਂ ਕੁਝ ਕਰ ਰਹੀ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਦੀ ਆਵਰਣੀ ਇੰਨੀ ਜ਼ਿਆਦਾ ਮੋਨੋਪੋਲੀ ਹੋ ਚੁੱਕੀ ਹੈ, ਆਪਦਾ ਇਹਨਾਂ ਦਾ ਇੰਨਾ ਕੁ ਜ਼ਿਆਦਾ ਅਧਿਕਾਰ ਹੋ ਚੁੱਕਿਆ ਕਿ ਸਰਕਾਰ ਵੀ ਹੱਥ ਖੜੇ ਕਰ ਚੁੱਕੀ ਹੈ। ਸੋ ਜੇਕਰ ਸਰਕਾਰ ਨੇ ਇਹਨਾਂ ਨੂੰ ਇੰਨੇ ਅਧਿਕਾਰ ਦਿੱਤੇ ਨੇ ਤਾਂ ਇਹਨਾਂ ਦੇ ਅਧਿਕਾਰਾਂ ਨੂੰ ਕੀ ਕੰਟਰੋਲ ਹੁਣ ਕਰਨਾ ਸਰਕਾਰ ਦਾ ਕੰਮ ਨਹੀਂ ਹੈ। ਹੁਣ ਦੇਖਦੇ ਹਾਂ ਜੀ ਫੈਡਰਲ ਸਰਕਾਰ ਇਸ ਵਿੱਚ ਕੀ ਕਰਦੀ ਹੈ ਕੀ ਨਹੀਂ ਕਰਦੀ। ਪਰ ਹੁਣ ਕਰੋਨਾ ਵਾਇਰਸ ਤੇ ਵੀ ਆ ਜਾਈਏ, ਅੱਜ ਓਨਟਾਰੀਓ ਦੀ ਗੱਲ ਕਰੀਏ, ਓਨਟਾਰੀਓ ਵਿੱਚ 3871 ਮਾਮਲੇ ਸਾਹਮਣੇ ਆਏ ਨੇ ਤੇ 41 ਮੌਤਾਂ ਹੋਈਆਂ ਨੇ। ਉੱਥੇ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ, ਬ੍ਰਿਟਿਸ਼ ਕੋਲੰਬੀਆ 'ਚ 874 ਮਾਮਲੇ ਸਾਹਮਣੇ ਆਏ ਨੇ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਮੇਰੀ ਮੈਂ 2 ਮਹੀਨੇ ਪਹਿਲਾਂ ਜਿਵੇਂ ਪਤਾ ਨਹੀਂ ਸੜਕ ਤੇ ਰੋਡ ਤੇ ਕੋਈ ਹੈਪਨ ਹੋਇਆ ਹੋਏਗਾ, ਰਾਈਟ ਅਗਲੇ ਪਾਸੇ 4 ਗੱਡੀਆਂ ਵੱਜੀਆਂ ਨੇ ਆਪਸ ਵਿੱਚ ਜੀ। 5ਵੀਂ ਗੱਡੀ ਮੇਰੀ ਸੀ, ਬਵੇਡ ਐਂਡ ਟੋਰਬ੍ਰਮ ਇੰਟਰਸੈਕਸ਼ਨ, ਰਾਈਟ ਜੀ। ਤੇ ਉਹ ਕੀ ਹੋਇਆ ਕਿ ਬਾਅਦ ਵਿੱਚ ਉਹ ਪਤਾ ਨਹੀਂ ਆ, ਉਹ ਗੱਡੀ ਜਿਹੜੀ ਅਗਲੇ ਪਾਸੇ ਉਹ ਕਰਬਨਾ ਵੱਜ ਕੇ ਪਿੱਛੇ ਹੋਈ ਹੈ। ਮੇਰੀ ਗੱਡੀ ਕਿੰਨੀ ਪਿੱਛੇ ਸੀ, ਰਾਈਟ ਪਾਸੇ ਵੀ ਗੱਡੀਆਂ ਸੀ, ਲੈਫਟ ਸਾਈਡ ਤੇ ਵੀ ਤੇ ਰਾਈਟ ਸਾਈਡ ਤੇ ਵੀ। ਮੈਂ ਕਿੱਧਰ ਨੂੰ ਉਹਨੂੰ ਗੱਡੀ ਨੂੰ ਕੱਢਦੀ, ਰਾਈਟ, ਉਹ ਗੱਡੀ ਵਿੱਚ ਵੱਜ ਗਈ ਜੀ। ਤੇ ਇਹ ਮੇਰੀ ਦੇਖੋ, ਤੇ ਮੇਰੀ ਇੰਸ਼ੋਰੈਂਸ ਗੱਡੀ ਲਈ ਨਵੀਂ ਇੰਸ਼ੋਰੈਂਸ ਮੇਰੀ $1450 ਮੈਨੂੰ ਇੰਸ਼ੋਰੈਂਸ ਦੇਤੀ ਉਹਨਾਂ ਨੇ। ਦੱਸੋ ਮੈਂ ਕੀ ਕਰਾਂ? ਬਿਲਕੁਲ, ਤੁਸੀਂ ਜਿਵੇਂ ਗੱਲ ਕੀਤੀ ਹੈ, ਡੈਸ਼ ਕੈਮ ਦਾ ਇਸਤੇਮਾਲ ਇੱਕ ਸਾਡੀ ਕਮਿਊਨਿਟੀ ਬਹੁਤ ਘੱਟ ਕਰਦੀ ਆ। ਡੈਸ਼ ਕੈਮ ਕਿਉਂ ਨਹੀਂ ਲਗਾਇਆ ਜਾਂਦਾ? ਡੈਸ਼ ਕੈਮ ਦਾ ਇਸਤੇਮਾਲ ਬਹੁਤ ਘੱਟ ਕਰਦੇ ਆ ਅਸੀਂ। ਡੈਸ਼ ਕੈਮ ਕਿਉਂ ਨਹੀਂ ਲਗਾਇਆ ਜਾਂਦਾ? ਤਾਂ ਕਿ ਕੱਲ ਨੂੰ ਅਜਿਹਾ ਰੱਬ ਨਾ ਕਰੇ ਕੋਈ ਵੀ ਭਾਣਾ ਵਾਪਰਨ ਦਾ ਜਾਂ ਕੋਈ ਵੀ ਕੋਸ਼ਿਸ਼ ਹੁੰਦੀ ਹੈ ਜਿਸ 'ਚ ਤੁਹਾਡਾ ਆਪਦਾ ਕੋਈ ਕਸੂਰ ਨਹੀਂ ਹੈਗਾ, ਇੱਕ ਪ੍ਰੂਫ ਤੁਹਾਡੇ ਕੋਲ ਹੋ ਸਕਦਾ ਕਿ ਤੁਹਾਡੇ ਕੋਲ ਇੱਕ ਕਸੂਰ ਤੁਹਾਡਾ ਨਹੀਂ ਸੀ। ਕਿੱਦਾਂ ਮੈਂ ਕਰ ਸਕਦੀ ਸੀ ਕਿ ਮੇਰਾ ਕਸੂਰ ਨਹੀਂਗਾ? ਮੈਂ ਉਹੀ ਕਹਿ ਰਹੀ ਹਾਂ ਨਾ ਕਿ ਡੈਸ਼ ਕੈਮ ਕਿਉਂ ਨਹੀਂ ਲਗਾਇਆ ਜਾਂਦਾ, ਕਿ ਤੁਸੀਂ ਡੈਸ਼ ਕੈਮ ਲਗਾਓ ਆਪਣੇ ਉਹਦੇ ਵਿੱਚ, ਕਾਰ ਦੇ ਵਿੱਚ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ, ਸਾਰੀ ਰਿਕਾਰਡਿੰਗ ਹੋਵੇ, ਤੁਸੀਂ ਉਹ ਪ੍ਰੂਫ ਦਿਖਾ ਸਕੋ। ਓਕੇ ਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ ਬਹੁਤ ਬਹੁਤ ਕਾਲ ਕਰਨ ਲਈ। ਡੈਸ਼ ਕੈਮ ਦੀ ਵੀ ਮੈਂ ਗੱਲ ਜ਼ਰੂਰ ਕਰਨਾ ਚਾਹੂੰਗੀ, ਕਿੰਨੇ ਕੁ ਲੋਕ ਨੇ ਆਪਣੀਆਂ ਕਾਰਾਂ ਦੇ ਵਿੱਚ ਤੁਸੀਂ ਡੈਸ਼ ਕੈਮ ਲਗਾ ਕੇ ਰੱਖਦੇ ਹੋ, ਇਹਦੇ ਬਾਰੇ ਗੱਲ ਕਰਾਂਗੇ ਜੀ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਬੇਟੇ, ਮੈਂ ਤਾਂ ਐਡਵੋਕੇਟ ਤੋਂ ਬੋਲਦਾ, ਸਰਬਤ ਬੈਂਸ ਜੀ। ਮੈਂ ਤਾਂ ਇਹ ਗੱਲ ਕਹਿਣੀ ਵੀ ਅੱਜ ਆ ਦੇਖੋ ਤੁਸੀਂ, ਜਦੋਂ ਆਸਟ੍ਰੇਲੀਆ ਵਾਲੇ ਦਾ ਹੋਰ ਕੰਟਰੀ ਕਿੰਨਿਆਂ ਨੇ ਗਵਰਨਮੈਂਟ ਇੰਡੀਆ ਨੂੰ ਭੰਡਿਆ ਹੈ, ਅੱਜ ਇੰਡੀਆ ਗਵਰਨਮੈਂਟ ਬੜੀ ਤੜਫਦੀ ਹੈ, ਲੋਕ ਬੜੇ ਜਿਹੜੇ ਬੁੱਧੀਜੀਵੀ ਤੜਫਦੇ ਹੈ। ਕਿ ਸੱਚੀ ਗੱਲ ਤੇ ਬਾਹਰ ਵਾਲੇ ਤੇ ਵੀ ਤੜਫਣ ਲੱਗ ਕੇ ਇੰਡੀਆ ਤੋਂ ਤਾਂ ਤੜਫਦੀ ਸੀ, ਜੋ ਇੰਡੀਆ ਇਹਨਾਂ 'ਚ ਉਹ ਕਰਦਾ ਹੈ
ਸੱਚੇ ਨੂੰ ਸੱਚ ਬੋਲਣ ਦੀ ਦਿੰਦੀ, ਕਿਉਂਕਿ ਜਿਹੜਾ ਬੰਦਾ ਝੂਠਾ ਹੁੰਦਾ ਹੈ ਉਹ ਸੱਚੀ ਗੱਲ ਤੋਂ ਬੜਾ ਤੜਫਦਾ ਹੈ। ਵੀ ਇਹ ਦੇਖੋ ਇਹਨਾਂ ਕਿੰਨੀ ਦੁਨੀਆ ਮਰਵਾਤੀ ਹੈ। ਇਹ ਤਾਂ ਜੀ ਕਹਿੰਦੇ ਵੀ ਇੰਨਾ ਹੰਕਾਰ ਗਿਆ, ਜਦੋਂ ਸੱਪ ਹੰਕਾਰ ਦਾ ਨਾ ਵੀ ਉਹ ਹੰਕਾਰ ਹੈ, ਉਹ ਸੱਪ ਲੋਕਾਂ ਨੂੰ ਦੱਸਦੇ ਫਿਰੀ ਜਾਂਦਾ ਉਹ ਆਪਣੀ ਮੌਤ ਭੁੱਲ ਜਾਂਦਾ ਵੀ ਮੈਨੂੰ ਵੀ ਕੋਈ ਮਾਰੂਗਾ। ਇਹ ਮੋਦੀ ਗਵਰਨਮੈਂਟ, ਮੋਦੀ ਵੀ ਆਪ ਇਹ ਹੰਕਾਰ ਹੈ, ਸੱਪ ਨੂੰ ਲੋਕਾਂ ਨੇ ਸੀਟ ਤੇ ਬਿਠਾਉਣਾ ਗੱਦੀ ਤੇ। ਦੇਖੋ ਸੱਪਾਂ ਨਾਲ ਕਦੇ ਯਾਰੀ ਲਾਈ ਭਾਵੇਂ ਚੂਹੇ ਤੋਂ ਪਿਲਾਈ, ਇਹ ਕਿਸੇ ਮਿਸਤਰੀ ਦੇ ਸੱਪ, ਇਹ ਕਿਸੇ ਦਾ ਮਿੱਤ ਨਹੀਂ, ਰਾਜਾ ਬਣ ਗਿਆ ਮਿੱਤ ਕਿਸੇ ਦਾ ਨਹੀਂ, ਤਾਜਾ ਦਾ ਮਿੱਤ ਨਹੀਂ ਹੈਗਾ ਇਹਦੇ ਨਾਲ ਪਤਾ ਨਹੀਂ ਕਿਆ ਹੋਊਗਾ ਕਿਆ ਨਹੀਂ, ਇਹਦਾ ਰੱਬੇ ਜਾਣਦਾ। ਸਾਡੇ ਭਰਾ, ਸਾਡੇ ਬੱਚੇ, ਸਾਡੇ ਮਾਤਾਵਾਂ, ਸਾਡੀਆਂ ਭੈਣਾਂ, ਤੇ ਉਹਨਾਂ ਨੂੰ ਇੰਨੇ ਨੂੰ ਇਹਨੇ ਦੁਨੀਆ ਤੋਂ ਵਿਛੋੜਤਾ। ਕਿੰਨੇ ਹਸਪੀਟਲ ਤੇ ਹਾਹਾਕਾਰ ਮਚੀ ਹੈ, ਆਕਸੀਜਨ ਦੀ ਘਾਟ ਹੈ। ਜਿਹੜਾ ਇਹ ਅਵਾਲੀਆਂ ਡਾਲੇ ਉੱਪਰ ਆਉਂਦਾ ਉਹੀ ਖਰਚੇ ਜੇ ਇੱਧਰ ਕਰਦਾ ਹੈ। ਜਿਹੜਾ ਪ੍ਰਧਾਨ ਮੰਤਰੀ ਫੰਡ 'ਚ ਇੰਨਾ ਪੈਸਾ ਪਿਆ ਹੈ, ਜਿਹੜੇ ਬੈਂਕਾਂ ਦੇ ਲੋਨ ਚੱਕਦਾ, ਇਹ ਪਬਲਿਕ ਦੇ ਲਾਉਣੇ ਚਾਹੀਦੇ ਕਿ ਇਹਨੂੰ ਆਪਣੀ ਰੈਡੀ ਦੇ ਲਿਆਉਣੇ ਚਾਹੀਦੇ ਹੈ। ਇਹ ਤਾਂ ਬਹੁਤ ਮਾੜਾ ਕੰਮ ਕਰ ਰਿਹਾ ਹੈਗਾ। ਤੁਸੀਂ ਪਬਲਿਕ ਰਿਪੋਰਟ ਦੀ ਗੱਲ ਕੀਤੀ, ਤੁਸੀਂ ਕਾਲੇ ਧਨ ਦੀ ਗੱਲ ਕੀਤੀ ਆ ਜੀ, ਤੁਸੀਂ ਕਾਲੇ ਧਨ ਦੀ ਗੱਲ ਕਰ ਰਹੇ ਹੋ। ਤੁਸੀਂ ਇਹ ਦੇਖੋ ਕਿ ਜਿਹੜੀ PM ਰਾਹਤ ਫੰਡ ਲਈ ਜਿੰਨੇ ਵੀ ਵਿਦੇਸ਼ਾਂ ਤੋਂ ਜਾਂ ਉੱਥੋਂ ਸਪੋਰਟ ਗਈ ਆ, ਜਦੋਂ RTI ਦੇ ਜ਼ਰੀਏ ਉਹਨਾਂ ਤੋਂ ਮੰਗਿਆ ਗਿਆ ਪੂਰੀ ਡਿਟੇਲ ਕਿ ਕਿੱਥੇ ਕਿੱਥੇ ਪੈਸੇ ਲੱਗੇ, ਕਿੰਨਾ ਰਾਹਤ ਫੰਡ ਦੇ ਵਿੱਚ ਪੈਸੇ ਗਏ, RTI ਨੇ ਵੀ ਡਿਟੇਲ ਦੇਣ ਤੋਂ ਮਨਾ ਕਰ ਦਿੱਤਾ। ਮੈਂ ਤੁਹਾਨੂੰ ਅੱਗੇ ਇਹੀ ਗੱਲ ਦੇਖੋ, ਤੁਸੀਂ ਜਿਹੜਾ ਬੰਦਾ ਲੋਕਾਂ ਦਾ ਪੈਸੇ ਦਾ ਹਿਸਾਬ ਦੇ ਸਕਦਾ ਉਹ ਲੋਕਾਂ ਨਾਲ ਕਿਹਾ ਪਿਆਰ ਕਰੂਗਾ ਜੀ। ਪਬਲਿਕ ਦਾ ਪੈਸਾ ਤਾਂ ਘੱਟੋ ਘੱਟ ਹਿਸਾਬ ਦੇਣਾ ਚਾਹੀਦਾ ਸੀਗਾ। ਬਿਲਕੁਲ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਇਸ ਮੁੱਦੇ ਉੱਤੇ ਵੀ ਅਸੀਂ ਕਰਾਂਗੇ ਗੱਲਬਾਤ ਵਾਪਸ ਆ ਰਹੀਆਂ ਨਾ ਖਬਰਾਂ ਦੇ ਉੱਤੇ, ਮੀਡੀਆ ਦੀ ਭੂਮਿਕਾ ਦੀ ਵੀ ਗੱਲ ਕਰਾਂਗੇ, ਇਹਦੇ ਬਾਰੇ ਵੀ ਗੱਲ ਕਰਾਂਗੇ। ਆਟੋ ਇੰਸ਼ੋਰੈਂਸ ਤੋਂ ਬਾਅਦ ਥੋੜੀ ਜਿਹੀ ਕਰੋਨਾ ਵਾਇਰਸ ਦੀ ਗੱਲ ਜ਼ਰੂਰ ਕਰ ਲਈ। ਓਨਟਾਰੀਓ ਦੀ ਗੱਲ ਕਰ ਰਹੀ ਸੀ, 3871 ਮਾਮਲੇ ਓਨਟਾਰੀਓ ਵਿੱਚ ਸਾਹਮਣੇ ਆਏ ਨੇ। ਅੱਜ ਟੋਟਲ 41 ਮੌਤਾਂ ਹੋਈਆਂ ਨੇ। BC ਦੀ ਗੱਲ ਕਰੀਏ ਤਾਂ 874 ਮਾਮਲੇ ਸਾਹਮਣੇ ਆਏ ਨੇ। ਓਨਟਾਰੀਓ ਵਾਸੀਆਂ ਲਈ ਇੱਕ ਖੁਸ਼ਖਬਰੀ ਇਹ ਹੈਗੀ ਹੈ ਕਿ ਇਸ ਵਕਤ ਓਨਟਾਰੀਓ ਦੇ ਵਿੱਚ ਅਡਲਟਸ ਯਾਨੀ ਕਿ 18 ਸਾਲ ਤੋਂ ਵੱਧ ਉਮਰ ਦੇ ਜਿੰਨੇ ਵੀ ਹੈਗੇ ਨੇ 24 ਮਈ ਤੋਂ ਬਾਅਦ ਸਾਰੇ ਹੀ ਐਲੀਜੀਬਲ ਹੋਣਗੇ ਵੈਕਸੀਨ ਦੇ ਲਈ। ਸੋ ਇਸ ਵਕਤ ਜਿੱਥੇ ਜਿੱਥੇ ਸਪੌਟਸ ਦੇ ਉੱਤੇ ਤੁਹਾਨੂੰ ਵੈਕਸੀਨ ਮਿਲ ਰਹੀ ਆ, ਖਾਸ ਤੌਰ ਤੇ ਹੌਟ ਸਪੌਟਸ ਦੇ ਵਿੱਚ ਕਈ ਫਾਰਮੇਸੀਜ਼ ਅਜਿਹੀਆਂ ਨੇ, ਹੌਟ ਸਪੌਟਸ ਦੇ ਉੱਤੇ ਕਲੀਨਿਕਸ ਅਜਿਹੇ ਬਣਾਏ ਗਏ ਨੇ ਜਿੱਥੇ 18+ ਵਾਲੇ ਆਪਣੇ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਪਰ ਇੱਥੇ ਲਿਮਿਟਿਡ ਸਪੌਟਸ ਹੈਗੀਆਂ ਨੇ। ਤੁਸੀਂ ਜਦੋਂ ਵੀ ਕੋਵਿਡ ਦੀ ਵੈਕਸੀਨ ਬੁਕਿੰਗ ਕਰਵਾਉਣੀ ਆ, ਆਨਲਾਈਨ ਜਾਓ, ਤੁਹਾਨੂੰ ਸਾਰੀਆਂ ਲੋਕੇਸ਼ਨਸ ਮਿਲ ਜਾਣੀਆਂ ਨੇ, ਇੱਥੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਤੇ ਇਸ ਤੋਂ ਬਾਅਦ ਅਗਲੀ ਖਬਰ ਤੇ ਆਉਂਦੇ ਆ ਇੰਡੀਆ ਦੇ ਵਿੱਚ ਜੋ ਹੋ ਰਿਹਾ। ਇੰਡੀਆ ਵਿੱਚ ਜੋ ਹੋ ਰਿਹਾ ਇਹਦੇ ਬਾਰੇ ਵਿੱਚ ਇੰਟਰਨੈਸ਼ਨਲ ਮੀਡੀਆ 'ਚ ਕਾਫੀ ਜ਼ਿਆਦਾ ਖਬਰਾਂ ਸਾਹਮਣੇ ਆ ਰਹੀਆਂ ਨੇ। ਭਾਰਤੀ ਮੀਡੀਆ ਚਾਹੇ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਨਹੀਂ ਕਰ ਰਿਹਾ। ਭਾਰਤੀ ਮੀਡੀਆ ਦੇ ਉੱਤੇ ਜਦੋਂ ਤੁਸੀਂ ਉੱਥੋਂ ਦੇ ਚੈਨਲਸ ਦੇ ਉੱਤੇ ਡਿਬੇਟ ਦੇਖੋਗੇ, 3 ਪ੍ਰਵਕਤਾ ਬਿਠਾਲੇ ਜਾਂਦੇ ਨੇ ਅਲੱਗ-ਅਲੱਗ ਪਾਰਟੀਆਂ ਦੇ ਉੱਤੇ, ਉਹਨਾਂ ਦੀ ਆਪਸ 'ਚ ਬਹਿਸ ਕਰਵਾਈ ਜਾਂਦੀ ਆ। ਪਰ ਕਦੇ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਚੀਜ਼ ਦਾ ਨਤੀਜਾ ਕੀ ਨਿਕਲੇਗਾ। ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰ ਲਈਏ, ਜਦੋਂ ਦਾ ਕਰੋਨਾ ਵਾਇਰਸ ਹੋਇਆ, ਇੱਕ ਵਾਰ ਵੀ ਪ੍ਰੈਸ ਕਾਨਫਰੰਸ ਕਰਕੇ ਨਾ ਤਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ, ਨਾ ਹੀ ਇਹ ਕਿਹਾ ਗਿਆ ਕਿ ਹੁਣ ਤੱਕ ਅੱਗੇ ਪਿੱਛੇ ਜੋ ਹੋ ਗਿਆ, ਅੱਗੇ ਉਹਨਾਂ ਨੇ ਕੀ ਕਰਨਾ ਆ। ਵਿਦੇਸ਼ੀ ਮੀਡੀਆ ਦੀ ਮੈਂ ਗੱਲ ਕਰਦੀ ਹਾਂ। ਵਿਦੇਸ਼ੀ ਮੀਡੀਆ ਦੇ ਵਿੱਚ ਕੀ ਖਬਰਾਂ ਸਾਹਮਣੇ ਆ ਰਹੀਆਂ ਨੇ। ਦ ਗਾਰਡੀਅਨ ਦੀ ਰਿਪੋਰਟ ਦੀ ਗੱਲ ਕਰੀਏ, ਗਾਰਡੀਅਨ ਨੇ ਆਪਣੀ ਖਬਰ ਦੇ ਵਿੱਚ ਲਿਖਿਆ ਕਿ ਡੋਨਾਲਡ ਟਰੰਪ ਦੀ ਤਰ੍ਹਾਂ ਮੋਦੀ ਕਰੋਨਾ ਦੇ ਵੱਧਦੇ ਮਾਮਲਿਆਂ ਵਿੱਚ ਰੈਲੀਆਂ ਕਰ ਰਹੇ ਸੀ। ਸੋ ਡੋਨਾਲਡ ਟਰੰਪ ਉਹਨਾਂ ਦੇ ਬਹੁਤ ਵਧੀਆ ਮਿੱਤਰ ਨੇ। ਉਹਨਾਂ ਦੇ ਨਾਲ ਕੰਪੈਰੀਜ਼ਨ ਕੀਤਾ ਗਿਆ ਕਿ ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ ਜਦੋਂ ਹਾਹਾਕਾਰ ਮਚਿਆ ਹੋਇਆ ਸੀ ਕਰੋਨਾ ਵਾਇਰਸ ਦੇ ਕਰਕੇ, ਕੇਸਿਸ ਸਾਹਮਣੇ ਆ ਰਹੇ ਸੀ, ਇੱਕ ਤਾਂ ਉਹ ਬੇਤੁਕੇ ਆਪਣੇ ਬਿਆਨ ਦੇ ਰਹੇ ਸੀ, ਦੂਜੇ ਪਾਸੇ ਰੈਲੀਆਂ ਕਰ ਰਹੇ ਸੀ। ਰੈਲੀਆਂ ਦੌਰਾਨ ਕੋਈ ਵੀ ਮਾਸਕ ਨਹੀਂ ਪਾਇਆ ਹੋਇਆ ਸੀ। ਦੂਜੇ ਪਾਸੇ ਕੀ ਕੰਮ ਕਰ ਰਹੇ ਨੇ ਨਰਿੰਦਰ ਮੋਦੀ ਕਦੇ ਪੱਛਮੀ ਬੰਗਾਲ 'ਚ ਰੈਲੀਆਂ ਕਰਦੇ ਹੋਏ ਨਜ਼ਰ ਆਏ, ਕਦੇ ਤਾਮਿਲਨਾਡੂ 'ਚ ਰੈਲੀਆਂ ਕਰਦੇ ਹੋਏ ਨਜ਼ਰ ਆਏ, ਜਿਸ ਦੌਰਾਨ ਉਹਨਾਂ ਨੇ ਵੀ ਕੋਈ ਬਹੁਤਾ ਮਾਸਕ ਨਹੀਂ ਪਾਇਆ ਹੋਇਆ ਸੀ। ਦੂਜੇ ਪਾਸੇ ਕੇਜਰੀਵਾਲ ਦੇ ਨਾਲ ਉਹਨਾਂ ਦੀ ਇੱਕ ਜਿਹੜੀ ਆ ਮੀਟਿੰਗ ਸਾਹਮਣੇ ਆਈ ਹੈ, ਜਿਹਦੇ ਵਿੱਚ 8 ਪ੍ਰਦੇਸ਼ਾਂ ਦੇ ਮੁੱਖ ਮੰਤਰੀ ਸੀ। ਉਹ ਮੀਟਿੰਗ ਦੇ ਵਿੱਚ ਇੱਕ ਆਨਲਾਈਨ ਮੀਟਿੰਗ ਹੋ ਰਹੀ ਹੈ, ਉਹਦੇ ਵਿੱਚ ਤੁਸੀਂ ਬੈਠੇ ਮਾਸਕ ਲਗਾ ਰਹੇ ਹੋ। ਕੀ ਚੀਜ਼ ਤੁਸੀਂ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਸੋ ਇਹ ਚੀਜ਼ ਨੂੰ ਲੈ ਕੇ ਵਿਦੇਸ਼ੀ ਮੀਡੀਆ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਭੰਡਿਆ। ਗਾਰਡੀਅਨ ਤੋਂ ਬਾਅਦ ਟਾਈਮਸ ਰਿਪੋਰਟ ਦੀ ਗੱਲ ਕੀਤੀ ਜਾਵੇ, ਟਾਈਮ ਮੈਗਜ਼ੀਨ ਨੇ ਲਿਖਦੀ ਆ ਕਿ ਅਮੀਰਾਂ ਨੂੰ ਆਪਣੀ ਪਹੁੰਚ ਨਾਲ ਹਸਪੀਟਲਸ ਮਿਲੇ, PM ਮੋਦੀ ਦੀ ਨਾਕਾਮੀ ਨਾਲ ਕਰੋਨਾ ਘਾਤਕ ਹੋਇਆ। ਇੱਥੇ ਪ੍ਰਧਾਨ ਮੰਤਰੀ ਮੋਦੀ ਨਾਕਾਮ ਸਾਬਿਤ ਹੋਏ ਨੇ, ਜਿਹਦੇ ਕਰਕੇ ਕਰੋਨਾ ਵਾਇਰਸ ਇੰਨਾ ਜ਼ਿਆਦਾ ਘਾਤਕ ਸਾਬਿਤ ਹੋਇਆ। ਅਮੀਰਾਂ ਨੂੰ ਉੱਥੇ ਹਸਪਤਾਲਾਂ 'ਚ ਬੈੱਡ ਮਿਲੀ ਜਾਂਦੇ ਆ, ਗਰੀਬ ਹਸਪਤਾਲਾਂ ਦੇ ਬਾਹਰ ਜਿਹੜਾ ਆ ਉੱਥੇ ਲਾਈਨਾਂ ਦੇ ਵਿੱਚ ਲੱਗਿਆ ਹੋਇਆ। ਸ਼ਮਸ਼ਾਨ ਘਾਟਾਂ ਵਿੱਚ ਉੱਥੇ ਲਾਸ਼ਾਂ ਦੇ ਅੰਤਿਮ ਸੰਸਕਾਰ ਦੀ ਵਾਰੀ ਤੱਕ ਨਹੀਂ ਆ ਰਹੀ। ਹਾਲਾਤ ਇਹ ਹੋ ਚੁੱਕੇ ਨੇ ਕਿ ਹੁਣ ਨਵੇਂ ਸ਼ਮਸ਼ਾਨ ਘਾਟ ਬਣਾਏ ਜਾ ਰਹੇ ਨੇ। ਆਰਜ਼ੀ ਤੌਰ ਤੇ ਇਹਨਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਲੋਕਾਂ ਦਾ ਸੰਸਕਾਰ ਕੀਤਾ ਜਾ ਰਿਹਾ। ਹਾਲਾਤ ਇਹ ਹੋ ਚੁੱਕੇ ਨੇ ਕਿ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਕਿੰਨੀਆਂ ਲਾਸ਼ਾਂ
ਦਿਨ ਰਾਤ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਸ ਤੋਂ ਇਲਾਵਾ ਫਰਾਂਸ ਮੀਡੀਆ ਦੀ ਗੱਲ ਕਰੀਏ, ਫਰਾਂਸ ਮੀਡੀਆ ਨੇ ਤਾਂ ਜੰਮ ਕੇ ਲਤਾੜ ਲਾਈ ਆ। ਫਰਾਂਸ ਦੀ ਮੀਡੀਆ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਰਕੇ ਦੇਸ਼ ਵਿੱਚ ਖੌਫਨਾਕ ਹਾਲਾਤ ਪੈਦਾ ਹੋ ਗਏ ਨੇ। ਉਹਨਾਂ ਨੇ ਲਿਖਿਆ ਹੈ ਕਿ ਵੈਕਸੀਨ ਐਕਸਪੋਰਟ ਕਰਨ ਦਾ ਤਾਂ ਇਹਨਾਂ ਨੇ ਕਾਫੀ ਜ਼ਿਆਦਾ ਢਿੰਡੋਰਾ ਪਾਇਆ ਸੀ, ਪਰ ਆਪਦੇ ਦੇਸ਼ ਵਿੱਚ ਆਕਸੀਜਨ ਦੀ ਕਿੰਨੀ ਕੁ ਪ੍ਰੋਡਕਸ਼ਨ ਹੈਗੀ ਹੈ ਇਹਦੇ ਬਾਰੇ ਚ ਪ੍ਰਧਾਨ ਮੰਤਰੀ ਮੋਦੀ ਖੁਦ ਨਹੀਂ ਜਾਣਦੇ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? हेलो जी, सत श्री अकाल। मैं तरसेम सिंह बोल रहा ब्रैम्पटन तो जी, दसो जी, की कहना चाਹੁੰਦੇ ਹੋ? मैं कहना इंडिया की फेलियर है, ਉੱਥੇ ਦੇ ਲੋਕ ਮੋਦੀ ਦਾ ਰੈਜ਼ਿਗਨੇਸ਼ਨ ਕਿਉਂ ਨਹੀਂ ਮੰਗਦੇ? ਇਹ ਵੀ ਤੁਹਾਨੂੰ ਦੱਸਿਆ ਜੀ, ਤੁਸੀਂ ਰੈਜ਼ਿਗਨੇਸ਼ਨ ਦੀ ਗੱਲ ਕੀਤੀ ਹੈ। ਇਸ ਵਕਤ ਟਵਿੱਟਰ ਦੇ ਉੱਤੇ ਇੰਡੀਆ ਵਿੱਚ ਸਭ ਤੋਂ ਨੰਬਰ 1 ਤੇ ਟ੍ਰੈਂਡ ਕਰ ਰਿਹਾ #ਮੋਦੀ ਰਿਜ਼ਾਈਨ। ਇਹਦੇ ਉੱਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਹਿਲਾਂ ਟਵਿੱਟਰ ਦੇ ਉੱਤੇ ਦੇ ਨਾਲ ਫੇਸਬੁੱਕ ਦੇ ਉੱਤੇ ਇਹਨੂੰ ਬੈਨ ਕਰ ਦਿੱਤਾ ਗਿਆ ਸੀ। ਜਦੋਂ ਮੋਦੀ ਸਾਹਿਬ ਦਾ ਰਿਜ਼ਾਈਨ ਮੰਗਿਆ ਗਿਆ ਤਾਂ ਇਸ ਚੀਜ਼ ਨੂੰ ਬੈਨ ਕਰ ਦਿੱਤਾ ਗਿਆ ਕਿ ਕੋਈ ਵੀ ਰਿਜ਼ਾਈਨ ਦਾ ਹੈਸ਼ਟੈਗ ਨਾ ਪਾਏ। ਜਦੋਂ ਲੋਕਾਂ ਨੇ ਹੋਰ ਜ਼ਿਆਦਾ ਰੌਲਾ ਪਾਇਆ ਤਾਂ ਟਵਿੱਟਰ ਤੇ ਫੇਸਬੁੱਕ ਨੇ ਇਹਨੂੰ ਵਾਪਸ ਲੈ ਲਿਆ ਬੈਨ ਨੂੰ। ਨਹੀਂ, ਉਸ ਦੇ ਲੋਕਾਂ ਦਾ ਬੁਰਾ ਹਾਲ ਤਾਂ ਬੌਂਕੇ ਜਾ ਰਿਹਾ ਹੈ। ਐਕਚੁਅਲੀ ਉਹ ਉਸ ਦੇਸ਼ ਦੇ ਲੋਕ ਇਹ ਕਰਨਾ ਚਾਹਣ ਤਾਂ ਕਰ ਸਕਦੇ ਆ। ਲੋਕੀ ਕੀ ਕਰ ਸਕਦੇ ਜੀ? ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਇਲੈਕਸ਼ਨਸ ਵਿੱਚ ਭੇਜਿਆ ਵਾ, ਅੱਗੇ ਕੀਤਾ ਆ। ਹੁਣ ਤੁਹਾਨੂੰ ਲੱਗਦਾ ਤੁਸੀਂ ਦੇਖਿਓ 4-5 ਮਹੀਨੇ ਬਾਅਦ ਜਿਹੜੇ ਹਾਲਾਤ ਠੀਕ ਹੁੰਦੇ ਨੇ ਤਾਂ ਤੁਸੀਂ ਦੇਖਿਓ ਅੱਗੇ ਇਲੈਕਸ਼ਨਸ ਹੋਣੀਆਂ, ਲੋਕੀ ਭੁੱਲ ਜਾਣਗੇ, ਬਹੁਤ ਛੇਤੀ ਭੁੱਲ ਜਾਂਦੇ ਨੇ ਉੱਥੇ। ਲੱਖਾਂ ਲੋਕ ਹੈ ਨਾ, ਕਦੇ ਤਾਂ ਇਹ ਸਾਰਾ ਕੁਝ ਹੋ ਰਿਹਾ ਇੱਥੇ ਇੰਡੀਆ ਦਾ ਬੁਰਾ ਹਾਲ। ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਗੱਲ ਕਰ ਰਹੇ ਸੀ ਫਰਾਂਸ ਦੇ ਮੀਡੀਆ ਦੀ। ਫਰਾਂਸ ਦੇ ਮੀਡੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਰਕੇ ਭਾਰਤ ਦੇਸ਼ ਵਿੱਚ ਇੱਕ ਖੌਫਨਾਕ ਮੰਜ਼ਰ ਬਣਿਆ ਹੋਇਆ। ਉਹਨਾਂ ਨੇ ਕਿਹਾ ਕਿ ਵੈਕਸੀਨ ਜਦੋਂ ਤੁਸੀਂ ਐਕਸਪੋਰਟ ਕੀਤੀ ਸੀ ਉਦੋਂ ਤਾਂ ਬੜਾ ਢੰਡੋਰਾ ਪਾ ਰਹੇ ਸੀਗੇ, ਅਸੀਂ ਫਲਾਣੇ ਦੇਸ਼ ਨੂੰ ਇੰਨੀ ਦੇ ਰਹੇ ਹਾਂ, ਫਲਾਣੇ ਦੇਸ਼ ਨੂੰ ਅਸੀਂ ਫ੍ਰੀ ਆਫ ਕਾਸਟ ਵੈਕਸੀਨ ਦੇ ਰਹੇ ਹਾਂ, ਜਦ ਕਿ ਖੁਦ ਦੇ ਦੇਸ਼ ਦੇ ਵਿੱਚ ਤੁਹਾਡੇ ਆਕਸੀਜਨ ਦੀ ਕੀ ਪੈਦਾਵਾਰ ਆ, ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਇਸ ਗੱਲ ਦਾ ਅੰਦਾਜ਼ਾ ਤੱਕ ਨਹੀਂ ਹੈ। ਇਸ ਤੋਂ ਇਲਾਵਾ ਸਭ ਤੋਂ ਵੱਧ ਜਿਹਨੂੰ ਲੈ ਕੇ ਭਾਰਤ ਵਿੱਚ ਵੀ ਕਾਫੀ ਜ਼ਿਆਦਾ ਬਵਾਲ ਮਚਿਆ ਉਹ ਹੈ ਆਸਟ੍ਰੇਲੀਆ ਦੀ ਮੀਡੀਆ। ਆਸਟ੍ਰੇਲੀਆ ਦੇ ਅਖਬਾਰ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਵਿੱਚ ਇੱਕ ਪੋਸਟ ਛਪੀ ਆ, ਉਹਦੇ ਵਿੱਚ ਇੱਕ ਕਾਰਟੂਨ ਬਣਿਆ ਹੋਇਆ। ਇਹ ਕਾਰਟੂਨ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ। ਕਾਰਟੂਨ ਦੇ ਵਿੱਚ ਇੱਕ ਹਾਥੀ ਬਣਾਇਆ ਹੋਇਆ, ਇਹ ਹਾਥੀ ਦੀ ਸੁੰਡ ਦੇ ਉੱਤੇ ਤਿਰੰਗਾ ਵੀ ਨਾਲ ਬਣਿਆ ਹੋਇਆ, ਜਿਹਨੂੰ ਕਿ ਇਹ ਪ੍ਰੈਡਿਕਟ ਕੀਤਾ ਗਿਆ ਕਿ ਭਾਰਤ ਵਰਗਾ ਵਿਸ਼ਾਲ ਦੇਸ਼, ਹਾਥੀ ਨੂੰ ਇੱਕ ਭਾਰਤ ਵਰਗਾ ਵਿਸ਼ਾਲ ਦੇਸ਼ ਬਣਾਇਆ ਗਿਆ ਕਿ ਭਾਰਤ ਵਰਗਾ ਵਿਸ਼ਾਲ ਦੇਸ਼ ਇਸ ਵਕਤ ਮੁੱਦੇ ਮੂੰਹ ਪਿਆ ਤੇ ਇੱਥੋਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਦੇ ਸਿੰਘਾਸਨ ਦੇ ਉੱਤੇ, ਭਾਰਤ ਦੇ ਸਿੰਘਾਸਨ ਦੇ ਉੱਤੇ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਬੈਠੇ ਨੇ। ਇੱਕ ਹੱਥ ਵਿੱਚ ਉਹਨਾਂ ਦੇ ਮਾਈਕ ਫੜਿਆ ਹੋਇਆ, ਨਾਲ ਸਿਰ ਦੇ ਉੱਤੇ ਉਹਨਾਂ ਨੇ ਕੇਸਰੀ ਪਗੜੀ ਬੰਨੀ ਹੋਈ ਆ। ਮਤਲਬ ਕਿ ਇਹ ਦਿਖਾਇਆ ਜਾ ਰਿਹਾ ਕਿ ਉਹ ਕੋਈ ਭਾਸ਼ਣ ਦੇ ਰਹੇ ਨੇ। ਸੋ ਮਤਲਬ ਕਿ ਦੇਸ਼ ਇਸ ਵਕਤ ਅਜਿਹੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਭਾਸ਼ਣ ਦਿੰਦੇ ਹੋਏ ਨਜ਼ਰ ਆ ਰਹੇ ਨੇ। ਇਹ ਸਾਰੀ ਚੀਜ਼ ਨੂੰ ਲੈ ਕੇ ਭਾਰਤ ਦਾ ਮੀਡੀਆ ਹੁਣ ਕਾਫੀ ਜ਼ਿਆਦਾ ਲਤਾੜ ਰਿਹਾ ਆਸਟ੍ਰੇਲੀਅਨ ਮੀਡੀਆ ਨੂੰ। ਉਹਨਾਂ ਦਾ ਕਹਿਣਾ ਹੈ ਕਿ ਕੋਈ ਹੱਕ ਨਹੀਂ ਬਣਦਾ ਆਸਟ੍ਰੇਲੀਆ ਦਾ ਮੀਡੀਆ ਅਜਿਹੇ ਪੋਸਟਰਸ ਅਜਿਹੇ ਕਾਰਟੂਨਸ ਛਾਪੇ। ਉਹਨਾਂ ਦਾ ਕਹਿਣਾ ਹੈ ਕਿ ਇਸ ਵਕਤ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਰਕਾਰ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਦੇਸ਼ ਵਿੱਚ ਜੋ ਵਿਗੜ ਰਹੇ ਹਾਲਾਤ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ। ਸੋ ਤੁਸੀਂ ਇਹ ਦੱਸੋ ਕਿ ਤੁਹਾਨੂੰ ਲੱਗ ਰਿਹਾ ਕਿ ਸਰਕਾਰ ਕਿਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਜੋ ਉੱਥੇ ਹਾਲਾਤ ਬਣੇ ਹੋਏ ਨੇ, ਇੱਕ ਤੁਹਾਨੂੰ ਇੱਥੇ ਪੋਸਟ ਦਿਖਾਉਂਦੇ ਆ, ਨਾਲ ਦੀ ਨਾਲ ਮੈਂ ਆਪਣੀ ਟੀਮ ਨੂੰ ਕਵਾਂਗੀ ਉਹ ਜ਼ਰੂਰ ਦਿਖਾਇਆ ਜਾਵੇ। ਐਂਬੂਲੈਂਸ ਦੀ ਜਿਹੜੀ ਟਿਕਟ ਹੈ ਦਿੱਲੀ ਦੀ ਜੀ, ਇਹ ਟਵੀਟ ਹੈਗਾ ਦਿੱਲੀ ਦੇ, ਉੱਥੇ ਟਵੀਟ ਕੀਤਾ ਗਿਆ ਕਿ ਐਂਬੂਲੈਂਸ ਦੇ ਵਾਲੇ ਇੱਕ ਜਣੇ ਨੂੰ ਲੈ ਕੇ ਜਾਣ ਲਈ ਹਜ਼ਾਰਾਂ ਰੁਪਏ ਮੰਗ ਰਹੇ ਨੇ। 4 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਸੀ ਦਿੱਲੀ ਦੇ ਵਿੱਚ, ਐਂਬੂਲੈਂਸ ਨੇ ਪੇਸ਼ੈਂਟ ਨੂੰ ਲੈ ਕੇ ਜਾਣਾ ਸੀ, ਸਿਰਫ 4 ਕਿਲੋਮੀਟਰ ਲਈ 10,000 ਰੁਪਏ ਮੰਗੇ ਗਏ। ਇੱਕ ਪੇਸ਼ੈਂਟ ਆਲਰੇਡੀ ਮਰਦਾ ਪਿਆ, ਤੁਸੀਂ ਉਹਦੇ ਲਈ ਇੰਨੇ ਜ਼ਿਆਦਾ ਪੈਸੇ ਦੀ ਮੰਗ ਕਰ ਰਹੇ ਹੋ, ਕਿੱਧਰ ਨੂੰ ਜਾ ਰਹੀ ਹੈ ਤੁਹਾਡੀ ਜ਼ਮੀਰ? ਗੱਲ ਕਰਾਂਗੇ ਇਹਦੇ ਬਾਰੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂ, ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ ਬੋਲਦੇ ਹਾਂ ਜੀ। ਜੇ ਕਹਿੰਦੇ ਹੁੰਦੇ ਮੋਦੀ ਨੂੰ ਤਾਂ ਆਪਣੇ ਵੋਟਾਂ ਦੀ ਪਈ ਉਹ ਦੁਨੀਆ ਉਧਰ ਕਿੱਦਾਂ ਜਿੱਦਾਂ ਚੌਂ ਸੂਬਿਆਂ ਦੀ ਮਗਰ ਹੁੰਦੀ, ਦੁਨੀਆ ਦਾ ਕਸੂਰ ਤਾਂ ਜਾਵੇ। ਦੁਨੀਆ ਦੇ ਜਿਹੜੇ ਮਗਰ ਕਹਿੰਦੇ ਹੁੰਦੇ ਆ ਉਹ ਮਸ਼ੀਨਾਂ ਅੱਜ ਦਿਖਾਉਂਦਾ ਸੀ ਜਿੱਥੇ ਬਟਨ ਦੱਬਦੇ ਆ, ਬਟਨਾਂ ਨਾਲ ਉਹ ਮਸ਼ੀਨਾਂ ਨਾਲ ਫੇਰ ਮੋਦੀ ਉਹੀ ਕੰਮ ਕਰਦਾ ਘਾਲੇ ਮਾਲੇ। ਮੋਦੀ ਨੂੰ ਦੁਨੀਆ ਦਾ ਤਾਂ ਹੈ ਹੀ ਨਹੀਂ, ਜਿੰਨੀ ਇਹਨੂੰ ਆਮਦਨ ਕਹਿੰਦੇ ਹੁੰਦੇ ਲੋਕਾਂ ਨੇ। ਅੱਗੇ ਜਦ ਤੱਕ ਲੋਕਡਾਊਨ ਲੱਗਾ ਸੀਗਾ ਉਦੋਂ ਇਹਨੂੰ ਥੋੜਾ ਪੈਸਾ ਇਕੱਠਾ ਹੋਣ ਕਿਹਦਾ ਇਹਨੂੰ ਸੋਚਿਆ, ਆਪਣਾ ਸੋਚਦਾ, ਆਪਣੇ ਬੁੱਤ ਵੀ ਬਣਾ ਲਿਆ, ਸਭ ਕੁਝ ਬਣਾਈ ਜਾਂਦਾ। ਜਨਤਾ ਦਾ ਕੀ ਸੋਚਿਆ? ਕਹਿੰਦੇ ਹੁੰਦੇ ਜਿਹੜੇ ਗਰੀਬ ਰੋਲਦੇ ਆ, ਸਭ ਕੁਝ ਰੋਲਦੇ ਆ, ਆਪਣਾ ਇਹਨੂੰ ਤੱਕ ਬੇੜੀ ਬਿਠਾ ਦਿੱਤੀ ਦੁਨੀਆ ਦੀ। ਕਹਿੰਦੇ ਹੁੰਦੇ ਪੰਜਾਬ ਦਾ ਇਹ ਬੇੜਾ ਬਿਠਾ ਦਿੱਤਾ ਸਵਾਲ। ਪਰ ਸਰਕਾਰ ਕਹਿ ਰਹੀ ਅਸੀਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਹਾਲਾਤਾਂ ਨੂੰ ਕਾਬੂ ਕੀਤਾ ਜਾਏ। ਜੀ, ਸ਼ਾਇਦ ਫੋਨ ਡਿਸਕਨੈਕਟ ਕਰ ਦਿੱਤਾ ਉਹਨਾਂ ਨੇ।
ਗੱਲ ਇਹੀ ਹੈ ਕਿ ਇੱਕ ਪਾਸੇ ਸਰਕਾਰ ਨੂੰ ਅਸੀਂ ਲਤਾੜ ਰਹੇ ਹਾਂ, ਪਰ ਸਾਡੀ ਆਪ ਦੀ ਕੀ ਭੂਮਿਕਾ? ਇਸ ਵਕਤ ਪੂਰਾ ਮੁਲਕ ਜੋ ਇਸ ਵਕਤ ਹਾਲਾਤਾਂ ਚੋਂ ਗੁਜ਼ਰ ਰਿਹਾ, ਭਾਰਤ ਦੀ ਗੱਲ ਕਰੀਏ, ਪੂਰੀ ਦੁਨੀਆ ਦੀ ਨਜ਼ਰ ਇਸ ਵਕਤ ਭਾਰਤ ਤੇ ਟਿਕੀ ਹੋਈ ਹੈ ਕਿ ਭਾਰਤ ਇਸ ਚੀਜ਼ ਤੋਂ ਕਿਵੇਂ ਉੱਭਰ ਕੇ ਬਾਹਰ ਆਊਗਾ। ਇੱਥੇ ਸਿਰਫ ਭਾਰਤ ਦੀਆਂ ਇਹਨਾਂ ਚੀਜ਼ਾਂ ਵੱਲ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਉੱਥੇ ਕੀ ਸਟਰਕਚਰ ਹੈਗਾ, ਕੀ ਇਨਫਰਾਸਟ੍ਰਕਚਰ ਹੈਗਾ। ਇਸ ਚੀਜ਼ ਤੇ ਵੀ ਧਿਆਨ ਦਿੱਤਾ ਜਾ ਰਿਹਾ ਕਿ ਉੱਥੋਂ ਦੇ ਲੋਕਾਂ ਦਾ ਜ਼ਮੀਰ ਇਸ ਵਕਤ ਕੀ ਇਜਾਜ਼ਤ ਦੇ ਰਿਹਾ ਉਹਨਾਂ ਨੂੰ। ਇੱਕ ਪਾਸੇ ਤੁਸੀਂ ਐਂਬੂਲੈਂਸ ਦੇ ਰੇਟ ਇੰਨੇ ਜ਼ਿਆਦਾ ਚੁੱਕ ਰਹੇ ਹੋ, ਦੂਜੇ ਪਾਸੇ ਜੇ ਤੁਸੀਂ ਗੱਲ ਕਰੋ ਗਲੋਬਲ ਨਿਊਜ਼ ਦੇ ਵਿੱਚ ਇਹ ਖਬਰ ਛਪੀ ਆ ਕਿ ਉੱਥੇ ਦਵਾਈਆਂ ਦੇ ਰੇਟ ਤਿੱਗਣੇ ਚੁਗਣੇ ਕਰਕੇ ਵੇਚੇ ਜਾ ਰਹੇ ਨੇ। ਕਾਲਾ ਬਾਜ਼ਾਰੀ ਸ਼ਰੇਆਮ ਹੋ ਰਹੀ ਹੈ ਉੱਥੇ ਦਵਾਈਆਂ ਦੀ। ਸਰਕਾਰ ਕੀ ਕਰ ਰਹੀ ਹੈ? 2 ਦੁਕਾਨਾਂ ਤੇ ਜਾ ਕੇ ਤੁਸੀਂ ਰੇਡ ਮਰਵਾ ਰਹੇ ਹੋ, ਉੱਥੇ 2 ਜਣਿਆਂ ਨੂੰ ਤੁਸੀਂ ਗ੍ਰਿਫਤਾਰ ਕਰ ਰਹੇ ਹੋ, ਉਹਨਾਂ ਦੇ ਤੁਸੀਂ ਚਲਾਨ ਕੱਟ ਰਹੇ ਹੋ। ਬਾਕੀ ਕੀ? ਆਕਸੀਜਨ ਦੇ ਸਿਲੰਡਰਸ ਦੇ ਇੱਕ ਪਾਸੇ ਲੰਗਰ ਲੱਗ ਰਹੇ ਨੇ, ਦੂਜੇ ਪਾਸੇ ਉਹਨਾਂ ਦੀ ਹੋਰਡਿੰਗ ਹੋ ਰਹੀ ਹੈ। ਸਰਕਾਰ ਇਸ ਲਈ ਕੀ ਕਰ ਰਹੀ ਹੈ? 2 ਥਾਵਾਂ ਤੇ ਛਾਪੇਮਾਰੀ ਕਰਵਾ ਦਿੱਤੀ, ਦੈਟਸ ਇਟ। ਸਰਕਾਰ ਕਿਉਂ ਨਹੀਂ ਇਸ ਵੱਲ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈਗੀ? ਜਦੋਂ ਇੱਥੇ ਕਰੋਨਾ ਵਾਇਰਸ ਦੌਰਾਨ ਹੋਰਡਿੰਗ ਹੋਣੀ ਸ਼ੁਰੂ ਹੋਈ ਸੀ, ਸਰਕਾਰ ਨੇ ਸਿੱਧਾ ਕਹਿਤਾ ਸੀ ਕਿ ਅਸੀਂ ਜੁਰਮਾਨੇ ਲਾਵਾਂਗੇ ਜੇਕਰ ਕੋਈ ਅਜਿਹਾ ਕਰੂਗਾ। ਟਾਇਲਟ ਪੇਪਰ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਤੱਕ ਜੇਕਰ ਕੋਈ ਹੋਰਡਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਕਿਸੇ ਨੇ ਦੁੱਗਣੇ ਭਾਅ ਤੇ ਵੀ ਵੇਚਣ ਦੀ ਕੋਸ਼ਿਸ਼ ਕੀਤੀ ਸੀ, ਸਰਕਾਰ ਨੇ ਉਹਨਾਂ ਤੇ ਜੁਰਮਾਨੇ ਲਾਏ ਸੀ, ਕੰਪਨੀਆਂ ਤੱਕ ਬੰਦ ਕਰ ਦਿੱਤੀਆਂ ਸੀ ਉਹ। ਉੱਥੇ ਗੱਲ ਕੀਤੀ ਜਾਵੇ ਤਾਂ ਉੱਥੇ ਸ਼ਰੇਆਮ ਇਸ ਵਕਤ ਕਾਲਾਬਾਜ਼ਾਰੀ ਹੋ ਰਹੀ ਹੈ। ਗਲੋਬਲ ਵੇਲ ਦੀ ਰਿਪੋਰਟ ਦੀ ਅਸੀਂ ਗੱਲ ਕਰੀਏ, ਗਲੋਬਲ ਨਿਊਜ਼ ਨੇ ਵੀ ਇਹ ਰਿਪੋਰਟ ਛਾਪੀ ਹੈ ਕਿ ਜਦੋਂ ਉੱਥੇ ਇਲੈਕਸ਼ਨਸ ਦੇ ਦੌਰਾਨ ਕੋਈ ਗੱਲਬਾਤ ਹੁੰਦੀ ਆ, ਉਦੋਂ ਤਾਂ ਸਰਕਾਰ ਬਹੁਤ ਖੁੱਲੇ ਗੱਫੇ ਵੰਡਣ ਦੀ ਕੋਸ਼ਿਸ਼ ਕਰਦੀ ਹੈ। ਇਸ ਵਕਤ ਜੋ ਹਾਲਾਤ ਬਣੇ ਹੋਏ ਨੇ, ਉੱਥੇ ਦਵਾਈਆਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਹਾਈਡਰੋਕਸੀਕਲੋਰੋਕੁਈਨ, ਜਿਹਨੂੰ ਕਿ ਖਾਸ ਤੌਰ ਤੇ WHO ਨੇ ਕਹਿ ਦਿੱਤਾ ਹੈ ਕਿ ਤੁਸੀਂ ਇਹਨੂੰ ਨਾ ਲਵੋ, ਕਰੋਨਾ ਵਾਇਰਸ ਦੌਰਾਨ ਇਹ ਇਫੈਕਟਿਵ ਨਹੀਂ ਹੈਗੀ। ਡਾਕਟਰਸ ਪ੍ਰਾਈਵੇਟ ਤੌਰ ਦੇ ਉੱਤੇ ਲਿਖ ਕੇ ਦੇ ਰਹੇ ਨੇ ਕਿ ਤੁਸੀਂ ਇਹ ਲੈ ਲਵੋ। ਕਈ ਵਾਰੀ ਲੋਕਾਂ ਦੇ ਕੋਲ ਹਸਪੀਟਲਸ ਤੱਕ ਜਾਣ ਦੀ ਉੱਥੇ ਪੈਸੇ ਨਹੀਂ ਹੈਗੇ, ਆਪਣੇ ਡਾਕਟਰਸ ਕੋਲ ਜਾਂਦੇ ਨੇ, ਮੁਹੱਲਾ ਕਲੀਨਿਕਸ ਦੇ ਵਿੱਚ ਜਾਂਦੇ ਨੇ। ਅਜਿਹੀਆਂ ਦਵਾਈਆਂ ਉਹਨਾਂ ਨੂੰ ਲਿਖ ਕੇ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਖਾਸ ਤੌਰ ਤੇ ਕਿਹਾ ਗਿਆ ਕਿ ਕਰੋਨਾ ਵਾਇਰਸ ਵਿੱਚ ਨਾ ਲਵੋ। ਆਮ ਵਾਇਰਸ ਦੀਆਂ ਦਵਾਈਆਂ ਉਹਨਾਂ ਨੂੰ ਲਿਖ ਕੇ ਦਿੱਤੀਆਂ ਜਾ ਰਹੀਆਂ ਨੇ, ਆਮ ਫਲੂ ਦੀਆਂ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਨੇ, ਜਿਹੜੀਆਂ ਕਿ ਤੁਸੀਂ ਓਵਰ ਦਾ ਕਾਊਂਟਰ ਜਾ ਕੇ ਲੈ ਰਹੇ ਹੋ, ਜਿਹਦੇ ਕਰਕੇ ਵੀ ਲੋਕਾਂ ਦੇ ਹਾਲਾਤ ਕਾਫੀ ਵਿਗੜ ਰਹੇ ਨੇ। ਹਸਪੀਟਲਸ ਜਾਣ ਤੋਂ ਉੱਥੇ ਲੋਕੀ ਡਰ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਵਾਰੀ ਅਸੀਂ ਹਸਪਤਾਲ ਪਹੁੰਚ ਕੇ ਅਸੀਂ ਵਾਪਸ ਨਹੀਂ ਆ ਸਕਦੇ। ਹਾਲਾਤ ਅਜਿਹੇ ਹੋਏ ਨੇ ਕਿ ਲੋਕਾਂ ਦਾ ਸਰਕਾਰ ਤੋਂ ਤਾਂ ਭਰੋਸਾ ਉੱਠਣਾ ਹੀ ਸੀ, ਮੈਡੀਕਲ ਸਿਸਟਮ ਤੋਂ ਵੀ ਭਰੋਸਾ ਉੱਠ ਚੁੱਕਿਆ। ਘਰ ਦੇ ਕਹਿ ਰਹੇ ਨੇ ਕਿ ਸਾਨੂੰ ਹਸਪੀਟਲ ਨਾ ਲੈ ਕੇ ਜਾਓ, ਇਦੋਂ ਬੈਟਰ ਹੈ ਸਾਡੀ ਸੇਵਾ ਕਰਨੀ ਹੈ ਘਰੇ ਕਰ ਲਓ, ਇਸ ਤੋਂ ਬਾਹਰ ਨਾ ਸਾਨੂੰ ਲੈ ਕੇ ਜਾਓ, ਕਿਉਂਕਿ ਇੱਕ ਵਾਰੀ ਅਸੀਂ ਹਸਪਤਾਲ ਅੰਦਰ ਦਾਖਲ ਹੋ ਗਏ, ਮੁੜ ਕੇ ਅਸੀਂ ਆਪਣੇ ਪਰਿਵਾਰ ਚ ਆਉਣ ਜੋਗੇ ਨਹੀਂ ਰਵਾਂਗੇ, ਵਾਪਸ ਸਾਨੂੰ ਤੁਸੀਂ ਅਰਥੀ ਤੇ ਹੀ ਲੈ ਕੇ ਆਓਗੇ। ਅਜਿਹੀਆਂ ਖਬਰਾਂ ਵੀ ਬਹੁਤ ਸਾਰੀਆਂ ਆ ਰਹੀਆਂ ਨੇ, ਵੀਡੀਓਜ਼ ਵੀ ਤੁਸੀਂ ਦੇਖੀਆਂ ਹੋਣੀਆਂ, ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਇੱਥੇ ਥੋੜੀ ਜਿਹੀ ਆਪਣੀ ਸੈਲੀਬ੍ਰਿਟੀਜ਼ ਦੀ ਗੱਲ ਜ਼ਰੂਰ ਕਰ ਲਈਏ। ਕਿਸਾਨ ਪ੍ਰੋਟੈਸਟ ਦੌਰਾਨ ਜਦੋਂ ਸਾਡੇ ਸੈਲੀਬ੍ਰਿਟੀਜ਼ ਦੇ ਗੱਲ ਕਰੀਏ ਤਾਂ ਉਹਨਾਂ ਨੇ ਕਾਫੀ ਕਿਹਾ ਸੀ ਕਿ ਇੰਡੀਆ ਟੂਗੈਦਰ, ਇੰਡੀਆ ਸਪੋਰਟ ਕਰੋ। ਇਸ ਵਕਤ ਫਾਰਮਰਸ ਪ੍ਰੋਟੈਸਟ ਵੇਲੇ ਜਦੋਂ ਰਿਹਾਨਾ ਨੇ ਟਵੀਟ ਕੀਤਾ, ਸਾਰੇ ਸੈਲੀਬ੍ਰਿਟੀਜ਼ ਇਕੱਠੇ ਹੋ ਗਏ ਵੀ ਸਰਕਾਰ ਨੂੰ ਤੁਸੀਂ ਕਿਵੇਂ ਬੋਲ ਸਕਦੇ ਹੋ, ਕੋਈ ਵਿਦੇਸ਼ੀ ਦਖਲਅੰਦਾਜ਼ੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅੱਜ ਜਦੋਂ ਤੁਹਾਡੇ ਖੁਦ ਦੇ ਦੇਸ਼ ਉੱਤੇ ਇਹ ਹਾਲਾਤ ਪੈਦਾ ਹੋਏ ਨੇ, ਕੋਈ ਉੱਥੇ ਵੈਕੇਸ਼ਨਸ ਤੇ ਜਾ ਰਿਹਾ ਵਾ, ਕੋਈ ਉੱਥੇ 에ਅਰਪੋਰਟਸ ਤੇ ਵੇਵ ਕਰਦਾ ਹੋਇਆ ਨਜ਼ਰ ਆ ਰਿਹਾ। ਹੁਣ ਇਸ ਵਕਤ ਬਾਲੀਵੁੱਡ ਦੇ ਸੈਲੀਬ੍ਰਿਟੀਜ਼ ਕਿੱਥੇ ਗਏ ਹੋਏ ਨੇ? ਅੱਜ ਮੈਂ ਖਬਰ ਦੇਖ ਰਹੀ ਸੀ, ਕਹਿੰਦੇ ਕਿ ਅਜੇ ਦੇਵਗਨ ਨੇ 1 ਕਰੋੜ ਰੁਪਏ BMC ਨੂੰ ਦਾਨ ਕੀਤੇ ਆ, ਬੰਬੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਾਨ ਕੀਤੇ ਆ, ਤਾਂ ਕਿ ਸਿਲੰਡਰ ਜਿਹੜੇ ਆਕਸੀਜਨ ਦੇ ਲਿਆਂਦੇ ਜਾ ਸਕਣ। ਇਸ ਵਕਤ ਲਤਾੜੇ ਜਾ ਰਹੇ ਨੇ ਤਾਂ ਇਹਨਾਂ ਨੂੰ ਚੇਤਾ ਵੀ ਆ ਰਿਹਾ ਕਿ ਕੀ ਕਰਨਾ ਕੀ ਨਹੀਂ ਕਰਨਾ। ਬਾਕੀ ਦੇ ਸੈਲੀਬ੍ਰਿਟੀਜ਼ ਦੀ ਗੱਲ ਕਰੀਏ, ਕਰਨ ਜੌਹਰ, ਹੋਰ ਸੈਲੀਬ੍ਰਿਟੀਜ਼ ਨੇ, ਉਂਝ ਤਾਂ ਬਹੁਤ ਉਸ ਵੇਲੇ ਕਿਹਾ ਜਾ ਰਿਹਾ ਸੀ ਜਦੋਂ ਰਿਹਾਨਾ ਨੇ ਕਿਸਾਨ ਪ੍ਰੋਟੈਸਟ ਦੇ ਦੌਰਾਨ ਟਵੀਟ ਕੀਤਾ ਸੀ, ਸਭ ਨੂੰ ਬਹੁਤ ਜ਼ਿਆਦਾ ਲੱਗਿਆ ਸੀ ਕਿ ਸਾਡੇ ਦੇਸ਼ ਦੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਹੁਣ ਤੁਹਾਡੇ ਦੇਸ਼ ਦਾ ਮਾਮਲਾ ਆ, ਹੁਣ ਤਾਂ ਤੁਸੀਂ ਅੱਗੇ ਆ ਕੇ ਕਰੋ, ਕੀ ਸਪੋਰਟ ਕਰ ਰਹੇ ਹੋ ਤੁਸੀਂ ਆਪਣੇ ਦੇਸ਼ ਦੀ। ਉੱਥੇ ਵਿਦੇਸ਼ਾਂ ਤੋਂ ਗੱਲ ਕਰੀਏ, ਵਿਦੇਸ਼ਾਂ ਤੋਂ ਸਾਰੇ ਲੋਕੀ ਇਕੱਠੇ ਹੋ ਰਹੇ ਨੇ, ਕ੍ਰਿਕਟਰਸ ਕੀ, ਸੈਲੀਬ੍ਰਿਟੀਜ਼ ਕੀ, ਹਰ ਕੋਈ ਇਸ ਵਕਤ ਇਸ ਗੱਲ ਨੂੰ ਲੈ ਕੇ ਕਹਿ ਰਿਹਾ ਕਿ ਸਟੇ ਸਟਰੋਂਗ ਇੰਡੀਆ। ਹੈਸ਼ਟੈਗਸ ਚੱਲ ਰਹੇ ਨੇ। ਨਿਆਗਰਾ ਫਾਲ ਦੀ ਗੱਲ ਕਰੀਏ, ਕੱਲ ਨੂੰ 9:30 ਤੋਂ ਲੈ ਕੇ 10 ਵਜੇ ਤੱਕ ਸ਼ਾਮ ਨੂੰ ਨਿਆਗਰਾ ਫਾਲ ਦੇ ਉੱਤੇ ਭਾਰਤੀ ਤਿਰੰਗਾ ਬਣਾਇਆ ਗਿਆ, ਸਿਰਫ ਇਹ ਸਪੋਰਟ ਦਿਖਾਉਣ ਲਈ ਕਿ ਪੂਰੀ ਦੁਨੀਆ ਇਸ ਵਕਤ ਭਾਰਤ ਦੇ ਨਾਲ ਆ। ਪੂਰੀ ਦੁਨੀਆ ਭਾਰਤ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹਨੂੰ ਲੈ ਕੇ ਚਿੰਤਿਤ ਆ। ਪਰ ਕੀ ਇਸ ਵਕਤ ਭਾਰਤ ਦੇ ਆਪਣੇ ਲੋਕ ਆਪਣੀ ਸਰਕਾਰ ਨੂੰ ਲੈ ਕੇ ਚਿੰਤਿਤ ਹੈ? ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬੋਲਣਾ ਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਇਹਦਾ ਫੇਲ ਸਟੇਟ ਹੈ ਜੀ, ਉੱਥੇ ਤੁਹਾਨੂੰ ਪਤਾ ਵੀ ਇੱਕ ਜਿਹੜਾ ਕੋਈ ਇਹਨਾਂ ਦੇ ਵਿਰੁੱਧ ਬੋਲਦਾ, ਇੱਕ ਜੱਜ ਸੀਗਾ, ਉਹਨੂੰ ਉਹਦੀ ਮਰਵਾਤਾ, ਇੱਕ ਰਿਪੋਰਟਰ ਸੀਗੀ, ਇੱਕ ਉਹ ਮਰਵਾਤੀ। ਇਹਦਾ ਬਦਮਾਸ਼ੀ ਟੋਲਾ ਇਹਦਾ ਬੇੜਾ ਕਰ ਦਿੱਤਾ ਇਹਨਾਂ ਨੇ ਨਾ, ਉੱਥੇ ਕੋਈ ਹੈ ਨਹੀਂ ਸੋਲੂਸ਼ਨ ਕੋਈ ਵੀ। ਓਕੇ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਨਿਆਗਰਾ ਫਾਲ ਦੀ ਗੱਲ ਕਰ ਰਹੇ ਸੀ ਤੁਸੀਂ, ਜਿਵੇਂ ਕੁਲਦੀਪ ਜੀ ਗੱਲ ਕੀਤੀ ਆ ਤੁਸੀਂ ਉੱਥੇ ਕਿ ਜਿਹੜੇ ਰਿਪੋਰਟਰ ਨੇ ਬੋਲਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਦੇ ਮਰਡਰ ਤੱਕ ਹੋ ਚੁੱਕੇ ਨੇ। ਗੌਰੀ ਲੰਕੇਸ਼ ਦੀ ਗੱਲ ਕਰ ਲਈਏ ਜਾਂ ਕਈ ਅਜਿਹੇ ਪੱਤਰਕਾਰ ਰਹੇ ਨੇ ਜਿਨ੍ਹਾਂ ਨੇ ਸਟਿੰਗਸ ਕਰਨ ਦੀ ਕੋਸ਼ਿਸ਼ ਕੀਤੀ ਆ। ਤੁਸੀਂ ਇਹ ਦੇਖੋ ਕਿ ਜਦੋਂ ਤੋਂ ਸਰਕਾਰ ਹੋਂਦ ਵਿੱਚ ਆਈ ਆ, ਕੀ ਕੋਈ ਸਟਿੰਗ ਆਪਰੇਸ਼ਨ ਹੋਇਆ?
ਜਰਨਲਿਜ਼ਮ ਦੇ ਵਿੱਚ ਇਹ ਵੀ ਇੱਕ ਟਰਮ ਹੁੰਦੀ ਹੈ, ਇਹ ਵੀ ਇੱਕ ਬੀਟ ਹੁੰਦੀ ਹੈ ਸਟਿੰਗ ਆਪਰੇਸ਼ਨ ਦੀ, ਜਿਹਦੇ ਵਿੱਚ ਤੁਸੀਂ ਕੋਈ ਨਾ ਕੋਈ ਰਿਵੀਲ ਕਰਦੇ ਹੋ ਕਿ ਕੀ ਹੋ ਰਿਹਾ, ਕੋਈ ਘੋਟਾਲੇ ਦਾ ਪਤਾ ਲੱਗਦਾ, ਕੋਈ ਐਵੇਂ ਦਾ ਪਰਦਾਫਾਸ਼ ਹੁੰਦਾ। ਵੱਡੇ ਵੱਡੇ ਚੈਨਲਸ ਇਸ ਵਕਤ ਉੱਥੇ ਹੈਗੇ ਨੇ ਜਿਹੜੇ ਸਰਕਾਰ ਦੀ ਗੁਲਾਮੀ ਕਰਦੇ ਹੋਏ ਨਜ਼ਰ ਆ ਰਹੇ ਨੇ। ਕੀ ਇਸ ਵਕਤ ਉਹਨਾਂ ਨੇ ਕੋਈ ਵੀ ਅਜਿਹਾ ਸਟਿੰਗ ਕੀਤਾ ਜੋ ਐਡੀ ਵੱਡੀ ਕਾਲਾ ਬਾਜ਼ਾਰੀ ਹੋ ਰਹੀ ਹੈ? ਕੀ ਕਦੇ ਉਹਨਾਂ ਨੇ ਇਹ ਮੁੱਦਾ ਚੁੱਕਿਆ ਕਿ ਜਿਹੜੇ ਕਾਲੇ ਧਨ ਦੇ ਤੁਸੀਂ ਇੰਨੇ ਰੌਲੇ ਪਾਏ ਹੋਏ ਸੀ ਕੀ ਇਹ ਵਾਪਸ ਆ ਗਿਆ? ਬਾਬਾ ਰਾਮਦੇਵ ਦੀ ਗੱਲ ਕਰੀਏ, ਉਦੋਂ ਤਾਂ ਬਹੁਤ ਕਿਹਾ ਜਾ ਰਿਹਾ ਸੀ ਕਿ ਪੈਟਰੋਲ 30 ਰੁਪਏ ਤੇ ਆ ਜਾਊਗਾ, ਜੇਕਰ ਤੁਸੀਂ ਚਾਹੁੰਦੇ ਹੋ ਕਿ 30 ਰੁਪਏ ਤੇ ਪੈਟਰੋਲ ਵਾਪਸ ਆ ਜਾਵੇ, ਮਹਿੰਗਾਈ ਘੱਟ ਹੋ ਜਾਵੇ ਤਾਂ ਤੁਸੀਂ ਬੀਜੇਪੀ ਦੀ ਸਰਕਾਰ ਨੂੰ ਵੋਟਾਂ ਪਾਓ। ਹੁਣ ਇਸ ਵੇਲੇ ਕਿੱਥੇ ਨੇ ਬਾਬਾ ਰਾਮਦੇਵ? ਗੱਲ ਇਹ ਹੈ ਕਿ ਇਸ ਵਕਤ ਦੇਸ਼ ਨੂੰ ਲੁੱਟਣ ਲਈ ਹਰ ਕੋਈ ਲੱਗਿਆ ਹੋਇਆ, ਪਰ ਦੇਸ਼ ਲਈ ਹੱਥ ਅੱਗੇ ਵਧਾਉਣ ਲਈ ਕੌਣ ਲੱਗਿਆ ਹੋਇਆ, ਮਦਦ ਕੌਣ ਕਰ ਰਿਹਾ? ਵਿਦੇਸ਼ਾਂ 'ਚ ਵਸਦੇ ਭਾਰਤੀ ਅਜੇ ਵੀ ਕੰਸਰਨਡ ਹੈਗੇ ਆ। ਇਹ ਗੱਲਬਾਤ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? हाँ जी, मैं एडवेंचर तो बोल रहा जी। मैं तो ये गल करते हैं भी देखो जो जो हो रहा इंडिया भाई पहला तो जो इन्हें पाकिस्तान में दवाई भेजी वैक्सीनेशन किन्ना पटिया भी पाकिस्तान भेजी फ्री जो हम पाकिस्तान कहना भी मैं मदद करता है औखे टाइम तो बंदा दुश्मन भी दुश्मन से काम आऊंगा भी गुरु साहब ने देख लो मुक्तसर साहब को पानी भी पिलाया दुश्मनों दुश्मन भी हुण भी रखदा है जे टाइम ਤਾਂ ਦੁਸ਼ਮਣ ਨੂੰ ਦੁਸ਼ਮਣ ਨਹੀਂ ਸਮਝਣਾ ਚਾਹੀਦਾ, ਦੁਸ਼ਮਣ ਦਾ ਸਾਥ ਦੇਣਾ ਚਾਹੀਦਾ ਹੈ। ਠੀਕ ਹੈ, ਇਹ ਇੱਕ ਬੰਦੇ ਦੀ ਦੁਸ਼ਮਣ ਨਹੀਂ ਹੈਗੀ। ਇਹਦਾ ਇਹ ਦੂਜੀ ਗੱਲ ਇਹ ਹੈ ਵੀ ਜਿਹੜਾ ਇਹ ਹੈ ਉਹ ਹੈ ਇਹਦੇ ਨਾਲ ਉਹ ਰਲ ਗਿਆ ਅਮਿਤ ਸ਼ਾਹ, ਕਿਉਂਕਿ ਇਹ ਦੋਵੇਂ ਕਾਤਲ ਹੈ। ਕਿਉਂਕਿ ਉਹਨੂੰ ਤਾਂ ਅਮਿਤ ਸ਼ਾਹ ਨੂੰ ਤਾਂ ਤਲੀ ਪਾਰ ਕੱਢਿਆ ਵਾ, ਇਹ ਫੇਰ ਗੁਜਰਾਤ ਲੈ ਗਿਆ ਪ੍ਰਸਿੱਧ ਤੇ ਇਹ ਜਿਹੜਾ ਕਿੰਨੇ ਮੁਸਲਮਾਨ ਮਲਵਾਏ ਹੈ ਅੱਗੇ ਪਹਿਲਾਂ ਤੁਹਾਨੂੰ ਪਤਾ ਹੀ ਹੈ ਦੰਗੇ ਕਰਾ ਕੇ ਕਤਲੇਆਮ ਕਰਾਈ ਗੁਜਰਾਤ ਵਿੱਚ। ਹੁਣ ਇਹੋ ਜਿਹੇ ਬੰਦੇ ਦੇ ਕਿਆ ਭਰੋਸਾ ਕਰ ਸਕਦੇ ਆ ਆਪਾਂ ਵੀ ਬਾਕੀ ਕਹਿੰਦਾ ਵੀ ਮੈਂ ਸਾਡੇ ਮੁੱਖ ਵਿੱਚ ਕੋਈ ਦਖਲ ਨਾ ਲਵੇ ਬਾਹਰ ਦਾ। ਤੇ ਹੁਣ ਜਦ ਫਸ ਗਈ ਤੇ ਫਿਰ ਹੁਣ ਕਿੱਧਰ ਹਵਾ ਨਿਕਲ ਗਈ ਤੇ ਹੁਣ ਸਾਰੇ ਬਹੁਤ ਭੰਡਦੇ ਆ। ਹੁਣ ਕਿਆ ਜਵਾਬ ਦਊਗਾ? ਸ਼ੁਕਰੀਆ ਜੀ, ਸ਼ੁਕਰੀਆ ਜੀ, ਪਰਮਾਤਮਾ ਜਾਣੇ। ਓਕੇ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਕੈਰੇਗਰੀ ਤੋਂ ਬੋਲਦਾ ਮੈਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਬਾਬੇ ਰਾਮਦੇਵ ਦੀ ਗੱਲ ਕਰ ਲਈਏ। ਇਹ ਤਾਂ ਕਈ ਦਵਾਈਆਂ ਦੇ ਚਰਬੀ ਫੜੀ ਗਈ ਆ ਬੰਦਿਆਂ ਦੀ, ਜਿਹਦਾ ਲਾਸ਼ਾਂ ਵੱਧਦੀਆਂ ਹੁੰਦੇ ਨੇ ਚਰਬੀ ਕੱਢ ਕੇ ਚੇਲੇ ਵਰ ਕੇ ਲਿਆਉਂਦੇ ਹੁੰਦੇ ਸੀ ਮਾਫ ਕਰਨਾ। ਤੁਹਾਨੂੰ ਵੀ ਪਤਾ ਹੋਣਾ ਇਸ ਚੀਜ਼ ਦਾ। ਗਊਆਂ ਦਾ ਪਿਸ਼ਾਬ ਇਹਨੇ ਪਾ ਕੇ ਲੋਕਾਂ ਨੂੰ ਪਿਆਤਾ। ਬਾਕੀ ਬੀਜੇਪੀ ਦਾ ਬੰਦਾ ਜੀ ਇਹ ਇਹਨਾਂ ਨੂੰ ਤਾਂ ਕੁਛ ਨਹੀਂ ਕਹਿਣਾ। ਇਹਦੀਆਂ ਆਪਣੇ ਦਵਾਈਆਂ ਜਿਹੜੀਆਂ ਬਹੁਤ ਜ਼ਿਆਦਾ ਫੜੀਆਂ ਗਈਆਂ। ਬਾਕੀ ਦੂਸਰੀ ਤੁਸੀਂ ਨਰਿੰਦਰ ਮੋਦੀ ਦੀ ਗੱਲ ਕਰ ਲਓ, ਬੈਠੇ ਬਿਆਨ ਥਾਪਣੇ ਵੱਡੇ ਵੱਡਿਆਂ ਨੇ। ਲੋਕਾਂ ਦਾ ਦੇਖੋ ਕੀ ਹਾਲ ਆ ਉੱਥੇ। ਸਾਨੂੰ ਦੇਖ ਕੇ ਇਹਦੀ ਨਿਊਜ਼ ਦੇਖਦੇ ਆ ਨਾ ਸ਼ਾਮ ਨੂੰ, ਥੋੜਾ ਪ੍ਰੋਗਰਾਮ ਜਿਹੜਾ ਚੱਲਦਾ ਇੰਡੀਆ ਤੋਂ ਲਾਈਵ ਬਰਾਡਕਾਸਟਿੰਗ ਹੁੰਦੇ ਨੇ, ਦੇਖ ਕੇ ਰੋਣ ਆਉਂਦਾ ਜੋ ਲੋਕਾਂ ਦਾ ਬੁਰਾ ਹਾਲ ਹੋ ਰਿਹਾ। ਇਹ ਜਿਹੜੇ ਵੱਡੇ ਵੱਡੇ ਲੀਡਰ ਨੇ ਨਾ, ਕਾਲਾ ਬਾਜ਼ਾਰੀ ਜਿਹੜੀ ਤੁਸੀਂ ਕਿਹਾ ਹੋ ਰਹੀ ਆ, ਇਹਨਾਂ ਦੇ ਬੰਦੇ ਕਰਾ ਰਹੇ ਆ। ਮਗਰ ਮੱਛੂ ਤਾਂ ਫੜਦੇ ਨਹੀਂ, ਤੇਰੇ ਮੇਰੇ ਵਰਗੇ ਨੂੰ ਫੜ ਕੇ ਮੜਾ ਜਿਹਾ ਕਹਿੰਦਾ ਫੜ ਲਿਆ। ਮੱਕੀ ਤਾਂ ਇਹਨਾਂ ਨੂੰ ਨਾ ਮੈਂ ਤਾਂ ਕਹਿੰਦਾ ਅਸੀਂ ਵਾਲੇ ਪਾਸੇ ਹੋ ਜਾਣਾ ਚਾਹੀਦਾ, ਜੋ ਦੁਨੀਆ ਦੇ ਗੁਰੂ ਮਹਾਰਾਜ ਭਲੀ ਕਰੇ ਜੀ, ਤੰਦਰੁਸਤੀ ਬਖਸ਼ੇ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਟੀਵੀ ਦੀ ਆਵਾਜ਼ ਨੂੰ ਘੱਟ ਕਰਕੇ ਗੱਲ ਕਰਿਓ ਜੀ। ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਮੈਂ ਆਪਣੇ ਦਰਸ਼ਕ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਡੋਮਿਨੋਜ਼ ਪੀਜ਼ਾ। ਸੌਰੀ, ਤੁਸੀਂ ਸ਼ਾਇਦ ਗਲਤ ਨੰਬਰ ਤੇ ਕਾਲ ਕਰ ਲਿਆ। ਤੁਸੀਂ ਨੈਕਸਟ ਕਾਲਰ ਲੈ ਸਕਦੇ ਆ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? जी सत श्री अकाल जी, जगतरी तो मैं बोल रही हूँ जी। अमरजीत कौर है मेरा नाम। दसो जी की कहना चाहते हो? सत श्री अकाल। हाँ जी बेटे, मैं ये कहना चाह रही थी कि मतलब दिल्ली ਦੇ ਵਿੱਚ ਸਾਡੀ ਸਿੱਖ ਸੰਗਤ ਬੜੀ ਹੈਲਪ ਕਰ ਰਹੀ ਹੈ ਲੋਕਾਂ ਦੀ, ਤੇ ਉਸ ਦੇ ਵਿੱਚ ਕੋਈ ਇਹ ਵੀ ਨਹੀਂ ਦੇਖ ਰਿਹਾ ਕਿ ਕੋਈ ਹਿੰਦੂ ਹੈ, ਕੋਈ ਸਿੱਖ ਹੈ ਜਾਂ ਕਿਸ ਮਜ਼ਹਬ ਦਾ ਹੈ। ਬਿਲਕੁਲ। ਤੇ ਉਹ ਸਾਰੇ ਮਤਲਬ ਸਾਰੇ ਲੋਕ ਹਰ ਇੱਕ ਦੀ ਹੱਥੋਂ ਹੱਥੀ ਦੇਖਿਆ ਕਿ ਮਦਦ ਕਰ ਰਹੇ ਹੈਗੇ ਨੇ। ਤੇ ਮੈਂ ਇਹ ਦੇਖ ਰਹੀ ਹੈਗੀ, ਮੈਂ ਚਾਹੁੰਦੀ ਸੀਗੀ ਕਿ ਆਪਣੇ ਇਸ ਹਮਦਰਦ ਚੈਨਲ ਦੇ ਉੱਤੇ ਵੀ ਇਹ ਚੀਜ਼ ਦਿਖਾਈ ਜਾਏ ਕਿ ਕਿਸ ਤਰ੍ਹਾਂ ਸਿੱਖ ਸੰਗਤ ਮਤਲਬ ਜਾਨ ਤੋੜ ਕੇ ਮਦਦ ਕਰ ਰਹੀ ਹੈ ਲੋਕਾਂ ਦੀ। ਜੀ ਸਾਰੇ ਹੀ ਕਰ ਰਹੇ ਇਸ ਵਕਤ। ਬਿਲਕੁਲ ਜੀ, ਸ਼ੁਕਰੀਆ ਜੀ। ਮੈਂ ਚਾਹਾਂਗੀ ਕਿ ਤੁਸੀਂ ਵੀ ਥੋੜਾ ਜਿਹਾ ਇਹ ਦਿਖਾਓ ਜੀ। ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਥੈਂਕ ਯੂ ਸੋ ਮਚ। ਸੋ ਦਰਸ਼ਕ ਆਪਣੀਆਂ ਕਾਲਸ ਰੱਖ ਰਹੇ ਨੇ, ਆਪਣੇ ਵਿਚਾਰ ਰੱਖ ਰਹੇ ਨੇ। ਸੋ ਗੱਲ ਹੋ ਰਹੀ ਹੈ ਇਸ ਵਕਤ ਭਾਰਤ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਤਾਂ ਅਮਰੀਕਾ ਨੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਸਾਡੇ ਦੇਸ਼ ਦਾ ਅੰਦਰੂਨੀ ਮਾਮਲਾ ਤਾਂ ਬੋਲੋ ਨਾ ਜਦੋਂ ਫਾਰਮਰਸ ਪ੍ਰੋਟੈਸਟ ਦੇ ਬਾਰੇ ਵਿੱਚ ਬੋਲਿਆ ਜਾਂਦਾ, ਪਰ ਜਦੋਂ ਮਦਦ ਲਈ ਹੱਥ ਅੱਗੇ ਵਧਾਉਂਦੇ ਨੇ ਪੂਰਾ ਮੁਲਕ ਇਸ ਵਕਤ ਜਿਹੜੀ ਤਰਾਸਦੀ ਤੋਂ ਗੂੰਜ ਰਿਹਾ, ਵੱਖ-ਵੱਖ ਦੇਸ਼ ਦੇਖ ਰਹੇ ਨੇ
ਭਾਰਤ ਦੇ ਲੋਕਾਂ ਲਈ ਸਭ ਨੂੰ ਸਹਾਨੁਭੂਤੀ ਹੈਗੀ ਆ। US ਦੀ ਗੱਲ ਕਰੀਏ, ਅਮਰੀਕਾ ਨੇ ਕਿਹਾ ਹੈ ਕਿ ਉਹ 100 ਮਿਲੀਅਨ ਤੋਂ ਵੱਧ ਦੀ ਇਸ ਵਕਤ ਸਪੋਰਟ ਭਾਰਤ ਨੂੰ ਭੇਜ ਰਿਹਾ ਹੈ, ਜਿਹਦੇ ਵਿੱਚ 1000 ਆਕਸੀਜਨ ਸਿਲੰਡਰਸ, 1 ਲੱਖ ਦੇ ਕਰੀਬ N9 ਜਿਹੜੇ ਮਾਸਕ ਨੇ N95, ਇਹਦੇ ਨਾਲ ਹੀ 9,60,000 ਰੈਪਿਡ ਡਾਇਗਨੋਸਟਿਕ ਟੈਸਟ ਜਿਹੜੀਆਂ ਕਿਟਸ ਨੇ ਉਹ ਭੇਜੀਆਂ ਜਾ ਰਹੀਆਂ ਨੇ। ਸੋ ਇਸ ਵਕਤ US ਵੀ ਪੂਰੀ ਮਦਦ ਕਰ ਰਿਹਾ। US ਆਪਣੇ ਕੁਝ ਡਾਕਟਰਸ ਦੀ ਟੀਮ ਵੀ ਉੱਥੇ ਭੇਜ ਰਿਹਾ, ਪ੍ਰੋਫੈਸ਼ਨਲਸ ਦੀ ਟੀਮ ਭੇਜ ਰਿਹਾ, ਤਾਂ ਕਿ ਕਰੋਨਾ ਵਾਇਰਸ ਦੀ ਸਥਿਤੀ ਨੂੰ ਉੱਥੇ ਦੇਖਿਆ ਜਾਵੇ, ਜਾਂਚਿਆ ਜਾਵੇ, ਇਹਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਇੱਥੇ ਭਾਰਤੀ ਮੀਡੀਆ ਦੇ ਨਾਲ ਅਸੀਂ ਗੱਲ ਵੀ ਕਰਾਂਗੇ। ਮੈਂ ਤੁਹਾਨੂੰ ਗੱਲ ਕੀਤੀ ਸੀ ਕਿ ਐਂਬੂਲੈਂਸ ਦੀਆਂ ਕੀਮਤਾਂ ਜਿਹੜੀਆਂ ਵਧਾਈਆਂ ਜਾ ਰਹੀਆਂ ਨੇ, 4 ਕਿਲੋਮੀਟਰ ਜਾਣ ਲਈ 10-10 ਹਜ਼ਾਰ ਰੁਪਏ ਮੰਗੇ ਜਾ ਰਹੇ ਨੇ। ਤਾਂ ਉੱਥੇ ਭੋਪਾਲ ਦੇ ਵਿੱਚ ਇੱਕ ਆਟੋ ਡਰਾਈਵਰ ਹੈ ਜਿਹਦਾ ਨਾਮ ਹੈ ਜਾਵੇਦ ਖਾਨ। ਉਹਨੇ ਜਦੋਂ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਦੇਖੀਆਂ ਕਿ ਲੋਕੀ ਆਕਸੀਜਨ ਲਈ ਤੜਪਦੇ ਪਏ ਨੇ, ਲੋਕਾਂ ਨੇ ਆਪਣੇ ਜਿਹੜੇ ਬਿਸਤਰ ਤੱਕ ਤਿਆਗ ਦਿੱਤੇ, ਛੱਡ ਦਿੱਤੇ ਆ। ਇੱਕ ਉੱਥੇ 82 ਸਾਲ ਦੇ ਬਜ਼ੁਰਗ ਦੀ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਹੈ, ਜਿਨ੍ਹਾਂ ਨੇ ਆਪਣਾ ਬੈੱਡ ਕਿਸੇ ਨੌਜਵਾਨ ਪੇਸ਼ੈਂਟ ਲਈ ਛੱਡ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਉਮਰ ਪੂਰੀ ਭੋਗ ਚੁੱਕਿਆ ਵਾਂ, ਜੇਕਰ ਕਿਸੇ ਦੀ ਜ਼ਿੰਦਗੀ ਬਚਦੀ ਹੈ ਤਾਂ ਉਹਨਾਂ ਦੀ ਜ਼ਿੰਦਗੀ ਬਚਾਈ ਜਾਵੇ। ਉੱਥੇ ਭੋਪਾਲ ਦੇ ਇਸ ਆਟੋ ਡਰਾਈਵਰ ਨੇ, ਜਾਵੇਦ ਖਾਨ ਨੇ, ਆਪਣੇ ਆਟੋ ਦੇ ਵਿੱਚ ਕਿਤੋਂ ਨਾ ਕਿਤੋਂ ਕਹਿੰਦਾ ਮੈਂ ਜੁਗਾੜ ਕੀਤਾ ਤੇ ਆਕਸੀਜਨ ਦਾ ਸਿਲੰਡਰ ਲਿਆਂਦਾ। ਮੈਂ ਹਮੇਸ਼ਾ ਕੋਸ਼ਿਸ਼ ਕਰ ਰਿਹਾ ਵਾਂ ਕਿ ਆਪਣੇ ਆਟੋ ਵਿੱਚ ਇੱਕ ਤਰੀਕੇ ਨਾਲ ਐਮਰਜੈਂਸੀ ਰੂਮ ਬਣਾ ਲਾਂ, ਜਿਹਨੂੰ ਵੀ ਲੋੜ ਹੈਗੀ ਆ ਇਸ ਆਟੋ ਡਰਾਈਵਰ ਦੇ, ਤੁਸੀਂ ਆਟੋ ਵਿੱਚ ਬੈਠ ਕੇ ਆਕਸੀਜਨ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਇਹ ਦੇਖੋ, ਇੱਕ ਦਿਹਾੜੀਦਾਰ ਆ, ਉੱਥੇ ਲੋਕਡਾਊਨ ਚੱਲਦਾ ਪਿਆ, ਇਹ ਨਹੀਂ ਪਤਾ ਕਿ ਕਿੱਥੋਂ ਉਹ ਕਮਾ ਰਿਹਾ ਹੋਣਾ, ਆਕਸੀਜਨ ਸਿਲੰਡਰ ਉਹਨੂੰ ਸਹੀ ਮਿਲ ਰਿਹਾ ਹੋਣਾ, ਫ੍ਰੀ 'ਚ ਮਿਲ ਰਿਹਾ ਹੋਣਾ, ਜਾਂ ਉਹਨੂੰ ਬਲੈਕ ਦੇ ਵਿੱਚ ਮਿਲ ਰਿਹਾ ਹੋਣਾ। ਕਿੱਥੋਂ ਇਹਦੇ ਪੈਸੇ ਅਰੇਂਜ ਕਰ ਰਿਹਾ ਹੋ, ਆਪਣੇ ਆਟੋ ਨੂੰ ਚਲਾਉਣ ਲਈ ਕਿੱਥੋਂ ਪੈਟਰੋਲ ਦੇ ਪੈਸੇ ਲੈ ਕੇ ਆ ਰਿਹਾ ਹੋ। ਇੱਕ ਗਰੀਬ ਹੋਣ ਦੇ ਬਾਵਜੂਦ ਉਹ ਕਿਸ ਤਰੀਕੇ ਨਾਲ ਲੋਕਾਂ ਦੀ ਹੈਲਪ ਕਰ ਰਿਹਾ। ਉੱਥੇ ਉਹ ਲੋਕ ਵੀ ਨੇ ਜਿਹੜੇ ਦਵਾਈਆਂ ਦੀ ਕਾਲਾਬਾਜ਼ਾਰੀ ਕਰ ਰਹੇ ਨੇ, ਜਿਹੜੇ ਆਕਸੀਜਨ ਸਿਲੰਡਰਸ ਦੀ ਕਾਲਾਬਾਜ਼ਾਰੀ ਕਰ ਰਹੇ ਨੇ। ਅਜਿਹੇ ਲੋਕਾਂ ਬਾਰੇ ਤੁਸੀਂ ਕੀ ਕਹੋਗੇ? ਪੂਰੀ ਦੁਨੀਆ ਦੀਆਂ ਇਸ ਵਕਤ ਨਿਗਾਹ ਟਿਕੀ ਹੋਈ ਹੈ, ਨਾ ਸਿਰਫ ਭਾਰਤ ਦੇ ਹਾਲਾਤਾਂ ਦੇ ਉੱਤੇ, ਬਲਕਿ ਭਾਰਤੀ ਲੋਕਾਂ ਦੇ ਜ਼ਮੀਰ ਦੇ ਉੱਤੇ ਵੀ। ਸੋ ਇੱਥੇ ਥੋੜੀ ਜਿਹੀ ਵਿਦੇਸ਼ਾਂ ਦੀ ਵੀ ਗੱਲ ਕਰ ਲਈਏ। ਵਿਦੇਸ਼ਾਂ ਤੋਂ ਵੀ ਲੋਕ ਇਸ ਵਕਤ ਪੂਰੀ ਹੈਲਪ ਕਰ ਰਹੇ ਨੇ, ਫਾਈਨੈਂਸ਼ੀਅਲ ਤੌਰ ਤੇ ਨਹੀਂ, ਬਾਕੀ ਗੱਲਾਂ ਦੇ ਵਿੱਚ ਵੀ। ਉਂਝ ਵੀ ਬਹੁਤ ਸਾਰੇ ਅਸੀਂ ਜਿਹੜੇ ਸਾਡੇ ਇਸ ਵਕਤ ਦਰਸ਼ਕ ਦੇਖ ਰਹੇ ਨੇ, ਸਾਰਿਆਂ ਦੇ ਰਿਸ਼ਤੇਦਾਰ ਇੰਡੀਆ ਦੇ ਵਿੱਚ ਹੋਣੇ ਆ। ਜਦੋਂ ਵੀ ਕਿਸੇ ਨੂੰ ਕੋਈ ਕਾਲ ਆਉਂਦੀ ਹੈ, ਇਹੀ ਡਰ ਲੱਗਿਆ ਰਹਿੰਦਾ ਕਿ ਕੋਈ ਵੀ ਅਣਸੁਖਾਵੀਂ ਗੱਲ ਨਾ ਹੋਵੇ। ਰਾਤ ਨੂੰ ਕਿਸੇ ਦਾ ਕਾਲ ਵੱਜਦੀ ਹੈ ਜਾਂ ਸਵੇਰ ਨੂੰ ਕਿਸੇ ਦਾ ਫੋਨ ਆਉਂਦਾ, ਇਹੀ ਹਰ ਕੋਈ ਸੋਚਦਾ ਹੈ ਕਿ ਸੁੱਖ ਹੋਵੇ, ਕੋਈ ਅਜਿਹੀ ਖਬਰ ਨਾ ਸੁਣਨ ਨੂੰ ਮਿਲ ਜੇ। ਸੋ ਇਸ ਵਕਤ ਸਭ ਇਹੀ ਨਿਗਾਹ ਦੇ ਵਿੱਚ ਟਿਕੇ ਹੋਏ ਨੇ ਕਿ ਜੇਕਰ ਸਾਡੇ ਰਿਸ਼ਤੇਦਾਰ ਨੂੰ ਕੁਝ ਹੋ ਗਿਆ, ਅਸੀਂ ਇੱਥੇ ਬੈਠੇ ਕਿਵੇਂ ਇੰਤਜ਼ਾਮ ਕਰ ਸਕਦੇ ਹਾਂ, ਕਿਸ ਨੂੰ ਹੈਲਪ ਲਈ ਭੇਜ ਸਕਦੇ ਹਾਂ। ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ। ਇੱਥੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪੇਜਸ ਬਣੇ ਹੋਏ ਨੇ ਇੰਡੀਅਨ ਕਮਿਊਨਿਟੀਜ਼ ਤੇ, ਇੱਕ ਜਣਾ ਮੈਸੇਜ ਕਰਦਾ ਕਿ ਮੇਰਾ ਫਲਾਣਾ ਰਿਸ਼ਤੇਦਾਰ ਦਿੱਲੀ ਦੇ ਵਿੱਚ ਬਿਮਾਰ ਪਿਆ, ਜਾਂ ਮੇਰਾ ਫਲਾਣਾ ਰਿਸ਼ਤੇਦਾਰ ਪੰਜਾਬ ਦੇ ਵਿੱਚ ਬਿਮਾਰ ਪਿਆ, ਉਹਨਾਂ ਨੂੰ ਹੈਲਪ ਨਹੀਂ ਮਿਲ ਰਹੀ, ਕੀ ਕੀਤਾ ਜਾਵੇ। ਹਜ਼ਾਰਾਂ ਉਹਨਾਂ ਦੇ ਵਿੱਚ ਰਿਪਲਾਈਜ਼ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਤੁਸੀਂ ਫਲਾਣੇ ਬੰਦੇ ਕੋਲ ਜਾਓ, ਫਲਾਣੇ ਨਾਲ ਕੰਟੈਕਟ ਕਰੋ, ਜਾਂ ਫਲਾਣੀ ਸੰਸਥਾ ਦੇ ਨਾਲ ਕੰਟੈਕਟ ਕਰੋ। ਤੁਹਾਡੀ ਜਗ੍ਹਾ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਆ, ਜਾਂ ਤੁਹਾਡੀ ਜਗ੍ਹਾ ਤੋਂ ਸਿਰਫ 5 ਕਿਲੋਮੀਟਰ ਦੀ ਦੂਰੀ ਤੇ ਆ। ਪੂਰੀ ਡਿਟੇਲ 'ਚ ਉਹਨਾਂ ਨੂੰ ਦਿੱਤੀ ਜਾਂਦੀ ਆ, ਪੂਰੀ ਜੋ ਵੀ ਉਹਦੇ ਵਿੱਚ ਡਿਟੇਲ ਦੇਣੀ ਹੁੰਦੀ ਆ। ਤੁਸੀਂ ਇਹ ਦੇਖੋ ਕਿ ਇੱਥੇ ਬੈਠੇ ਲੋਕ ਵੀ ਜਿਹੜੇ ਨੇ ਕਿਸ ਤਰੀਕੇ ਨਾਲ ਸਪੋਰਟ ਕਰ ਰਹੇ ਨੇ, ਜਿਨ੍ਹਾਂ ਨੂੰ ਜਿੰਨੀ ਕੁ ਨੌਲੇਜ ਹੈਗੀ ਆ ਹਰ ਕੋਈ ਕਰ ਰਿਹਾ। ਇੱਥੇ ਸੋਸ਼ਲ ਮੀਡੀਆ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਨਾ ਬਣਦਾ ਹੈ, ਕਿਉਂਕਿ ਸੋਸ਼ਲ ਮੀਡੀਆ ਨੇ ਇੱਥੇ ਬਹੁਤ ਵੱਧ ਚੜ ਕੇ ਹੈਲਪ ਲਈ ਅੱਗੇ ਆਈ ਹੈ। ਕੋਈ ਵੀ ਖਬਰ ਹੁੰਦੀ ਹੈ ਅੱਗ ਦੀ ਤਰ੍ਹਾਂ ਇਸ ਵਕਤ ਸੋਸ਼ਲ ਮੀਡੀਆ ਤੇ ਫੈਲ ਰਹੀ ਹੈ। ਕਿਸੇ ਨੂੰ ਕੋਈ ਆਕਸੀਜਨ ਦੀ ਲੋੜ ਹੈਗੀ ਆ, ਸੋਸ਼ਲ ਮੀਡੀਆ ਤੇ ਲੋਕੀ ਸਰਚ ਮਾਰਦੇ ਆ ਕਿ ਕਿਹੜੀ ਇਸ ਵਕਤ ਵੈਬਸਾਈਟ ਤੇ ਅਸੀਂ ਜਾ ਕੇ ਦੇਖ ਸਕਦੇ ਹਾਂ। ਸੋਸ਼ਲ ਮੀਡੀਆ ਉੱਤੇ ਅਨੇਕ ਗਰੁੱਪਸ ਬਣੇ ਹੋਏ ਆ, ਕੋਈ ਕਿਸੇ ਨੂੰ ਲੋੜ ਹੁੰਦੀ ਹੈ ਨਾਲ ਦੀ ਨਾਲ ਦੱਸ ਦਿੱਤਾ ਜਾਂਦਾ ਕਿ ਤੁਸੀਂ ਇੱਥੇ ਪਹੁੰਚੋ, ਤੁਹਾਨੂੰ ਇੱਥੇ ਫ੍ਰੀ ਆਫ ਕਾਸਟ ਹੈਲਪ ਪ੍ਰੋਵਾਈਡ ਕਰਵਾਈ ਜਾਊਗੀ। ਕਿਸੇ ਦੇ ਉੱਤੇ ਕੋਈ ਜ਼ਿਆਦਾ ਚਾਰजेस ਲੱਗ ਰਿਹਾ, ਉਹਦੇ ਲਈ ਤੁਸੀਂ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਰਹੇ ਹੋ, ਉਹਦੇ ਉੱਤੇ ਐਕਸ਼ਨ ਲਿਆ ਜਾ ਰਿਹਾ। ਸੋ ਇਸ ਵਕਤ ਸੋਸ਼ਲ ਮੀਡੀਆ ਕਾਫੀ ਵਧੀਆ ਭੂਮਿਕਾ ਨਿਭਾ ਰਿਹਾ। ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਹੈਗੇ ਹੋ, ਤੁਸੀਂ ਇੱਕ ਗੱਲ ਜ਼ਰੂਰ ਹੈ, ਜੇਕਰ ਕਿਸੇ ਨੂੰ ਕੋਈ ਵੀ ਤੁਸੀਂ ਸਪੋਰਟ ਕਰਨੀ ਆ, ਜਾਂਚ ਕੇ, ਪਰਖ ਕੇ, ਆਪਣੇ ਭਰੋਸੇ ਦੇ ਉੱਤੇ ਫਿਰ ਤੁਸੀਂ ਸਪੋਰਟ ਕਰਿਓ, ਕਿਉਂਕਿ ਇਹਦੇ ਵਿੱਚ ਖਾਣ ਵਾਲੇ ਵੀ ਘੱਟ ਨਹੀਂ ਹੈਗੇ। GoFundMe ਪੇਜ ਬਣਾਏ ਜਾਂਦੇ ਨੇ, ਉਹਨਾਂ ਵਿੱਚ ਕਪਲੇ ਹੁੰਦੇ ਨੇ। ਸੋ ਇਸ ਵਕਤ ਕਰੋਨਾ ਵਾਇਰਸ ਦਾ ਫਾਇਦਾ ਚੁੱਕ ਕੇ ਵੀ ਕਪਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਵਧਾਨ ਰਹੋ ਇਹਨਾਂ ਕਪਲਿਆਂ ਤੋਂ। ਹਮਦਰਦ ਮੀਡੀਆ ਗਰੁੱਪ ਸਾਡੀ ਸਾਰੀ ਟੀਮ ਇੱਕ ਅਪੀਲ ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹੁੰਦੀ ਹੈ, ਜੇਕਰ ਤੁਸੀਂ ਭਾਰਤ ਵਿੱਚ ਕਿਸੇ ਦੀ ਵੀ ਮਦਦ ਕਰਨਾ ਚਾਹੁੰਦੇ ਹੋ, ਆਪਣੇ ਰਿਸ਼ਤੇਦਾਰਾਂ ਜਾਂ ਆਪਣੀ ਪਰਿਵਾਰ ਦੇ ਥਰੂ ਹੀ ਮਦਦ ਕਰਿਓ। ਬਹੁਤ ਸਾਰੀਆਂ ਸੰਸਥਾਵਾਂ ਅਜਿਹੀਆਂ ਨੇ ਜਿਹੜੀਆਂ ਕਿ ਖਾਸ ਤੌਰ ਤੇ ਕਰੋਨਾ ਵਾਇਰਸ ਵਿੱਚ ਇੱਕਦਮ ਪੈਦਾ ਹੋ ਗਈਆਂ ਨੇ। ਇਹ ਨਹੀਂ ਪਤਾ ਪਹਿਲਾਂ, ਜਿਨ੍ਹਾਂ ਦਾ ਕੋਈ ਹਿਸਟਰੀ ਨਹੀਂ ਸੀ, ਕੋਈ ਕੁਝ ਨਹੀਂ ਪਤਾ ਸੀ। ਸੋ ਇਸ ਲਈ ਕਿਸੇ ਨੂੰ ਵੀ ਤੁਸੀਂ ਪੈਸੇ ਦੇਣੇ ਆ, ਦਾਨ ਦੇਣਾ ਆ, ਸੋਚ ਸਮਝ ਕੇ ਆਪਣੇ ਪਰਿਵਾਰਾਂ ਦੇ ਜ਼ਰੀਏ ਦਿਓ। ਪਹਿਲਾਂ ਉਹਦੀ ਪੂਰੀ ਪੁਸ਼ਟੀ ਕਰ ਲਵੋ ਕਿ ਕੀ ਇਹ ਸੱਚੀ ਹੈ, ਕਿ ਇਹਨਾਂ ਨੂੰ ਮਦਦ ਵਾਕਈ ਲੋੜ ਚਾਹੀਦੀ ਹੈ। ਬਹੁਤ ਸਾਰੇ ਲੋਕ ਇਸ ਵਕਤ ਸੁਣਨ ਦੇ ਵਿੱਚ ਆ ਰਹੇ ਆ ਕਿ ਇਸ ਦੇ ਨਾਮ ਦੇ ਉੱਤੇ ਵੀ ਠੱਗੀ ਕਰ ਰਹੇ ਨੇ, ਕਰੋਨਾ ਵਾਇਰਸ ਦੇ ਨਾਮ ਤੇ। ਸੋ ਕੋਸ਼ਿਸ਼ ਕਰਿਓ, ਜੇਕਰ ਕਿਸੇ ਨੂੰ ਪੈਸੇ ਡੋਨੇਟ ਕਰਨਾ ਵੀ ਚਾਹੁੰਦੇ ਹੋ, ਆਕਸੀਜਨ ਦਾ ਸਿਲੰਡਰ ਕਿਸੇ ਇੱਕ ਨੂੰ ਵੀ ਆਪਾਂ ਮੁਹੱਈਆ ਕਰਵਾ ਦਈਏ, ਇਹ ਵੀ ਬਹੁਤ ਵੱਡੀ ਗੱਲ ਹੈ, ਪਰ ਮੁਹੱਈਆ ਉਹਨਾਂ ਨੂੰ ਕਰਵਾਇਓ ਜਿਨ੍ਹਾਂ ਨੂੰ ਵਾਕਈ ਇਸ ਦੀ ਲੋੜ ਹੈ।
ਅਗਲੀ ਖਬਰ ਵੱਲ ਵਧਦੇ ਹਾਂ ਜੀ। ਆਸਟ੍ਰੇਲੀਅਨ ਮੀਡੀਆ ਤੋਂ ਬਾਅਦ ਜਿਹੜੀ ਅਗਲੀ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਆਪਾਂ ਗੱਲ ਕੀਤੀ ਸੀ ਨਿਆਗਰਾ ਫਾਲ ਦੀ, ਕਿ ਨਿਆਗਰਾ ਫਾਲ ਤਾਂ ਖੜਾ ਹੋਇਆ ਹੀ ਹੈ ਭਾਰਤ ਦੇ ਲਈ, ਵਿਦੇਸ਼ਾਂ ਤੋਂ ਹੋਰ ਵੀ ਬਹੁਤ ਸਾਰੇ ਲੋਕ ਖੜੇ ਹੋਏ ਨੇ। ਆਸਟ੍ਰੇਲੀਆ ਵਿੱਚ ਲੋਕਾਂ ਨੇ ਵਿਜਲਸ ਕੱਢੀਆਂ ਨੇ, ਇਹਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਗੱਲ ਕੀਤੀ ਹੈ ਕਿ ਫਰਾਂਸ ਦੇ ਮੀਡੀਆ ਨੇ ਵੀ ਕਾਫੀ ਜ਼ਿਆਦਾ ਭਾਰਤ ਨੂੰ ਲਤਾੜਿਆ। ਫਰਾਂਸ ਦੇ ਮੀਡੀਆ ਦਾ ਕਹਿਣਾ ਹੈ ਕਿ ਤਰਾਸਦੀ ਜੋ ਇਸ ਵਕਤ ਭਾਰਤ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਹਦਾ ਜ਼ਿੰਮੇਵਾਰ ਸਿਰਫ ਅਤੇ ਸਿਰਫ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਜਿਨ੍ਹਾਂ ਦੀ ਸਰਕਾਰ ਦੀ ਨਾਕਾਮੀ ਦੇ ਕਰਕੇ ਇਸ ਵਕਤ ਭਾਰਤ ਵਿੱਚ ਅਜਿਹੇ ਹਾਲਾਤ ਬਣੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਪਹਿਲੀ ਵੇਵ ਦੇ ਉੱਤੇ ਤੁਸੀਂ ਪੂਰੀ ਤਰ੍ਹਾਂ ਕੰਟਰੋਲ ਪਾ ਲਿਆ ਸੀ। ਇੱਕ ਪਾਸੇ ਤੁਸੀਂ ਕਹਿ ਰਹੇ ਸੀ ਕੇਸਿਸ ਲਗਭਗ ਡਾਊਨ ਹੋ ਚੁੱਕੇ ਨੇ, ਆ ਨਹੀਂ ਰਹੇ। ਅਜਿਹੇ ਵਿੱਚ ਤੁਸੀਂ ਕ੍ਰਿਕਟ ਦੇ ਮੈਚ ਕਰਵਾ ਰਹੇ ਹੋ, ਕੁੰਭ ਦੇ ਮੇਲੇ ਤੁਸੀਂ ਕਰਵਾ ਰਹੇ ਹੋ, ਉੱਥੇ ਤੁਸੀਂ ਧਾਰਮਿਕ ਥਾਵਾਂ ਤੇ ਜਾਣ ਦੀਆਂ ਇਜਾਜ਼ਤਾਂ ਦੇ ਰਹੇ ਹੋ, ਵੱਡੀਆਂ ਰੈਲੀਜ਼ ਨੂੰ ਤੁਸੀਂ ਆਰਗੇਨਾਈਜ਼ ਕਰ ਰਹੇ ਹੋ। ਜੇਕਰ ਭਾਰਤ ਵਿੱਚ ਕਰੋਨਾ ਵਾਇਰਸ ਦੀ ਇਹ ਦੂਸਰੀ ਵੇਵ ਆਈ ਹੈ ਤੇ ਇੰਨੀ ਖਤਰਨਾਕ ਵੇਵ ਆਈ ਹੈ, ਇਹਦੀ ਜ਼ਿੰਮੇਦਾਰ ਸਰਕਾਰ ਵੀ ਹੈ। ਉਧਰ ਸੁਪਰੀਮ ਕੋਰਟ ਦੀ ਗੱਲ ਕੀਤੀ ਜਾਵੇ, ਸੁਪਰੀਮ ਕੋਰਟ ਨੇ ਵੀ ਸਰਕਾਰ ਨੂੰ ਲਤਾੜ ਲਗਾਈ ਹੈ। ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੀ ਸਰਕਾਰ ਤੁਹਾਨੂੰ ਬਾਰ-ਬਾਰ ਗੁਹਾਰ ਲਗਾ ਰਹੀ ਹੈ ਕਿ ਸਾਨੂੰ ਇੰਨੇ ਟਨ ਆਕਸੀਜਨ ਦੀ ਜ਼ਰੂਰਤ ਹੈ, ਤੁਸੀਂ ਉਹਨਾਂ ਨੂੰ ਪੂਰੀ ਸਪਲਾਈ ਨਹੀਂ ਕਰ ਰਹੇ, ਪਰ ਜਿਹੜੇ ਰਾਜਾਂ ਨੇ ਘੱਟ ਆਕਸੀਜਨ ਦੀ ਮੰਗ ਕੀਤੀ ਹੈ ਉਹਨਾਂ ਨੂੰ ਤੁਸੀਂ ਵੱਧ ਆਕਸੀਜਨ ਪ੍ਰੋਵਾਈਡ ਕਰਵਾ ਰਹੇ ਹੋ। ਸਰਕਾਰ ਨੂੰ ਕਿਹਾ ਕਿ ਤੁਸੀਂ ਇਹ ਕਾਣੀ ਵੰਡ ਕਿਉਂ ਕਰ ਰਹੇ ਹੋ। ਹੁਣ ਤੁਹਾਨੂੰ ਇੱਥੇ ਕੀ ਲੱਗਦਾ ਕਿ ਸਰਕਾਰ ਇੱਥੇ ਵੀ ਰਾਜਨੀਤੀ ਕਰ ਰਹੀ ਹੈ? ਕੀ ਤੁਹਾਨੂੰ ਲੱਗਦਾ ਕਿ ਰਾਜਨੀਤੀ ਤੇ ਚੱਲਦਿਆਂ ਸਰਕਾਰ ਜਿਹੜੀ ਆ ਅਜਿਹੇ ਪ੍ਰਦੇਸ਼ਾਂ ਨੂੰ ਪੂਰਾ ਇਕਵਿਪਮੈਂਟਸ, ਪੂਰੀਆਂ ਆਕਸੀਜਨ ਮੁਹੱਈਆ ਨਹੀਂ ਕਰਵਾ ਰਹੀ ਕਿਉਂਕਿ ਉੱਥੇ ਉਹਨਾਂ ਦੀ ਸਰਕਾਰ ਨਹੀਂ ਹੈ, ਜਾਂ ਫਿਰ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ ਬਲਕਿ ਆਪਣੇ ਆਪ ਹੋ ਗਿਆ? ਸੋ ਇਹਦੇ ਬਾਰੇ ਵੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਨਾਲ ਦੀ ਨਾਲ ਅਸੀਂ ਅਗਲੀ ਖਬਰ ਤੇ ਆਈਏ। ਅਗਲੀ ਖਬਰ ਇਹ ਹੈ ਕਿ ਸਿਰਫ ਭਾਰਤ ਹੀ ਨਹੀਂ ਬਲਕਿ ਕੈਨੇਡਾ ਵਿੱਚ ਵੀ ਹਸਪੀਟਲ ਦੇ ਵਿੱਚ ਆਕਸੀਜਨ ਖਤਮ ਹੋ ਰਹੀ ਹੈ ਕਰੋਨਾ ਵਾਇਰਸ ਦੇ ਪੇਸ਼ੈਂਟਸ ਦੇ ਲਈ। ਖਬਰ ਹੈ ਟੋਰਾਂਟੋ ਤੋਂ। ਟੋਰਾਂਟੋ ਦੇ ਮਾਈਕਲ ਮੈਰਨ ਹਸਪੀਟਲ ਦੀ ਗੱਲ ਕਰ ਲਈਏ। ਇੱਥੇ 10 ਕਰੋਨਾ ਵਾਇਰਸ ਦੇ ਪੇਸ਼ੈਂਟ ਦੂਸਰੇ ਹਸਪੀਟਲ 'ਚ ਐਡਮਿਟ ਕਰਵਾਏ ਗਏ ਨੇ। ਉੱਥੋਂ ਦੇ ਸਟਾਫ ਨੇ ਵੀ ਮੰਨਿਆ ਕਿ ਸਾਡੇ ਕੋਲ ਇਸ ਵਕਤ ਆਕਸੀਜਨ ਪੂਰੀ ਹੈ, ਅਸੀਂ ਇਸ ਤੋਂ ਵੱਧ ਕਰੋਨਾ ਵਾਇਰਸ ਦੇ ਪੇਸ਼ੈਂਟਸ ਨਹੀਂ ਲੈ ਸਕਦੇ। ਸਾਡੇ ਕੋਲ ਆਲਰੇਡੀ ਜਿੰਨੇ ਕੁ ਪੇਸ਼ੈਂਟਸ ਹੈਗੇ ਨੇ ਉਹਨਾਂ ਦੇ ਲਈ ਸਾਨੂੰ ਇਹ ਸੋਚਣਾ ਪੈ ਰਿਹਾ ਕਿ ਇਹਨਾਂ ਦੇ ਲਈ ਜੇ ਕੱਲ ਨੂੰ ਹੋਰ ਹੋ ਗਈ ਇਹਨਾਂ ਦੀ ਤਬੀਅਤ ਖਰਾਬ, ਆਕਸੀਜਨ ਦਾ ਪ੍ਰਬੰਧ ਕਿੱਥੋਂ ਕਰਨਾ ਆ। ਸੋ ਉਹਨਾਂ ਨੇ ਕਿਹਾ ਕਿ ਅਸੀਂ 10 ਪੇਸ਼ੈਂਟਸ ਜਿਹੜੇ ਨੇ ਉਹਨਾਂ ਨੂੰ ਦੂਸਰੇ ਹਸਪੀਟਲ 'ਚ ਐਡਮਿਟ ਕਰਵਾਇਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 7 ਸਰਜਰੀਜ਼ ਅਸੀਂ ਪੋਸਟਪੋਨ ਕੀਤੀਆਂ ਨੇ ਜਿਹੜੀਆਂ ਕਿ ਐਮਰਜੈਂਸੀ ਸੀ। ਆਕਸੀਜਨ ਦੀ ਗੱਲ ਕਰੀਏ, ਅਸੀਂ ਭਾਰਤ ਦੀ ਤਾਂ ਗੱਲ ਹੀ ਕਰ ਰਹੇ ਹਾਂ, ਇੱਥੇ ਕੈਨੇਡਾ ਦੇ ਵਿੱਚ ਵੀ ਇਹੀ ਹਾਲਾਤ ਬਣਦੇ ਜਾ ਰਹੇ ਨੇ ਜੇਕਰ ਅਸੀਂ ਕੰਟਰੋਲ ਨਹੀਂ ਕੀਤਾ। ਕੰਟਰੋਲ ਕਰਨਾ ਕਿੰਨਾ ਨੇ ਆ? ਬ੍ਰੈਂਪਟਨ ਦੀ ਗੱਲ ਕਰ ਲਈਏ ਤਾਂ ਬ੍ਰੈਂਪਟਨ ਦੇ ਵਿੱਚ 14 ਜਣਿਆਂ ਨੂੰ ਹਾਊਸ ਪਾਰਟੀ ਕਰਦੇ ਹੋਏ ਫੜਿਆ ਗਿਆ। $880 ਦੀ ਟਿਕਟ ਹਰ ਪਰਸਨ ਨੂੰ ਦਿੱਤੀ ਗਈ ਹੈ। ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਇੱਥੇ ਕਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਨੇ। ਭਾਰਤ ਵਿੱਚ ਤਾਂ ਅਸੀਂ ਬੜੀ ਜਲਦੀ ਸਰਕਾਰ ਨੂੰ ਬਲੇਮ ਕਰ ਰਹੇ ਹਾਂ ਕਿ ਸਰਕਾਰ ਕੁਛ ਨਹੀਂ ਕਰ ਰਹੀ, ਸਰਕਾਰ ਕੁਛ ਵੀ ਲਾਗੂ ਨਹੀਂ ਕਰ ਰਹੀ, ਸਰਕਾਰ ਪ੍ਰੋਪਰ ਇਕਵਿਪਮੈਂਟਸ ਨਹੀਂ ਪਹੁੰਚਾ ਰਹੀ। ਇੱਥੇ ਤਾਂ ਸਰਕਾਰ ਸਾਰਾ ਕੁਝ ਕਰ ਰਹੀ ਆ। ਸਰਕਾਰ ਨੇ ਇੱਥੇ ਲਾਕਡਾਊਨ ਵੀ ਕੀਤਾ, ਸਰਕਾਰ ਨੇ ਸਟੇ ਐਟ ਹੋਮ ਦੇ ਆਰਡਰ ਵੀ ਦਿੱਤੇ ਨੇ, ਸਰਕਾਰ ਨੇ ਇਹ ਵੀ ਕਿਹਾ ਕਿ ਬਾਹਰਲੇ ਲੋਕਾਂ ਨੂੰ ਘਰ 'ਚ ਨਾ ਬੁਲਾਓ। ਇਹਦੇ ਬਾਵਜੂਦ ਅਸੀਂ ਕੀ ਕਰ ਰਹੇ ਹਾਂ? ਬ੍ਰੈਂਪਟਨ ਦੇ ਵਿੱਚ ਇੱਥੇ ਹਾਊਸ ਪਾਰਟੀ ਕਰਦੇ ਹੋਏ ਲੋਕੀ ਫੜੇ ਗਏ ਨੇ। ਇਹ ਸਿਰਫ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਪਿਛਲੇ ਹਫਤੇ 7 ਜਣੇ ਹਾਊਸ ਪਾਰਟੀ ਕਰਦੇ ਹੋਏ ਫੜੇ ਗਏ ਨੇ। ਬ੍ਰੈਂਪਟਨ ਦੇ ਪਾਰਕਾਂ ਵਿੱਚ ਇਕੱਠੇ ਹੋਏ ਪਾਰਟੀ ਕਰਦੇ ਹੋਏ ਫੜੇ ਗਏ ਨੇ। ਸੋ ਅਸੀਂ ਇੱਕ ਪਾਸੇ ਕਹਿ ਰਹੇ ਹਾਂ ਕਿ ਸਾਨੂੰ ਸਭ ਕੁਝ ਓਪਨ ਕੀਤਾ ਜਾਵੇ, ਜਲਦੀ ਓਪਨ ਕੀਤਾ ਜਾਵੇ। ਜੇਕਰ ਅਸੀਂ ਉਹ ਨਿਯਮਾਂ ਦੀਆਂ ਧੱਜੀਆਂ ਉਡਾਉਣੀਆਂ ਨੇ ਤਾਂ ਅਸੀਂ ਓਪਨ ਛੇਤੀ ਕਿੱਥੋਂ ਕਰਵਾ ਲਾਂਗੇ? ਸੋ ਇੱਥੇ ਸਾਨੂੰ ਵੀ ਥੋੜਾ ਬਹੁਤ ਸੰਭਲਣ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਬੇਕਾਬੂ ਹੋ ਰਹੇ ਨੇ। ਇਸ ਵਕਤ 500 ਤੋਂ ਵੱਧ ਵੇਰੀਐਂਟਸ ਜਿਹੜੇ ਨੇ ਮਰੀਜ਼ 500 ਤੋਂ ਵੱਧ ਮਰੀਜ਼ ਵੱਖ-ਵੱਖ ਵੇਰੀਐਂਟਸ ਤੇ ਓਨਟਾਰੀਓ ਵਿੱਚ ਦਾਖਲ ਹੋ ਚੁੱਕੇ ਨੇ। ਸੋ ਸੋਚ ਸਮਝ ਕੇ ਕਿਸੇ ਨਾਲ ਵੀ ਤੁਸੀਂ ਸੰਪਰਕ ਕਰੋ ਕਿਉਂਕਿ ਵੱਖ-ਵੱਖ ਵੇਰੀਐਂਟਸ ਬਹੁਤ ਖਤਰਨਾਕ ਨੇ। 70% ਖਤਰਨਾਕ ਤਾਂ ਭਾਰਤ ਦਾ ਵੇਰੀਐਂਟ ਹੀ ਹੈ ਜਿਹੜਾ ਕਿ ਜ਼ਿਆਦਾ ਸਮੇਂ ਤੱਕ ਹਵਾ ਵਿੱਚ ਰਹਿੰਦਾ ਹੈ। ਉਤੋਂ ਦੀ ਜਿਹੜੀ ਨਵੀਂ ਰਿਪੋਰਟ ਆਈ ਹੈ, ਇਹ ਰਿਪੋਰਟ ਕਹਿ ਰਹੀ ਹੈ ਕਿ ਜਿਨ੍ਹਾਂ ਦੇ ਵਿੱਚ ਮੋਟਾਪਾ ਆ, ਖਾਸ ਤੌਰ ਤੇ ਨੌਜਵਾਨ, ਜਿਹੜੇ ਵੀ ਨੌਜਵਾਨ ਮੋਟਾਪੇ ਦੇ ਨਾਲ ਪੀੜਿਤ ਨੇ ਜਾਂ ਮੋਟਾਪੇ ਨਾਲ ਗ੍ਰਸਤ ਨੇ, ਉਹਨਾਂ ਦੇ ਵਿੱਚ 70% ਜ਼ਿਆਦਾ ਚਾਂਸਸ ਨੇ ਕਿ ਤੁਸੀਂ ਕਰੋਨਾ ਵਾਇਰਸ ਦੇ ਸ਼ਿਕਾਰ ਹੋ ਸਕਦੇ ਹੋ। ਸੋ ਜੇਕਰ ਤੁਸੀਂ ਮੋਟਾਪੇ ਦੇ ਸ਼ਿਕਾਰ ਹੈਗੇ ਹੋ, ਉਤੋਂ ਦੀ ਤੁਹਾਨੂੰ ਥੋੜੀ ਬਹੁਤ ਕੋਈ ਇਮਿਊਨਿਟੀ ਨੂੰ ਲੈ ਕੇ ਪ੍ਰੋਬਲਮ ਹੈ, ਖਾਸ ਤੌਰ ਤੇ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਬਹੁਤ ਜ਼ਿਆਦਾ ਖਤਰਨਾਕ ਵੇਰੀਐਂਟ ਜਿਹੜੇ ਨੇ ਇਸ ਵੇਲੇ ਇੱਥੇ ਪਹੁੰਚ ਚੁੱਕੇ ਨੇ। ਸੋ ਖਾਸ ਤੌਰ ਤੇ ਸਾਵਧਾਨ ਰਹੋ। ਇਹ ਤੋਂ ਬਾਅਦ ਅਗਲੀ ਖਬਰ ਇਹ ਹੈ ਕਿ ਹਰ ਕੋਈ ਸੇਮ ਨਹੀਂ ਹੁੰਦਾ। ਦੁਰਹਮ ਦੀ ਰਿਪੋਰਟ ਹੈ, ਵੈਕਸੀਨ ਲੱਗ ਰਹੀ ਹੈ। ਅਜਿਹੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਵੈਕਸੀਨ ਸਟੇਸ਼ਨਸ ਤੱਕ ਪਹੁੰਚ ਨਹੀਂ ਪਾ ਰਹੇ, ਕਲੀਨਿਕਸ ਤੱਕ ਪਹੁੰਚ ਨਹੀਂ ਪਾ ਰਹੇ, ਜਾਂ ਤਾਂ ਘਰ ਵਿੱਚ ਕੋਈ ਹੋਰ ਹੈ ਨਹੀਂ ਜਿਹੜਾ ਉਹਨਾਂ ਨੂੰ ਲੈ ਕੇ ਜਾਵੇ, ਪਬਲਿਕ ਟਰਾਂਸਪੋਰਟ ਦਾ ਉਹ ਇਸਤੇਮਾਲ ਨਹੀਂ ਕਰ ਸਕਦੇ, ਜਾਂ ਬਹੁਤ ਜ਼ਿਆਦਾ ਬਜ਼ੁਰਗ ਨੇ, ਜਾਂ ਫਿਰ ਉਹ ਖੁਦ ਅਜਿਹੇ ਸਿਚੁਏਸ਼ਨਸ ਦੇ ਵਿੱਚ ਨੇ ਕਿ ਉਹਨਾਂ ਦਾ ਉੱਥੇ ਤੱਕ ਪਹੁੰਚਿਆ ਨਹੀਂ ਜਾ ਰਿਹਾ। ਅਜਿਹੇ ਵਿੱਚ ਦੁਰਹਮ ਦੇ ਵਿੱਚ ਲੋਕਾਂ ਨੇ ਫ੍ਰੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਕਿ ਜੇਕਰ ਤੁਹਾਨੂੰ ਲੋੜ ਹੈ ਤਾਂ ਉਹ ਤੁਹਾਨੂੰ ਫ੍ਰੀ ਆਫ ਕਾਸਟ ਤੁਹਾਡੇ ਘਰ ਤੋਂ ਲੈ ਕੇ ਕਲੀਨਿਕ ਤੱਕ ਤੁਹਾਨੂੰ ਵੈਕਸੀਨੇਸ਼ਨ ਦੀ ਡੋਜ਼ ਪ੍ਰੋਵਾਈਡ ਕਰਵਾਉਣ ਲਈ ਉੱਥੇ ਪਹੁੰਚਾਉਣਗੇ। ਬਹੁਤ ਹੀ ਵਧੀਆ ਇਹ ਉਪਰਾਲਾ ਆ। ਸੋ ਦੁਰਹਮ ਦੇ ਲੋਕੀ ਵੀ ਇੱਥੇ ਕਾਫੀ ਜ਼ਿਆਦਾ
ਵਧਾਈ ਦੇ ਪਾਤਰ ਨੇ, ਕਿਉਂਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਆ। ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਇਹ ਸੋਚ ਕੇ ਵੈਕਸੀਨੇਸ਼ਨ ਦੇ ਲਈ ਨਹੀਂ ਜਾ ਰਹੇ ਹੈਗੇ ਕਿ ਉਹਨਾਂ ਦਾ ਆਉਣਾ ਜਾਣਾ ਔਖਾ ਹੋ ਜਾਏਗਾ। ਹਰ ਕੋਈ ਅਫੋਰਡ ਨਹੀਂ ਕਰ ਸਕਦਾ ਕਿ ਉਹ ਕੈਬ ਕਰਵਾਵੇ, ਉਬਰ ਕਰਵਾਵੇ। ਅਜਿਹੇ ਵਿੱਚ ਜਿਹੜੀ ਇਹ ਸਪੋਰਟ ਮਿਲ ਕੇ ਸਾਹਮਣੇ ਆਈ ਹੈ, ਇਹ ਵੀ ਕਮਿਊਨਿਟੀ ਦੇ ਵਿੱਚ ਦੇਖਣ ਨੂੰ ਮਿਲਦਾ। ਇੱਥੇ ਆ ਕੇ ਅਸੀਂ ਸਿੱਖਦੇ ਹਾਂ ਕਿ ਸਮਥਿੰਗ ਅਸੀਂ ਕਮਿਊਨਿਟੀ ਲਈ ਕੀ ਕਰ ਰਹੇ ਹਾਂ, ਕਮਿਊਨਿਟੀ ਸਾਡੇ ਲਈ ਇੰਨਾ ਕੁਛ ਕਰ ਰਹੀ ਹੈ, ਅਸੀਂ ਕਮਿਊਨਿਟੀ ਲਈ ਕੀ ਕਰ ਰਹੇ ਹਾਂ। ਇੱਕ ਜਣਾ ਮਿਲ ਕੇ ਇਹ ਸਾਰਾ ਕੁਛ ਕਰੇ ਤਾਂ ਕਮਿਊਨਿਟੀ ਦੇ ਵਿੱਚ ਵੀ ਭਾਈਚਾਰਾ ਹੋਰ ਵਧੇਗਾ। ਖਬਰ ਹੈ ਅਗਲੀ ਮਿਸੀਸਾਗਾ ਤੋਂ। ਮਿਸੀਸਾਗਾ ਦੇ ਗਰੋਸਰੀ ਸਟੋਰਸ ਦੇ ਨਾਲ ਸ਼ਾਪਰ ਡਰੱਗ ਮਾਰਟ 8 ਜਣੇ ਹੋਰ ਕਰੋਨਾ ਵਾਇਰਸ ਨਾਲ ਪੀੜਿਤ ਪਾਏ ਗਏ ਨੇ। ਸੋ ਜੇਕਰ ਤੁਸੀਂ ਇਹਨਾਂ ਸਟੋਰਸ ਤੇ ਵਿਜ਼ਿਟ ਕੀਤਾ, ਆਪਣੇ ਆਪ ਨੂੰ ਥੋੜੇ ਚਿਰ ਲਈ ਕੁਆਰੰਟਾਈਨ ਕਰ ਲਓ, ਸੈਲਫ ਮੋਨੀਟਰ ਕਰੋ। ਉਸ ਤੋਂ ਬਾਅਦ ਤੁਸੀਂ ਜਿਹੜਾ ਆ ਅੱਗੇ ਕਿਸੇ ਨਾਲ ਸੰਪਰਕ ਵਿੱਚ ਆਇਓ, ਕਿਉਂਕਿ ਇਸ ਵਕਤ ਮਾਮਲੇ ਬਹੁਤ ਜ਼ਿਆਦਾ ਵੱਧ ਰਹੇ ਨੇ। ਲਗਾਤਾਰ ਤੀਸਰਾ ਦਿਨ ਆ ਕਿ ਮਿਸੀਸਾਗਾ ਵਿੱਚ 8 ਤੋਂ ਵੱਧ ਗਰੋਸਰੀ ਸਟੋਰਸ ਦੇ ਨਾਲ ਸ਼ਾਪਰਸ ਡਰੱਗ ਮਾਰਟ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਬੀਤੇ ਦਿਨ ਅਸੀਂ ਗੱਲ ਕੀਤੀ ਸੀ 18 ਮਾਮਲੇ ਸਾਹਮਣੇ ਆਏ ਸੀ ਤੇ ਅੱਜ 8 ਮਾਮਲੇ ਸਾਹਮਣੇ ਆਏ ਨੇ। ਸੋ ਖਾਸ ਤੌਰ ਤੇ ਸਾਵਧਾਨ ਰਹੋ। ਹੁਣ ਅਗਲੀ ਖਬਰ ਹੈ ਜੀ ਆਇਲਸ ਦੇ ਨਾਲ ਸੰਬੰਧਿਤ। ਸਾਰੇ ਅਸੀਂ ਜਾਣਦੇ ਹਾਂ ਕਿ ਇਸ ਵਕਤ ਆਇਲਸ ਮੈਰਿਜ ਦਾ ਬਹੁਤ ਜ਼ਿਆਦਾ ਟ੍ਰੈਂਡ ਆਇਆ ਹੋਇਆ। ਇੱਕੋ ਹੀ ਸਾਰਿਆਂ ਦਾ ਮਕਸਦ ਹੈ ਕੈਨੇਡਾ ਵਿੱਚ ਆਉਣਾ। ਕੈਨੇਡਾ ਵਿੱਚ ਆਉਣ ਲਈ ਆਇਲਸ ਵਿਆਹ ਕੀਤੇ ਜਾ ਰਹੇ ਨੇ। ਮੈਟਰੀਮੋਨੀਅਲਸ ਅੱਗੇ ਪਹਿਲਾਂ ਆਉਂਦੇ ਹੁੰਦੇ ਸੀ ਕਿ ਸਾਨੂੰ ਘਰੇਲੂ ਕੰਨਿਆ ਦੀ ਲੋੜ ਹੈ, ਸੁੰਦਰ ਪੜ੍ਹੀ ਲਿਖੀ ਪਰਿਵਾਰਿਕ ਲੜਕੀ ਦੀ ਲੋੜ ਹੈ। ਅੱਜ ਕੱਲ੍ਹ ਜਿਹੜੇ ਮੈਟਰੀਮੋਨੀਅਲਸ ਆਉਂਦੇ ਨੇ ਉਹਦੇ ਵਿੱਚ ਕੀ ਲਿਖਿਆ ਜਾਂਦਾ, ਤੁਸੀਂ ਵੀ ਨਿਊਜ਼ਪੇਪਰ ਪੜ੍ਹਦੇ ਹੋਣੇ ਆ, ਉਹਨਾਂ ਵਿੱਚ ਲਿਖਿਆ ਜਾਂਦਾ ਕਿ ਆਇਲਸ ਕਲੀਅਰ ਲੜਕੀ ਦੀ ਲੋੜ ਹੈ, 6 ਬੈਂਡ ਵਾਲੀ ਲੜਕੀ ਦੀ ਲੋੜ ਹੈ। ਲੜਕਾ ਇਸ ਵਕਤ ਪੜ੍ਹਿਆ ਲਿਖਿਆ ਆ ਪਰ ਉਹਦੇ ਨਾਲ ਜਿਹੜਾ ਉਹਦੇ ਪੁਆਇੰਟਸ ਪੂਰਾ ਕਰਦੀ ਹੋਵੇ, ਉਹ ਵਾਲੀ ਲੜਕੀ ਦੀ ਲੋੜ ਹੈ। ਕਈ ਵਾਰੀ ਤਾਂ ਇੱਥੋਂ ਤੱਕ ਹੱਦ ਕੀਤੀ ਹੁੰਦੀ ਹੈ ਕਿ ਸਾਨੂੰ ਪੇਪਰ ਮੈਰਿਜ ਤੋਂ ਵੀ ਪਰਹੇਜ਼ ਨਹੀਂ। ਪੇਪਰ ਮੈਰਿਜ ਵਾਲੇ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ, ਕੰਟਰੈਕਟ ਮੈਰਿਜ ਵਾਲੇ ਵੀ ਗੱਲਬਾਤ ਕਰ ਸਕਦੇ ਨੇ। ਬੀਤੇ ਦਿਨੀ ਸੋਸ਼ਲ ਮੀਡੀਆ ਉੱਤੇ ਇੱਕ ਮੁੰਡੇ ਦੀ ਪੋਸਟ ਬਹੁਤ ਜ਼ਿਆਦਾ ਵਾਇਰਲ ਹੋਈ ਸੀ। ਮੈਂ ਉਹ ਤੁਹਾਡੇ ਨਾਲ ਕਿੱਸਾ ਥੋੜਾ ਜਿਹਾ ਸਾਂਝਾ ਜ਼ਰੂਰ ਕਰਨਾ ਚਾਹੂੰਗੀ। ਕਿੱਸਾ ਇਹ ਹੈ ਕਿ ਮੁੰਡੇ ਨੇ ਅਪਲਾਈ ਕੀਤਾ ਹੋਇਆ ਸੀ ਸਪਾਊਸ ਵੀਜ਼ਾ ਦੇ ਲਈ। ਉਹਦਾ ਕਹਿਣਾ ਹੈ ਕਿ ਉਹਦੀ ਜਿਹੜੀ ਵਾਈਫ ਆ, ਉਹਨੇ ਇੱਕ ਗਰੀਬ ਪਰਿਵਾਰ ਦੀ ਕੁੜੀ ਨਾਲ ਵਿਆਹ ਕਰਾਇਆ। ਭਾਰਤ ਦੇ ਵਿੱਚ ਪੰਜਾਬ ਦੀ ਇਹ ਸਟੋਰੀ ਹੈ। ਉਹਨੇ ਇੱਕ ਗਰੀਬ ਪਰਿਵਾਰ ਦੀ ਕੁੜੀ ਦੇ ਨਾਲ ਵਿਆਹ ਕਰਾਇਆ ਜਿਹਨੇ ਆਇਲਸ ਕੀਤੀ ਹੋਈ ਸੀ। ਉਹਨੇ ਉਹਦਾ ਸਾਰਾ ਖਰਚਾ ਚੁੱਕਿਆ, ਸਟੱਡੀ ਬੇਸ ਤੇ ਉਹਨੂੰ ਇੱਥੇ ਭੇਜਿਆ। ਕੁਝ ਮਹੀਨੇ ਬਾਅਦ ਜਦੋਂ ਉਹਨੇ ਆਪਣਾ ਕੇਸ ਲਗਾਇਆ ਤਾਂ ਕੁੜੀ ਨੇ ਕੇਸ ਲਗਾਉਣ ਤੋਂ ਮਨਾ ਕਰ ਦਿੱਤਾ। ਉਹ ਕਹਿੰਦੀ ਕਿ ਉਹਨੇ ਲੜਕੇ ਨੂੰ ਨਹੀਂ ਬੁਲਾਉਣਾ। ਉਹਨੇ ਲੜਕੀ ਦੇ ਪੇਰੈਂਟਸ ਦੇ ਨਾਲ ਸੰਪਰਕ ਸਾਧਿਆ ਤਾਂ ਉਹਦੇ ਪੇਰੈਂਟਸ ਨੇ ਵੀ ਆਪਣੀ ਕੁੜੀ ਦਾ ਸਾਥ ਦਿੱਤਾ। ਮੁੰਡੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹਦੀਆਂ ਪੋਸਟਾਂ ਪਾ ਦਿੱਤੀਆਂ ਕਿ ਆ ਦੇਖੋ ਜੀ, ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ, ਮੈਂ ਕੁੜੀ ਦੀ ਫੀਸ ਵੀ ਭਰੀ ਆ, ਸਾਡਾ ਪ੍ਰੋਪਰ ਵਿਆਹ ਵੀ ਹੋਇਆ, ਸਾਰਾ ਖਰਚਾ ਮੈਂ ਚੁੱਕਿਆ, ਇਹਨਾਂ ਦਾ ਕੁਝ ਵੀ ਨਹੀਂ ਲੱਗਿਆ। ਕੁੜੀ ਦੇ ਆਇਲਸ ਕੀਤੀ ਹੋਈ ਸੀ ਤਾਂ ਮੈਂ ਉਹਨਾਂ ਨਾਲ ਮੈਰਿਜ ਕੀਤੀ ਹੈ ਤਾਂ ਕਿ ਮੈਂ ਵੀ ਵਿਦੇਸ਼ ਜਾ ਸਕਾਂ, ਪਰ ਕੁੜੀ ਉੱਥੇ ਜਾ ਕੇ ਮੁੱਕਰ ਗਈ। ਇਹ ਖਬਰ ਜਿਹੜੀ ਆ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋਈ। ਅਲੱਗ-ਅਲੱਗ ਗਰੁੱਪਸ ਨੇ ਬਿਨਾਂ ਦੂਜੇ ਪੱਖ ਨੂੰ ਜਾਣੇ ਇਹਦੇ ਬਾਰੇ ਖਬਰਾਂ ਜਿਹੜੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਥੋੜੇ ਜਿਹੇ ਦਿਨ ਬਾਅਦ ਇਹਦੇ ਬਾਰੇ ਦੂਸਰਾ ਪੱਖ ਸਾਹਮਣੇ ਆਇਆ ਜਿਹਦੇ ਵਿੱਚ ਕੁੜੀ ਵੱਲੋਂ ਆਪਣੀ ਜਿਹੜੀ ਗੱਲ ਆਖੀ ਗਈ ਸੀ। ਉਹਨੇ ਕਿਹਾ ਕਿ ਬਿਨਾਂ ਪੂਰੀ ਗੱਲਬਾਤ ਤੇ ਤੁਸੀਂ ਪੂਰਾ ਮਾਮਲਾ ਨਹੀਂ ਸੁਲਝਾ ਸਕਦੇ। ਉਹਨੇ ਕਿਹਾ ਕਿ ਲੜਕੇ ਨੇ ਮੈਨੂੰ ਬਿਨਾਂ ਦੱਸੇ ਸਪਾਊਸ ਵੀਜ਼ੇ ਲਈ ਜਿਹੜਾ ਸਪਾਂਸਰ ਕਰ ਦਿੱਤਾ, ਆਪਣੇ ਆਪ ਨੂੰ ਸਪਾਊਸ ਵੀਜ਼ਾ ਆਪਦਾ ਅਪਲਾਈ ਕਰ ਦਿੱਤਾ, ਉਹ ਵੀ ਭਾਰਤੀ ਏਜੰਟ ਤੋਂ। ਮੇਰੇ ਤੋਂ ਨਾ ਤਾਂ ਪ੍ਰੋਪਰ ਪੇਪਰਸ ਮੰਗੇ ਗਏ, ਨਾ ਤਾਂ ਮੇਰੇ ਤੋਂ ਪ੍ਰੋਪਰ ਸਬੂਤ ਮੰਗੇ ਗਏ, ਜਦਕਿ ਮੈਂ ਇੱਥੋਂ ਦੇ ਕੰਸਲਟੈਂਟ ਨਾਲ ਗੱਲਬਾਤ ਹਜੇ ਕਰ ਰਹੀ ਸੀ ਕਿ ਕਿਹੜੇ-ਕਿਹੜੇ ਸਬੂਤ ਨਾਲ ਲਗਾਉਣੇ ਪੈਣੇ ਨੇ ਤਾਂ ਕਿ ਮੈਂ ਆਪਣੇ ਸਪਾਊਸ ਨੂੰ ਸਪਾਂਸਰ ਕਰ ਸਕਾਂ। ਉਹਨਾਂ ਨੇ ਚੋਰੀ ਛੁਪੇ ਮੁੰਡੇ ਦਾ ਕੇਸ ਲਗਾਇਆ, ਉੱਥੇ ਏਜੰਟ ਦੇ ਜ਼ਰੀਏ ਸਪਾਂਸਰ ਕਰਵਾਇਆ, ਉਹਦਾ ਕੇਸ ਰਿਜੈਕਟ ਹੋ ਗਿਆ। ਲੜਕਾ ਇੱਥੇ ਨਹੀਂ ਪਹੁੰਚ ਸਕਿਆ, ਉਹਦਾ ਸਪਾਊਸ ਵੀਜ਼ਾ ਰਿਜੈਕਟ ਹੋ ਗਿਆ। ਜੀ ਤੋਂ ਬਾਅਦ ਉਹਨਾਂ ਨੇ ਕੁੜੀ ਨੂੰ ਮੰਗ ਕੀਤੀ ਕਿ ਉਹ ਵੀ ਵਾਪਸ ਆਏ। ਜੇਕਰ ਉਹਨਾਂ ਦਾ ਮੁੰਡਾ ਕੈਨੇਡਾ ਨਹੀਂ ਪਹੁੰਚ ਸਕਦਾ ਤਾਂ ਕੁੜੀ ਨੂੰ ਵੀ ਉੱਥੇ ਰਹਿਣ ਦਾ ਕੋਈ ਹੱਕ ਨਹੀਂ ਹੈ, ਇਸ ਲਈ ਉਹਨੂੰ ਵੀ ਵਾਪਸ ਆਉਣਾ ਪੈਣਾ। ਕੁੜੀ ਨੇ ਉੱਥੋਂ ਆਉਣ ਤੋਂ ਮਨਾ ਕਰ ਦਿੱਤਾ। ਉਹ ਕਹਿੰਦੀ ਮੈਂ ਨਹੀਂ ਆਉਣਾ, ਮੇਰੀ ਸਟੱਡੀ ਵਿੱਚ ਹੈ, ਆਪਾਂ ਦੁਬਾਰਾ ਟਰਾਈ ਕਰ ਸਕਦੇ ਹਾਂ। ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕੁੜੀ ਮੁੱਕਰ ਨਾ ਜਾਵੇ, ਇਸ ਲਈ ਅਜਿਹੀਆਂ ਪੋਸਟਾਂ ਪਾ ਕੇ ਉਸਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ, ਇਹ ਤਾਂ ਇਹੀ ਦੋਵੇਂ ਜਾਣ ਸਕਦੇ ਆ। ਪਰ ਗੱਲ ਇਹ ਹੈ ਕਿ ਆਇਲਸ ਮੈਰਿਜ ਦਾ ਜੋ ਰੁਝਾਨ ਵੱਧ ਰਿਹਾ ਇਸ ਵਕਤ, ਭਾਰਤੀ ਕਮਿਊਨਿਟੀ ਦੀ ਗੱਲ ਕੀਤੀ ਜਾਵੇ, ਇੱਥੇ ਆਪਣੇ ਕਿੱਸੇ ਆਪ ਉਡਾ ਰਹੇ ਨੇ। ਕੋਈ 에ਅਰਪੋਰਟ ਤੇ ਆਉਂਦਾ ਹੀ ਆਪਣੇ ਰੰਗ ਬਦਲ ਰਿਹਾ, ਕੋਈ 2-4 ਮਹੀਨੇ ਬਾਅਦ ਆਪਣੇ ਰੰਗ ਬਦਲ ਰਿਹਾ, ਕੋਈ ਕਿਸ ਨੂੰ ਬਦਨਾਮ ਕਰਨ ਦੀ ਧਮਕੀ ਦੇ ਰਿਹਾ ਤਾਂ ਕੋਈ ਕਿਸੇ ਦਾ ਰਿਸ਼ਤਾ ਟੁੱਟਣ ਦੀ ਧਮਕੀ ਦੇ ਰਿਹਾ। ਇੱਥੇ ਆ ਕੇ ਲੜਕੀਆਂ ਅਲੱਗ ਹੋ ਰਹੀਆਂ ਨੇ, ਲੜਕੇ ਅਲੱਗ ਹੋ ਰਹੇ ਨੇ, ਪਿੱਛੋਂ ਆਪਣੇ ਸਪਾਊਸ ਨੂੰ ਬੁਲਾ ਨਹੀਂ ਰਹੇ। ਇੱਥੇ ਕਿਹਦਾ ਤੁਸੀਂ ਦੋਸ਼ ਮੰਨਦੇ ਹੋ? 18-18 ਸਾਲ ਦੀਆਂ ਕੁੜੀਆਂ ਨੂੰ ਜਦੋਂ ਤੁਸੀਂ ਵਿਆਹ ਦਿੰਦੇ ਹੋ ਇਹ ਸੋਚ ਕੇ ਕਿ ਇਹਨਾਂ ਨੂੰ ਆਇਲਸ ਕਰਵਾਈਏ, ਕੱਲ ਨੂੰ ਦਹੇਜ ਤੇ ਪੈਸੇ ਲਾਉਣ ਦੀ ਲੋੜ ਨਹੀਂ, 50,000 ਅਸੀਂ ਆਇਲਸ ਤੇ ਲਗਾਵਾਂਗੇ ਤੇ ਕੁੜੀਆਂ ਵਿਆਹ ਕਰਵਾ ਕੇ ਬਾਹਰ ਜਾਣਗੀਆਂ, ਸਾਰੇ ਖਰਚੇ ਮੁੰਡੇ ਵਾਲੇ ਕਰਨਗੇ। ਉੱਥੇ ਮੁੰਡੇ ਵਾਲੇ ਵੀ ਇਹ ਸੋਚ ਲੈਂਦੇ ਨੇ, ਲਾਲਚੀ ਹੋ ਜਾਂਦੇ ਨੇ ਕਿ ਮੁੰਡਾ ਸਾਡਾ ਘੱਟ ਪੜ੍ਹਿਆ ਲਿਖਿਆ, ਇਹ ਤੋਂ ਉਂਝ ਦਾ ਬਾਹਰ ਜਾਇਆ ਨਹੀਂ ਜਾਣਾ, ਪੁਆਇੰਟਸ ਇਹਦੇ ਬਣਨੇ ਨਹੀਂ। ਅਜਿਹੀ ਕੁੜੀ ਲੱਭੋ ਜਿਹਨੇ ਆਇਲਸ ਕੀਤੀ ਹੋਵੇ, ਸਟੱਡੀ ਬੇਸ ਤੇ ਉਹਨੂੰ ਭੇਜੋ, ਉਹਦਾ ਖਰਚਾ ਚੱਕੋ ਤੇ ਨਾਲ ਦੀ ਨਾਲ ਸਾਡਾ ਮੁੰਡਾ ਬਾਹਰ ਚਲ ਜਾਓ। ਜਦ ਰਿਸ਼ਤੇ ਅਜਿਹੇ ਸੌਦੇਬਾਜ਼ੀ ਨਾਲ ਹੋ ਜਾਣ ਤਾਂ ਤੁਹਾਨੂੰ ਲੱਗਦਾ ਕਿ ਉਹ ਰਿਸ਼ਤੇ ਬਾਲੀ ਦੇਰ ਤੱਕ ਨਿਭ ਸਕਦੇ ਨੇ? ਹਰ ਰੋਜ਼ ਅਜਿਹੇ ਕਿਸੇ ਅਸੀਂ ਪੜ੍ਹਦੇ ਹਾਂ, ਹਰ ਰੋਜ਼ ਅਜਿਹੀਆਂ ਖਬਰਾਂ ਅਸੀਂ ਪੜ੍ਹਦੇ ਹਾਂ।
ਉੱਥੇ ਮੁੰਡੇ ਏਜੰਟਸ ਦੇ ਧੋਖੇ ਤੋਂ ਬਾਅਦ ਉੱਥੇ ਪਹੁੰਚੇ ਹੋਏ ਨੇ ਅਲੱਗ-ਅਲੱਗ ਥਾਵਾਂ ਦੇ ਉੱਤੇ, ਕਦੇ NRI ਸੈਲਸ ਜਾ ਕੇ ਉੱਥੇ ਕੰਪਲੇਂਟਸ ਕਰਦੇ ਨੇ। ਇੱਥੇ ਕੁੜੀਆਂ ਕਈ ਵਾਰੀ ਬੈਠੀਆਂ ਹੁੰਦੀਆਂ ਨੇ ਅਲੱਗ-ਅਲੱਗ ਥਾਵਾਂ ਦੇ ਉੱਤੇ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਪਾਊਸ ਪਿੱਛੋਂ ਉਹਨਾਂ ਨੂੰ ਤੰਗ ਕਰਦੇ ਨੇ। ਇਹਦੇ ਲਈ ਰਿਸਪੌਂਸੀਬਲ ਕੌਣ ਹੈ? ਅੱਜ ਦੇ ਜਿਹੜਾ ਯੂਥ ਹੈ ਉਹ ਰਿਸਪੌਂਸੀਬਲ ਆ ਜਾਂ ਫਿਰ ਜਿਹੜੇ ਪੇਰੈਂਟਸ ਨੇ ਉਹ ਰਿਸਪੌਂਸੀਬਲ ਨੇ? ਇੱਕ ਪਾਸੇ ਇਹ ਤਰਕ ਦਿੱਤੀ ਜਾਂਦੀ ਆ ਕਿ ਪੇਰੈਂਟਸ ਵੀ ਕੀ ਕਰਨ ਜਦੋਂ ਮੁੰਡੇ ਬਾਰ-ਬਾਰ ਜਾਂ ਕੁੜੀਆਂ ਬਾਰ-ਬਾਰ ਉਹਨਾਂ ਨੂੰ ਕਿਹਾ ਜਾਂਦਾ ਕਿ ਬਾਈ ਹੁੱਕ ਔਰ ਬਾਈ ਕਰੁਕ ਅਸੀਂ ਬਾਹਰ ਹੀ ਪਹੁੰਚਣਾ ਆ, ਜੋ ਮਰਜ਼ੀ ਕੀਤਾ ਜਾਵੇ, ਚਾਹੇ ਸਾਨੂੰ ਵਿਆਹਿਆ ਜਾਵੇ, ਚਾਹੇ ਪੇਪਰ ਮੈਰਿਜ ਕੀਤੀ ਜਾਵੇ, ਜਿੰਨੇ ਪੈਸੇ ਲੱਗਦੇ ਆ ਬਾਹਰ ਸਾਨੂੰ ਜਾਣਾ ਆ। ਕਈ ਗਰੀਬ ਕੁੜੀ ਵਾਲੇ ਇਹ ਸੋਚ ਲੈਂਦੇ ਆ ਕਿ ਕੁੜੀ ਨੂੰ ਚੱਲ 50,000 ਰੁਪਏ ਲਗਾ ਕੇ ਜੇ IELTS ਕਰਵਾ ਲਈਏ, ਕਮ ਸੇ ਕਮ ਉਹਦੀ ਜ਼ਿੰਦਗੀ ਸੌਖੀ ਨਿਕਲ ਜਾਏਗੀ, ਬਾਹਰ ਜਾਏਗੀ, ਆਪਣਾ ਸੈੱਟ ਹੋਏਗੀ, ਆਪਣੇ ਪਰਿਵਾਰ ਦੇ ਵਿੱਚ ਘੁਲੇ ਮਿਲੇਗੀ ਤੇ ਇਹਦੀ ਜ਼ਿੰਦਗੀ ਸੌਖੀ ਹੋ ਜਾਏਗੀ। ਪਰ ਜਿਹੜੇ ਇਹ ਨਤੀਜੇ ਸਾਹਮਣੇ ਆ ਰਹੇ ਨੇ, ਇਹ ਨਤੀਜੇ ਕਿਹਨਾਂ ਦੇ ਲਈ ਨੇ? ਇਹਦੇ ਵਿੱਚ ਜ਼ਿੰਮੇਦਾਰ ਕੌਣ ਹੈ? ਸੋ ਇੱਕ ਇਸ ਵਕਤ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਸਾਡੀ ਸੋਸਾਇਟੀ ਦੇ ਉੱਤੇ ਕਿ ਕੀ ਕੀਤਾ ਜਾਵੇ ਇਸ ਮੌਕੇ ਤੇ। ਸਾਡੇ ਪੇਰੈਂਟਸ ਵੀ ਗਲਤ ਨਹੀਂ ਹੈਗੇ, ਉਹ ਵੀ ਕਈ ਵਾਰੀ ਸਾਡੀਆਂ ਇੱਛਾਵਾਂ ਪਿੱਛੇ ਜਿਹੜੇ ਆ ਆਪਣੀ ਜਿਹੜੀ ਆ ਗੱਲ ਨੂੰ ਪਿੱਛੇ ਕਰ ਦਿੰਦੇ ਆ। ਇਹ ਸੋਚਦੇ ਆ ਕਿ ਬੱਚੇ ਚਾਹੁੰਦੇ ਨੇ ਬਾਹਰ ਜਾਣਾ, ਉਹਨਾਂ ਨੂੰ ਭੇਜ ਦਿੱਤਾ ਜਾਵੇ, ਪਰ ਇੱਥੇ ਆ ਕੇ ਬੱਚੇ ਕੀ ਗੁਲ ਖਿਲਾ ਰਹੇ ਨੇ। ਕਈ ਵਾਰੀ ਇਹ ਕਿਹਾ ਜਾਂਦਾ ਕਿ ਜਦੋਂ ਤੁਸੀਂ ਇਮੈਚੁਰ ਬੱਚਿਆਂ ਦਾ ਵਿਆਹ ਕਰਦੇ ਹੋ ਤਾਂ ਇੱਥੇ ਆ ਕੇ ਮੈਚੁਰਿਟੀ ਜਿਵੇਂ ਜਿਵੇਂ ਆਉਂਦੀ ਆ, ਇੱਕ ਪੜ੍ਹੀ ਲਿਖੀ ਕੁੜੀ ਜਿਹੜੀ ਹੈ, ਕਿਸੇ ਨੇ MA ਕੀਤੀ ਹੈ, ਕਿਸੇ ਨੇ B.Ed ਕੀਤੀ ਹੈ, ਜਦੋਂ ਉਸ ਦਾ ਵਿਆਹ ਤੁਸੀਂ +2 ਪਾਸ ਜਾਂ 10th ਪਾਸ ਕਿਸੇ ਲੜਕੇ ਨਾਲ ਕਰਵਾਉਂਦੇ ਹੋ, ਕੀ ਉਹਨਾਂ ਦੇ ਆਪਸ 'ਚ ਵਿਚਾਰ ਮਿਲਣਗੇ? ਕਿ ਉਹਨਾਂ ਦੀ ਆਪਸ 'ਚ ਮੈਂਟੈਲਿਟੀ ਮਿਲੂਗੀ? ਬਹੁਤ ਘੱਟ ਕੇਸਿਸ ਹੁੰਦੇ ਜਿੱਥੇ ਐਡਜਸਟਮੈਂਟ ਆਪਸ ਵਿੱਚ ਹੋ ਪਾਉਂਦੀ ਆ। ਅਜਿਹੇ ਵਿੱਚ ਇੱਕ ਦੂਜੇ ਉੱਤੇ ਧੌਂਸ ਜਮਾਈ ਜਾਂਦੀ ਆ। ਇੱਕ ਕਹਿੰਦਾ ਹੈ ਕਿ ਮੈਂ ਤੈਨੂੰ ਬਾਹਰ ਕੱਢਿਆ, ਦੂਜਾ ਕਹਿੰਦਾ ਮੈਂ ਤੇਰੇ ਤੇ ਪੈਸੇ ਲਗਾਇਆ। ਜਦੋਂ ਇਸ ਤਰੀਕੇ ਦੀ ਇੱਕ ਦੂਜੇ ਨੂੰ ਤਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਆ, ਇਹ ਰਿਸ਼ਤੇ ਉੱਥੇ ਆ ਕੇ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਪਰਿਵਾਰ ਦੀਆਂ ਇੱਜ਼ਤਾਂ, ਇਹ ਸਭ ਚੀਜ਼ਾਂ ਹੁਣ ਪੁਰਾਣੀਆਂ ਗੱਲਾਂ ਰਹਿ ਗਈਆਂ। ਜਦ ਪਰਿਵਾਰ ਵਾਲੇ ਖੁਦ ਸੌਦੇਬਾਜ਼ੀ ਕਰਨੀ ਸ਼ੁਰੂ ਕਰ ਚੁੱਕੇ ਨੇ, ਅਜਿਹੇ ਵਿੱਚ ਬੱਚਿਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਤੁਸੀਂ ਸਾਡੇ ਰਿਸ਼ਤਿਆਂ ਨੂੰ, ਸਾਡੀਆਂ ਕਦਰਾਂ ਕੀਮਤਾਂ ਨੂੰ ਸਮਝੋਗੇ? ਸੋ ਕਹਿੰਦੇ ਚੈਰਿਟੀ ਬਿਗਨਸ ਐਟ ਹੋਮ। ਇਸ ਚੀਜ਼ ਦਾ ਵੀ ਕੋਈ ਹੱਲ ਕੱਢਣਾ ਚਾਹੀਦਾ, ਇਸ ਚੀਜ਼ ਦਾ ਵੀ ਕੋਈ ਇਲਾਜ ਕੱਢਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਚੀਜ਼ਾਂ ਉੱਤੇ ਕੋਈ ਠੱਲ ਪਊਗੀ? ਸਵਾਲ ਤੁਹਾਡੇ ਲਈ ਛੱਡ ਕੇ ਚੱਲੇ ਹਾਂ ਜੀ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।